नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच। मैं हाँ तरनजीत कौर घुम्मन हाजिर हाँ जी लैके तुहाडा अपना प्रोग्राम जिहदे विच अज असीं गलबात करांगे कैनेडियन इमीग्रेशन दे संबंधी। सो जेकर तुहाडा कोई भी सवाल हैगा सानूं अज दे लाइव प्रोग्राम विच कॉल कर सकते हो। अज है जी शुक्रवार, टोरंटो समय के मुताबिक 3 वज चुके हैं। कैनेडियन इमीग्रेशन संबंधी जो लेटेस्ट प्रोग्राम्स आए हैं उहदे संबंधी या अपनी एलिजिबिलिटी के बारे में कुछ भी जानना चाहते हो या अपने प्रोग्राम के बारे में जानकारी हासिल करना चाहते हो, सो किसी भी प्रकार का तुहाडा सवाल हैगा सानूं अज दे लाइव प्रोग्राम विच कॉल कर सकते हो। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਸ਼ਨ ਆਈ ਹੈ ਇਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਲਵੇ ਕੈਨੇਡਾ ਇਮੀਗ੍ਰੇਸ਼ਨ ਤੋਂ ਮਿਸਟਰ ਸੁਨੀਲ ਸ਼ਰਮਾ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਵਿਊਅਰਸ ਨੂੰ ਤੇ ਤੁਹਾਨੂੰ ਵੀ ਜੀ। ਥੈਂਕ ਯੂ ਜੀ ਤਰਨ ਜੀ ਫॉर ਹੈਵਿੰਗ ਮੀ ਹੇਅਰ। ਜੀ ਸਰ, ਕੀ ਹਾਲ ਚਾਲ ਨੇ? ਬਸ ਸਭ ਵਧੀਆ ਜੀ, ਵੈਰੀ ਬਿਜ਼ੀ ਅੱਜ ਕੱਲ੍ਹ ਤਾਂ ਇਮੀਗ੍ਰੇਸ਼ਨ 'ਚ ਬੜੀ ਹਲਚਲ ਹੋ ਰਹੀ ਹੈ। ਬਿਲਕੁਲ, ਇਮੀਗ੍ਰੇਸ਼ਨ ਦੀ ਗੱਲ ਕਰੀਏ ਕੈਨੇਡਾ ਨੇ ਇੰਨੇ ਕੁ ਜ਼ਿਆਦਾ ਹੁਣ ਇਸ ਵਕਤ ਸਟੂਡੈਂਟਸ ਦੇ ਲਈ ਦਰਵਾਜ਼ੇ ਖੋਲ੍ਹੇ ਨੇ ਕਿ ਅਨਐਕਸਪੈਕਟਡ ਸੀ ਕਿ ਇੰਨੀ ਛੇਤੀ ਪਹਿਲਾਂ 75 ਦਾ ਡਰਾ ਆਇਆ, ਉਸ ਤੋਂ ਬਾਅਦ ਹੁਣ ਅਸੀਂ ਦੇਖ ਸਕਦੇ ਹਾਂ ਜੋ ਪਬਲਿਕ ਪ੍ਰੋਗਰਾਮਸ ਦੀ ਸਟਾਰਟ ਕੀਤੀ ਆ। ਸੋ ਕੀ ਕਹਿਣਾ ਚਾਹੋਗੇ ਜਿਹੜੇ ਇਸ ਵਕਤ ਸਟੂਡੈਂਟਸ ਇੱਥੇ ਮੌਜੂਦ ਨੇ? ਦੇਖੋ ਜੀ, ਸਟੂਡੈਂਟਸ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਇੱਥੇ ਵੀ ਐਡ ਕਰਨਾ ਚਾਹੁੰਦਾ, ਮੈਂ ਵੀ ਸਟੂਡੈਂਟ ਸੀਗਾ, ਮੈਂ ਇੰਗਲੈਂਡ ਤੋਂ MBA ਕੀਤੀ ਹੈ ਤੇ ਬੀਇੰਗ ਅ ਸਟੂਡੈਂਟ ਮਾਈਸੈਲਫ ਮੈਨੂੰ ਬੜੀ ਖੁਸ਼ੀ ਹੈ ਕਿ ਗਵਰਨਮੈਂਟ ਕਾਫੀ ਦੇਖ ਰਹੀ ਹੈ ਕਿ ਸਟੂਡੈਂਟਸ ਜੇ ਆਪਾਂ ਦੇਖੀਏ ਤਾਂ ਆਪਣੀ ਕੈਨੇਡੀਅਨ ਇਕੋਨਮੀ ਵਿੱਚ ਆਉਣ ਵਾਲੇ ਟਾਈਮ 'ਚ ਇਹ ਸਾਡੇ ਪੋਟੈਂਸ਼ੀਅਲ PR ਹੈ ਤੇ ਉਹਨਾਂ ਨੇ ਹੈਲਪ ਕਰਨੀ ਹੈ ਸਾਡੀ। ਬੜੀ ਅੱਛੀ ਗੱਲ ਹੈ। 75 ਪੁਆਇੰਟਸ ਵਾਲਾ ਪਿੱਛੇ CRS ਆਇਆ ਤੇ ਹੁਣ ਤਾਂ ਲਾਈਕ ਇਟਸ ਅ ਗੋਲਡਨ ਚਾਂਸ ਆਈ ਵੁੱਡ ਸੇ। ਗੋਲਡਨ ਚਾਂਸ ਦੀ ਗੱਲ ਕੀਤੀ ਆਪਾਂ ਪਬਲਿਕ PR ਪਾਲਿਸੀ ਤੋਂ ਹੀ ਸਟਾਰਟ ਕਰਾਂਗੇ ਜਿਹੜੀ ਇਸ ਵਕਤ ਸਰਕਾਰ ਨੇ ਸਟਾਰਟ ਕੀਤੀ ਹੈ। ਪਰ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਮੈਂ ਉਹਨਾਂ ਤੋਂ ਤੁਹਾਡਾ ਜਿਹੜਾ ਇੱਕ ਵਾਰੀ ਇੰਟਰੋਡਕਸ਼ਨ ਜ਼ਰੂਰ ਕਰਵਾ ਦਵਾਂ। ਸੋ ਨਾਲ ਦੀ ਨਾਲ ਦਰਸ਼ਕ ਆਉਣੇ ਸ਼ੁਰੂ ਹੋ ਗਏ ਨੇ। ਪਹਿਲਾਂ ਮੈਂ ਜ਼ਰੂਰ ਜਾਣਨਾ ਚਾਹੂੰਗੀ ਸਰ ਆਪਣੀ ਕੰਪਨੀ ਦੇ ਬਾਰੇ ਵਿੱਚ ਜ਼ਰੂਰ ਥੋੜ੍ਹਾ ਦੱਸੋ ਕਿ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ ਤੁਸੀਂ? ਹਾਂਜੀ, ਮੇਰਾ ਨਾਮ ਹੈ ਜੀ ਸੁਨੀਲ ਸ਼ਰਮਾ, ਮੇਰੀ ਕੰਪਨੀ ਦਾ ਨਾਮ ਹੈ ਆਲਵੇ ਕੈਨੇਡਾ ਇਮੀਗ੍ਰੇਸ਼ਨ ਅਪੀਲਸ ਤੇ ਅਸੀਂ ਬਰੈਂਪਟਨ ਵਿੱਚ ਸਾਡਾ ਆਫਿਸ ਹੈ ਜੀ। ਤੇ ਜਿਹੜੀ ਬੜੀ ਇੰਪੋਰਟੈਂਟ ਗੱਲ ਅੱਜ ਪਿਛਲੇ 2-3 ਦਿਨਾਂ ਤੋਂ ਹੋ ਰਹੀ ਹੈ ਜਿਹੜੀ ਕਿ ਮੈਂ ਬਹੁਤ ਜ਼ਰੂਰੀ ਸਮਝਦਾ ਕਿ ਮੈਂ ਦੱਸਾਂ ਕਿ ਆਈ ਐਮ ਐਨ RCIC ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਲਾਈਕ ਅਦਰਸ, ਨਾਟ ਮੀ ਵਾਰੀ। ਠੀਕ ਹੈ, ਇਹਦੇ 'ਚ ਇੱਕ ਵਰਡ ਹੈ ਰੈਗੂਲੇਟਿਡ। ਠੀਕ ਹੈ, ਕਿ ਸਾਨੂੰ ਇੱਕ ਰੈਗੂਲੇਟ ਕਰਦੀ ਹੈ ਗਵਰਨਮੈਂਟ ਆਫ ਕੈਨੇਡਾ ਦਾ ਇੱਕ ਅਦਾਰਾ ICCRC। ਇਹ ਮੈਂ ਕਿਉਂ ਕਹਿ ਰਿਹਾ ਕਿ ਅੱਜ ਕੱਲ੍ਹ ਤੁਸੀਂ IELTS ਦਾ ਵੀ ਸੁਣਿਆ ਹੋਣਾ, ਕਾਫੀ ਕੁਛ ਮਾਰਕੀਟ 'ਚ ਚੱਲ ਰਿਹਾ, ਗੱਲ ਕਰਾਂਗੇ ਇਹਦੇ ਬਾਰੇ। ਹਾਂਜੀ, ਇਹਦਾ ਕਰ ਰਹੇ ਹਾਂ। ਤੇ ਉਹ ਸਾਡੀ ਰੈਗੂਲੇਸ਼ਨ ਹੋਣ ਨਾਲ ਕੀ ਮਤਲਬ ਕਿ ਵੀ ਆਰ ਆਨਸਰੇਬਲ ਟੂ ਸਮਵਨ। ਠੀਕ ਹੈ, ਤੇ ਸਟੂਡੈਂਟਸ ਵਾਸਤੇ ਇਹ ਬੜਾ ਸੁਨਹਿਰੀ ਮੌਕਾ, ਗੋਲਡਨ ਚਾਂਸ ਹੈਗਾ ਤੇ ਉਹ ਡੋਂਟ ਪੈਨਿਕ ਨਾ ਹੋਣ। ਠੀਕ ਹੈ, ਪਬਲਿਕ ਪਾਲਿਸੀ ਆ ਗਈ ਹੈ ਬਟ ਉਹਦੀਆਂ ਡਿਟੇਲਸ ਅਜੇ ਨਹੀਂ ਆਈਆਂ ਕਿ ਕਿੱਦਾਂ ਅਪਲਾਈ ਕਰਨਾ ਤੇ ਕੀ ਰਿਕੁਆਇਰਮੈਂਟਸ ਹੈ। ਠੀਕ ਹੈ, ਉਹ ਪੈਨਿਕ ਨਾ ਕਰਨ ਤੇ ਆਪਾਂ ਹੌਲੀ ਹੌਲੀ ਇਹਦੀ ਡਿਸਕਸ਼ਨਸ ਕਰਦੇ ਹਾਂ। ਬਿਲਕੁਲ ਜੀ, ਤੁਸੀਂ ਸਟੂਡੈਂਟਸ ਲਈ ਵੀ ਇੱਕ ਬਹੁਤ ਵੱਡਾ ਉਪਰਾਲਾ ਲੈ ਕੇ ਆਏ ਹੋ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜ ਗਏ ਨੇ। ਸੋ ਪਹਿਲੀ ਕਾਲ ਅਸੀਂ ਪ੍ਰੋਗਰਾਮ ਦੀ ਅਟੈਂਡ ਕਰਦੇ ਹਾਂ। ਮੈਂ ਸਰਵਰ ਟੀਮ ਨੂੰ ਕਹੂੰਗੀ ਕਿ ਕਰਕੇ ਕਾਲਸ ਭੇਜਣੀਆਂ ਸ਼ੁਰੂ ਕਰਨ ਤੇ ਉਸ ਦੇ ਬਾਰੇ ਜ਼ਰੂਰ ਅਸੀਂ ਜਾਣਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਕੈਲਗਰੀ ਤੋਂ ਬੋਲਦੇ ਹਾਂ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਸਾਡਾ ਤੋਂ ਹਟ ਕੇ ਸਾਡਾ ਸਵਾਲ ਅਸੀਂ ਪੁੱਛਣਾ ਚਾਹੁੰਦੇ ਹਾਂ ਲੋਟਰੀ ਸਿਸਟਮ ਬਾਰੇ। ਇਹ ਲੋਟਰੀ ਸਿਸਟਮ ਸਾਡਾ ਨਾਂ ਨਹੀਂ ਆਉਂਦਾ, ਮੇਰੀਆਂ 2 ਬੇਟੀਆਂ ਪਿੱਛੇ ਕੋਈ ਹੈ ਨਹੀਂਗਾ ਤੇ ਕੋਈ ਹੋਰ ਤਰੀਕਾ ਹੈਗਾ ਫਾਈਲ ਲਾਉਣ ਦਾ? ਕਿਸ ਚੀਜ਼ ਦੀ ਤੁਸੀਂ ਫਾਈਲ ਜਾਣਨਾ ਚਾਹੁੰਦੇ ਹੋ ਲੋਟਰੀ ਸਿਸਟਮ ਦੇ ਵਿੱਚ? ਹਾਂਜੀ, ਪੇਰੈਂਟਸ ਦੀ। ਸਰ ਤੁਸੀਂ ਕੁਝ ਪੁੱਛਣਾ ਜਾਂ ਪਾ ਸਕਦੇ ਹੋ? ਨਹੀਂ, ਮੈਂ ਕੁਇਕਲੀ ਆਨਸਰ ਦੇ ਦਿੰਦਾ। ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਹਾਂਜੀ, ਦੇਖੋ ਪੇਰੈਂਟਸ ਇੱਥੇ ਲਿਆਉਣ ਵਾਸਤੇ ਵਿਜ਼ਟਰ ਵੀਜ਼ੇ ਤੇ ਇੱਕ ਸੁਪਰ ਵੀਜ਼ਾ ਹੈਗਾ। ਜੇ ਥੋੜਾ ਲੋਟੇਜ ਨਹੀਂ ਨਾਮ ਆਉਂਦਾ ਤੁਸੀਂ ਸੁਪਰ ਵੀਜ਼ਾ ਅਪਲਾਈ ਕਰਕੇ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹੋ। ਜੀ ਬਿਲਕੁਲ। ਤੇ ਸਰ ਮੈਂ ਇੱਕ ਸਟੂਡੈਂਟਸ ਲਈ ਤੁਸੀਂ ਉਪਰਾਲਾ ਕਰ ਰਹੇ ਹੋ। ਇੱਕ ਪਾਸੇ ਹੈ ਕਿ ਬਹੁਤ ਥਾਵਾਂ ਦੇ ਉੱਤੇ ਸਟੂਡੈਂਟਸ ਦੀ ਲੁੱਟ ਖਸੁੱਟ ਹੋ ਰਹੀ ਹੈ, ਦੂਜੇ ਪਾਸੇ ਤੁਸੀਂ ਸਟੂਡੈਂਟਸ ਲਈ ਇੱਕ ਵੱਡਾ ਉਪਰਾਲਾ ਸ਼ੁਰੂ ਕੀਤਾ ਹੈ, ਕੀ ਹੈ ਉਹ? ਹਾਂਜੀ, ਇਹ ਸਟੂਡੈਂਟਸ ਵਾਸਤੇ ਹੈਗਾ ਜੀ। ਸਾਡੇ ਕੋਲ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਵੀ ਸਟੂਡੈਂਟ ਸੀਗਾ ਤੇ ਮੈਨੂੰ ਕਾਫੀ ਸਟੂਡੈਂਟਸ ਲਈ ਇੱਕ ਸੌਫਟ ਕਾਰਨਰ ਹੈਗਾ। ਸਾਡੇ ਕੋਲ ਡਾਇਰੈਕਟ ਕਾਲਜਿਸ ਯੂਨੀਵਰਸਿਟੀ ਜਿਹੜੀ ਅਸੀਂ ਡਾਇਰੈਕਟਲੀ ਰਿਪਰੈਜ਼ੈਂਟ ਕਰਦੇ ਹਾਂ ਤੇ ਉਹਦੇ ਨਾਲ ਕੀ ਹੈ ਕਿ ਅਸੀਂ ਸਟੂਡੈਂਟਸ ਨੂੰ ਸਕਾਲਰਸ਼ਿਪ ਦੇ ਰਹੇ ਹਾਂ। ਜਿਹੜਾ ਸਟੂਡੈਂਟ ਸਾਡੇ ਦੇ ਥਰੂ ਐਡਮਿਸ਼ਨ ਲੈਂਦਾ ਕਾਲਜਿਸ ਵਿੱਚ ਓਨਟਾਰੀਓ, ਅਲਬਰਟਾ, ਐਨੀਵੇਅਰ ਇਨ ਕੈਨੇਡਾ, ਉਹ ਇੱਥੇ ਪੜ੍ਹਾਈ ਕਰਦਾ ਪੂਰੀ, ਉਹਨੂੰ ਅਸੀਂ $1,313 ਦੀ ਸਕਾਲਰਸ਼ਿਪ ਆਪਣੀ ਕੰਪਨੀ ਵੱਲੋਂ ਦੇ ਰਹੇ ਹਾਂ। ਕੀ ਬਾਤ ਹੈ। ਠੀਕ ਹੈ, ਉਹ ਇਸ ਕਰਕੇ ਵੀ ਦੇ ਰਹੇ ਹਾਂ ਕਿ ਜਿਵੇਂ ਹੁਣ ਦੂਸਰੇ ਦੇਸ਼ਾਂ 'ਚੋਂ ਆਊਟ ਆਫ ਕੈਨੇਡਾ ਲੋਕ ਆਉਂਦੇ ਆ ਪੈਸੇ ਦੇ ਕੇ। ਠੀਕ ਹੈ, ਆਫਟਰ ਵੀਜ਼ਾ ਤੁਸੀਂ ਲੈ ਲਓ, ਇਹ ਕਰ ਲਓ, ਉਹ ਕਰ ਲਓ। ਪਲੀਜ਼ ਉਸ ਚੱਕਰ 'ਚ ਨਾ ਪਾਓ। ਠੀਕ ਹੈ, ਇੱਥੇ ਸਿੱਧੇ ਰਸਤੇ ਨਾਲ ਆਓ। ਠੀਕ ਹੈ, ਹੁਣ ਮੈਂ ਗੱਲ ਕਰ ਰਿਹਾ ਇੰਡੀਆ ਦੀ, ਲੋਕ ਇੱਥੋਂ ਆਉਂਦੇ, ਠੀਕ ਹੈ, ਪ੍ਰਾਈਵੇਟ ਕਾਲਜਿਸ ਵਿੱਚ ਜਾ ਰਹੇ ਨੇ। ਠੀਕ ਹੈ, ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿਉਂ ਆ ਰਹੇ ਪ੍ਰਾਈਵੇਟ ਕਾਲਜਿਸ। ਠੀਕ ਹੈ, ਕੋਈ ਵੀ ਬੱਚਾ ਇੱਥੇ ਆਉਂਦਾ, ਮੋਸਟਲੀ ਆਪਣੀ ਕੰਟਰੀ 'ਚੋਂ ਬੱਚੇ ਆਉਂਦੇ ਆ, ਉਹ ਪੜ੍ਹਨ ਆਉਂਦੇ ਆ, ਫਿਰ ਇੱਥੇ ਉਹਨਾਂ ਨੇ ਆਪਣਾ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਹੈ। ਇਹ ਇੱਕ ਪਾਥਵੇ ਹੈ। ਠੀਕ ਹੈ, ਜਿਹੜਾ ਸਟੂਡੈਂਟ ਨੂੰ ਪਤਾ ਹੋਣਾ ਚਾਹੀਦਾ। ਪਹਿਲਾਂ ਸਟੂਡੈਂਟ ਆਊਗਾ, ਫਿਰ PGWP ਲਊਗਾ, ਫਿਰ ਇੱਕ ਸਪੈਸੀਫਾਈਡ ਜੌਬ ਕਰੂਗਾ, ਫਿਰ ਉਹ PR ਕਰੂਗਾ। ਬਟ ਇਨ ਦ ਬਿਗਨਿੰਗ ਜੇ ਤੁਸੀਂ ਪ੍ਰਾਈਵੇਟ ਕਾਲਜ 'ਚ ਸਟੱਡੀ ਕਰ ਰਹੇ ਹੋ, ਠੀਕ ਹੈ,
ਤੇ ਤੁਹਾਨੂੰ PGWP ਨਹੀਂ ਮਿਲਣਾ, ਤੁਹਾਡੇ ਪੈਸੇ ਵੇਸਟ ਗਏ। ਇਸ ਕਰਕੇ ਮੈਂ ਸਟੂਡੈਂਟਸ ਨੂੰ ਥੋੜਾ ਜਿਹਾ ਅਸੀਂ ਤਾਂ ਕੀਤਾ ਕਿ ਇੱਕ ਤਾਂ ਚਲੋ ਫਾਈਨੈਂਸ਼ੀਅਲ ਹੈਲਪ ਹੋਊਗੀ ਡਿਊ ਟੂ ਕੋਵਿਡ, ਤੇ ਇਹ ਜਿਹੜੀ ਆਫਰ ਹੈ ਸਾਡੀ ਆਫਸ਼ੋਰ ਔਨਸ਼ੋਰ, ਜਿਹੜੇ ਸਟੂਡੈਂਟ ਇੱਥੇ ਵੀ ਹੈਗੇ ਆ ਜਿਨ੍ਹਾਂ ਨੇ 1 ਸਾਲ ਦਾ ਕੋਰਸ ਕਰ ਲਿਆ ਤੇ 1 ਸਾਲ ਦਾ ਦੂਸਰਾ ਕਰਨਾ, ਉਹ ਵੀ ਇਸ ਦਾ ਲਾਭ ਉਠਾ ਸਕਦੇ ਬਿਲਕੁਲ ਬਿਲਕੁਲ ਜੀ। ਸੋ $1313 ਦੀ ਸਟੂਡੈਂਟਸ ਨੂੰ ਮਿਲ ਰਹੀ ਹੈ ਇੱਥੇ ਸਕਾਲਰਸ਼ਿਪ, ਜੇਕਰ ਤੁਸੀਂ ਆਲਵੇ ਇਮੀਗ੍ਰੇਸ਼ਨ ਤੋਂ ਤੁਸੀਂ ਆਪਣਾ ਫਾਈਲ ਲਗਵਾਉਂਦੇ ਹੋ। ਸੋ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਫਿਰ ਅਸੀਂ ਆਪਾਂ ਜਿਹੜਾ ਪ੍ਰੋਗਰਾਮ ਉਹਦੀ ਵੀ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ, ਤੁਸੀਂ ਨੈਕਸਟ ਟਾਈਮ ਦੁਬਾਰਾ ਕਾਲ ਕਰ ਸਕਦੇ ਹੋ। ਤੇ ਇੱਕ ਮੈਂ ਹੋਰ ਐਡ ਕਰਨਾ ਸਕਾਲਰਸ਼ਿਪ ਕਾਲਰ ਇੱਕ ਹੋਰ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਅਸੀਂ ਕੈਲਗਰੀ ਤੋਂ ਗੱਲ ਕਰ ਰਹੇ ਹਾਂ। इसमें मेरा क्वेश्चन है कि मेरे पेरेंट्स का ना परमानेंट रेजिडेंसी के पेपर आए थे लाइक इंडिया के ਵਿੱਚ फरवरी ਵਿੱਚ। ਹਾਂਜੀ, ਤੇ ਇਹ ਇਹਨਾਂ ਨੂੰ ਕੋਰੋਨਾ ਕਰਕੇ ਉਧਰ ਹੀ ਰੁਕਣਾ ਪੈ ਗਿਆ। ਸੋ ਲਾਈਕ ਉਹ 6 ਮੰਥ ਸਹੀ ਸੀ ਐਂਡ ਐਕਸਪਾਇਰ ਹੋ ਗਿਆ ਉਹ ਜਾ ਕੇ ਆਈ ਥਿੰਕ ਜੂਨ ਦੇ ਵਿੱਚ। ਤੇ ਇਹਨਾਂ ਕੋਲ ਸੁਪਰਵਾਈਜ਼ਰ ਸੀ, ਇਹ ਕੈਨੇਡਾ ਆ ਗਿਆ ਆਫਟਰ ਦੈਟ ਲਾਈਕ 7 ਮੰਥ ਔਰ 8 ਮੰਥ ਦੇ ਵਿੱਚ। ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਇਹਨਾਂ ਦੇ ਪੇਪਰ ਦੀ, ਲਾਈਕ ਉਹਨਾਂ ਨੇ ਕੁਝ ਨਹੀਂ ਭੇਜਿਆ। ਉਹਦੇ ਵਿੱਚ ਪੁੱਛਣਾ ਸੀ ਕਿ ਲਾਈਕ ਕੁਝ ਅਪਡੇਟਸ ਹੈਗੀਆਂ ਨੇ, ਉਹ ਕਦੋਂ ਮਤਲਬ ਦੁਬਾਰਾ PR ਵਾਲੇ ਪੇਪਰ ਕੱਢ ਰਹੇ ਨੇ ਹਨ। ਆਪਾਂ ਟੀਵੀ ਸਕਰੀਨ ਤੇ ਆਨਸਰ ਦੇਈਏ, ਕੁਝ ਪੁੱਛਣਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਇੱਕ ਕਾਲਰ ਹੋਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਸਾਡੇ ਬੇਟਾ ਇੱਕ ਆਏ ਆ ਵਿਜ਼ਟਰ ਵੀਜ਼ੇ ਤੇ, ਵਿਜ਼ਟਰ ਵੀਜ਼ਾ ਤੇ ਜੀ। ਹਾਂਜੀ, ਤਾਂ ਉਹ ਪਹਿਲਾਂ ਜਿਸ ਟਾਈਮ ਆਇਆ ਤਾਂ ਉਹਨੇ ਆਪਣਾ ਵਰਕ ਪਰਮਿਟ ਲੈ ਲਿਆ 2 ਸਾਲ ਦਾ। ਤਾਂ ਉਹ ਤੋਂ ਬਾਅਦ ਫਿਰ ਉਹਨੂੰ ਮਿਲਿਆ ਨਹੀਂ ਹੈਗਾ। ਓਕੇ, ਤਾਂ ਹੁਣ ਉਹਦੀ ਫਾਈਲ ਦਾ ਪੱਕਾ ਹੋਣ ਦੀ ਲੱਗੀ ਜਾਂ ਕਿੱਦਾਂ ਨਹੀਂ ਜੀ? ਇਸ ਟਾਈਮ ਉਹਨਾਂ ਦਾ ਕੀ ਸਟੇਟਸ ਆ ਜੀ? ਤੁਸੀਂ ਕਿਹਾ ਉਹਨਾਂ ਦਾ ਰਿਫਿਊਜ਼ ਹੋ ਗਿਆ ਸੀਗਾ? ਹਾਂਜੀ ਹਾਂਜੀ ਹਾਂਜੀ। ਹੁਣ ਇਸ ਵਕਤ ਉਹਨਾਂ ਦਾ ਕੀ ਸਟੇਟਸ ਹੈਗਾ? ਉਹ ਵਿਜ਼ਟਰ ਵੀਜ਼ਾ ਤੇ ਹੀ ਨਹੀਂ ਜਾਂ ਵਰਕ ਪਰਮਿਟ ਤੇ ਨੇ? ਨਾ ਨਾ ਨਾ, ਹੁਣ ਕਾਸੀ ਦੇ ਵੀ ਹੈ ਨਹੀਂ ਜੀ। ਨਹੀਂ, ਉਹ ਕੈਨੇਡਾ ਚ ਹੈ। ਵੀਜ਼ਾ ਤਾਂ ਹੈਗਾ ਉਹਦਾ ਜੀ, ਕੈਨੇਡਾ ਦੇ ਵਿੱਚ ਹੀ ਨੇ ਜੀ ਉਹ? ਹਾਂ, ਕੈਨੇਡਾ ਦੇ ਵਿੱਚ ਹੀ ਆ, ਵੀਜ਼ਾ ਹੈਗਾ ਆ। ਤਾਂ ਹੁਣ ਉਹਦਾ ਵਰਕ ਪਰਮਿਟ ਉਸ ਟਾਈਮ ਨਹੀਂ ਮਿਲਿਆ, ਤਾਂ ਕਰਕੇ ਆ ਜੀ। ਮੈਂ ਸ਼ਾਰਟ ਦੱਸ ਦਿੰਦਾ, ਬਾਕੀ ਤੁਸੀਂ ਕਾਲ ਕਰ ਲਿਓ ਸਾਡੇ ਆਫਿਸ। ਇਹ ਜੇ ਇਹਨਾਂ ਦਾ ਆਊਟ ਆਫ ਸਟੇਟਸ ਹੈਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਰੈਸਟੋਰੇਸ਼ਨ ਕਰਨੀ ਪੈਣੀ ਹੈ ਨਾ, ਇਹ ਸਟੇਟਸ ਵਿੱਚ ਹੋਣੇ ਚਾਹੀਦੇ, ਵੈਲਿਡ ਸਟੇਟਸ ਵਿੱਚ। ਤੇ ਬਾਕੀ ਇਨਫੋਰਮੇਸ਼ਨ ਤੁਸੀਂ ਹਾਂਜੀ ਮੈਨੂੰ ਕਾਲ ਕਰ ਲਿਓ, ਸਾਡੇ ਨੰਬਰ ਡਿਸਪਲੇ ਹੋ ਰਹੇ ਨੇ। ਬਿਲਕੁਲ ਜੀ, ਠੀਕ ਹੈ। ਤੇ ਜੇ ਉਹਨਾਂ ਦਾ ਹਾਂਜੀ ਵੈਲਿਡ ਐਕਸਪੀਰੀਅੰਸ ਹੈਗਾ ਤਾਂ ਇਸ ਪਬਲਿਕ ਪਾਲਿਸੀ ਵਿੱਚ ਵੀ ਕਰ ਸਕਦੇ ਆ। ਬਿਲਕੁਲ। ਸੋ ਇਸ ਜਿਹੜੀ ਨਵੀਂ ਪਾਲਿਸੀ ਹੈ ਸਰ, ਉਹਦਾ ਵੀ ਫਾਇਦਾ ਚੁੱਕ ਸਕਦੇ ਨੇ। ਤੁਸੀਂ ਪ੍ਰੋਗਰਾਮ ਤੋਂ ਬਾਅਦ ਸਰ ਨੂੰ ਕਾਲ ਕਰ ਲਿਓ, ਮੇਰੇ ਖਿਆਲ ਚ ਉਹਨਾਂ ਦੇ ਚਾਂਸਸ ਜੇ ਹੈਗੇ ਬਣ ਸਕਦੇ ਆ, ਤਾਂ ਤੁਸੀਂ ਜ਼ਰੂਰ ਇਹ ਓਪਰਚੁਨਿਟੀ ਗ੍ਰੈਬ ਕਰਿਓ। ਸ਼ੁਕਰੀਆ ਜੀ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਤਰੁਣ ਜੀ, ਅਸ਼ੋਕ ਬੋਲਦਾ ਮੈਂ ਬ੍ਰੈਂਪਟਨ ਤੋਂ। ਸਰ ਉਹਨਾਂ ਨੂੰ ਇਹ ਪੁੱਛਣਾ ਸੀਗਾ ਵੀ ਜਿੱਦਾਂ PCC ਜਿਹੜੀ ਹੈਗੀ ਆ ਉਹ ਆਪਾਂ ਡਾਇਰੈਕਟ ਇੰਡੀਆ ਤੋਂ ਵੀ ਕਰਵਾ ਸਕਦੇ ਆ, ਜਿੱਦਾਂ ਆਪਣੇ ਪਾਸਪੋਰਟ ਦੀ ਡਿਟੇਲ ਔਰ ਫੋਟੋਗ੍ਰਾਫ ਭੇਜ ਕੇ ਉੱਥੋਂ ਇੰਡੀਆ ਤੋਂ ਕਰਵਾ ਲਈਏ, ਕੋਈ ਦਿੱਕਤ ਤਾਂ ਨਹੀਂ? ਉਹ ਵਾਲੀ ਸਿੱਧੀ ਆਪਾਂ ਨੂੰ ਜਿੱਦਾਂ 2-4 ਦਿਨਾਂ ਦੇ ਵਿੱਚ ਇਹ ਸਕੈਨ ਕਾਪੀ ਆ ਜਾਊਗੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਆ PR ਦਾ ਪੂਰਾ ਕੰਸੈਪਟ ਕਰਨ ਲਈ ਕੋਈ ਇੱਥੇ ਕੰਸਲਟੈਂਟ 1500 ਤੋਂ ਲੈ ਕੇ 3500 ਤੱਕ ਮੰਗਦਾ ਪਿਆ, ਕੋਈ 1500 ਮੰਗਦਾ ਪਿਆ, ਕੋਈ 2000, ਕੋਈ 3500 ਮੰਗਦਾ ਪਿਆ। ਇਹਦੇ ਬਾਰੇ ਵੀ ਸਾਰਿਆਂ ਨੂੰ ਦੇ ਦਿਓ ਜਾਣਕਾਰੀ। ਦੇਖੋ ਅਸ਼ੋਕ ਜੀ, ਅੱਜ ਜਿਹੜੀ ਆ ਲੁੱਟ ਖਸੁੱਟ ਹੋ ਰਹੀ ਹੈ ਨਾ, ਇਹਦੇ ਬਾਰੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਬਲਿਕ ਪ੍ਰੋਗਰਾਮ ਦੇ ਨਾਮ ਦੇ ਉੱਤੇ ਪੈਨਿਕ ਨਾ ਹੋਣ ਸਟੂਡੈਂਟਸ। ਸੋ ਪੂਰੀ ਡਿਟੇਲ ਦੇ ਵਿੱਚ ਅੱਜ ਦਾ ਪ੍ਰੋਗਰਾਮ ਦੇਖਿਓ, ਤੁਹਾਨੂੰ ਡਿਟੇਲ ਚ ਦੀ ਜਾਣਕਾਰੀ ਅਸੀਂ ਜ਼ਰੂਰ ਦੇਵਾਂਗੇ। ਬਾਕੀ ਸ਼ੁਕਰੀਆ ਜੀ ਕਾਲ ਤੁਸੀਂ ਕੁਝ ਇਹ ਵੀ ਕਰਨ ਜੀ ਜ਼ਰੂਰ ਦੱਸ ਦਿਓ ਕਿ 1500 ਤੋਂ 3500 ਤੱਕ ਕਿਹਦੇ ਨੂੰ ਕਰਵਾ ਲਈਏ। 1500 ਵਾਲਾ ਠੀਕ ਹੈਗਾ ਕਿ 3500 ਵਾਲਾ ਠੀਕ ਹੈਗਾ, ਇਹ ਜ਼ਰੂਰ ਕਰਾ ਦਿਓ। ਤੇ ਨਾਲੇ ਉਹ BLS ਦੇ ਥਰੂ ਜਦੋਂ ਆਪਾਂ PCC ਕਰਵਾਉਣ ਜਾਈਦਾ ਆ, ਉਹਨਾਂ ਦਾ ਪੇਜ ਨਹੀਂ ਖੁੱਲਦਾ। ਤਾਂ ਹੀ ਮੈਂ ਪੁੱਛਿਆ ਸੀਗਾ ਵੀ ਡਾਇਰੈਕਟ PCC ਆਪਾਂ ਇੰਡੀਆ ਤੋਂ ਮੰਗਵਾ ਲਈਏ, ਕੋਈ ਦਿੱਕਤ ਹੈ? ਇਹ ਸਰ ਉਹਨਾਂ ਨੂੰ ਪੁੱਛਦੇ ਜੀ। ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਬਸ ਮੈਂ ਇਨਫੋਰਮੇਸ਼ਨ ਦੇਣਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਕਾਲਸ ਲਗਾਤਾਰ ਆ ਰਹੀਆਂ ਨੇ, ਤੁਸੀਂ ਆਪਾਂ ਇੱਕ ਇੱਕ ਕਰਕੇ ਆਨਸਰ ਦੇਣਾ ਸ਼ੁਰੂ ਕਰਦੇ ਹਾਂ। ਠੀਕ ਹੈ। ਸੋ ਲਾਸਟ ਮੈਂ ਕੁਐਸਚਨ ਲੈ ਰਹੀ ਹਾਂ, ਉਸ ਤੋਂ ਬਾਅਦ 5 ਮਿੰਟ ਲਈ ਅਸੀਂ ਕਾਲਸ ਹੋਲਡ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਸਰ। ਪਹਿਲਾਂ ਜਿਨ੍ਹਾਂ ਨੇ ਕੈਲਗਰੀ ਤੋਂ ਕਾਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਪੇਰੈਂਟਸ ਦੀ PR ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਸੀ। ਹਾਂਜੀ, PR ਦਾ ਜਿਹੜਾ ਟਾਈਮ ਹੈ ਜੀ, ਸਾਰੀਆਂ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਸੈਸਿੰਗ ਹੈ ਡਿਊ ਟੂ ਕੋਵਿਡ ਸਾਰੀਆਂ ਅਨਪ੍ਰੈਡਿਕਟੇਬਲ ਹੈ। ਠੀਕ ਹੈ, ਉਹਦਾ ਬੈਟਰ ਇਹੀ ਹੈ ਜੇ ਉਹ ਇੱਥੇ ਨੇ ਤੇ ਤੁਸੀਂ ਵੇਟ ਕਰੋ। ਠੀਕ ਹੈ, ਉਹ ਤੋਂ ਇਲਾਵਾ ਕੋਈ ਉਹ ਨਹੀਂ ਹੈ। ਕੋਈ ਵੈਬ ਫਾਰਮ ਤੁਸੀਂ ਭਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ, ਬਟ ਅਦਰਵਾਈਜ਼ ਬੜਾ ਅਨਪ੍ਰੈਡਿਕਟੇਬਲ ਅੱਜ ਕੱਲ੍ਹ ਟਾਈਮ ਕੋਵਿਡ ਕਰਕੇ ਜੀ। ਨੈਕਸਟ ਵਿਜ਼ਟਰ ਵੀਜ਼ਾ ਤੇ ਜਿਨ੍ਹਾਂ ਨੇ ਕਿਹਾ ਸੀ ਕਿ ਲੜਕਾ ਉਹਨਾਂ ਦਾ ਤੁਸੀਂ ਇਹਦਾ ਸੌਰੀ ਰਿਪਲਾਈ ਕਰ ਚੁੱਕੇ ਹੋ। ਅਸ਼ੋਕ ਦਾ ਹੁਣ ਜਿਵੇਂ ਸੀ ਕਿ ਡਾਇਰੈਕਟ ਇੰਡੀਆ ਤੋਂ PCC ਕਰਵਾਈ ਜਾ ਸਕਦੀ ਹੈ। ਦੇਖੋ PCC ਜੇ ਤਾਂ ਤੁਸੀਂ ਇਸ ਪਬਲਿਕ ਪਾਲਿਸੀ ਵਾਸਤੇ ਕਰਾਣੀ ਆ ਤਾਂ ਮੈਂ ਕਹੂੰਗਾ ਵੇਟ ਕਰੋ ਹਜੇ, ਕਿਉਂਕਿ ਹਜੇ ਆਪਾਂ ਨੂੰ ਪਤਾ ਹੀ ਨਹੀਂ ਕਿ ਕੀ ਇੰਸਟਰਕਸ਼ਨਸ ਆ। ਠੀਕ ਹੈ, ਦੇਖੋ ਹੁਣ ਆਇਲਟਸ ਆਪਾਂ ਦੇਖਿਆ ਕਿ BLS ਉਹਨਾਂ ਨੇ ਖੁਦ ਦੱਸਿਆ ਹੈ ਨਾ, ਉਹ ਇਸੇ ਕਰਕੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਤੇ ਇਗਨੋਰੈਂਸ ਵਿੱਚੋਂ ਕਰੀ ਜਾਂਦੇ ਉਹਦੇ ਨਾਲ ਕੀ ਹੈ ਕਿ ਸਾਈਟਸ ਰਸ਼ ਹੋ ਰਿਹਾ। ਠੀਕ ਹੈ, PCC ਮੈਂ ਤੁਹਾਨੂੰ ਇਹ ਕਹੂੰਗਾ ਹਜੇ ਨਾ ਕਰਵਾਓ, ਬਟ
ਜਦੋਂ ਵੀ 1-2 ਦਿਨਾਂ 'ਚ ਹੋਰ ਆਪਾਂ ਨੂੰ ਇਨਫੋਰਮੇਸ਼ਨ ਆਊਗੀ ਤਾਂ ਫਿਰ ਆਪਾਂ ਦੱਸਾਂਗੇ। ਹਜੇ ਸਿਰਫ ਇਹੀ ਡਿਕਲੇਅਰ ਹੋਇਆ ਕਿ ਇਹ ਆਪਾਂ ਲੈਣੇ ਆ ਬੰਦੇ, ਹੁਣ ਕਿਸ ਤਰ੍ਹਾਂ ਲੈਣੇ ਆ ਉਹ ਨਹੀਂ ਪਤਾ। ਹੁਣ ਥੋੜਾ ਜਿਹਾ ਆਪਾਂ ਟੌਪਿਕ ਦੇ ਉੱਤੇ ਆਈਏ, ਅੱਜ ਦੇ ਟੌਪਿਕ ਦੇ ਉੱਤੇ। ਸੋ ਦਰਸ਼ਕਾਂ ਨੂੰ ਵੀ ਇਹ ਕਵਾਂਗੇ ਕਿ 5 ਮਿੰਟ ਬਾਅਦ ਤੁਸੀਂ ਕਾਲਸ ਕਰਨੀਆਂ ਸਟਾਰਟ ਕਰ ਸਕਦੇ ਹੋ ਤਾਂ ਕਿ ਟੌਪਿਕ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ। ਇਸ ਵਕਤ ਬੜੇ ਪੈਨਿਕ ਹੋਏ ਨੇ ਸਟੂਡੈਂਟਸ ਖਾਸ ਤੌਰ ਦੇ ਉੱਤੇ। ਸਰ, ਪਹਿਲਾਂ ਤਾਂ ਇਹ ਪਬਲਿਕ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ, 90,000 ਇਨਵੀਟੇਸ਼ਨਸ ਆਏ ਨੇ, ਇਹ ਕੀ ਹੈ? ਜੇ ਥੋੜਾ ਜਿਹਾ ਆਪਾਂ ਡਿਟੇਲ 'ਚ ਇਹਦੀ ਜਾਣਕਾਰੀ ਲਈਏ, ਕੌਣ ਇਹਦੇ ਲਈ ਐਲੀਜੀਬਲ ਹੋ ਸਕਦਾ ਹੈ? ਹਾਂਜੀ ਜੀ ਸਰ। ਓਕੇ, ਪਬਲਿਕ ਪਾਲਿਸੀ ਦੇਖੋ, ਇੱਕ ਤਾਂ ਇਹ ਹੈ ਕਿ ਸਟੂਡੈਂਟਸ ਵਾਸਤੇ, ਜਿਹੜੇ ਸਟੂਡੈਂਟਸ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਉਹਨਾਂ ਨੇ ਜਨਵਰੀ 2017 ਤੋਂ ਬਾਅਦ, ਠੀਕ ਹੈ, ਉਹਨਾਂ ਨੂੰ ਕੋਈ ਜੌਬ ਆਫਰ ਨਹੀਂ ਚਾਹੀਦੀ, ਜੌਬ ਆਫਰ ਚਾਹੀਦੀ ਹੈ, ਉਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਚਾਹੀਦਾ, ਠੀਕ ਹੈ। ਇਹ 'ਚ 40,000 ਐਪਲੀਕੇਸ਼ਨ ਲੈਣੀਆਂ ਉਹਨਾਂ ਨੇ। ਦੂਸਰੀ ਹੈਗੀ ਹੈ ਜਿਨ੍ਹਾਂ ਨੂੰ 1 ਸਾਲ ਦਾ ਐਕਸਪੀਰੀਅੰਸ ਘੱਟੋ ਘੱਟ ਹੈਗਾ, ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੀਗੇ। ਹੁਣ ਜਿਹੜਾ ਐਕਸਪੀਰੀਅੰਸ ਉਹ ਵੈਲਿਡ ਸਟੇਟਸ ਹੋਣਾ ਚਾਹੀਦਾ। ਈਦਰ ਉਹ ਸਪਾਊਸਲ ਓਪਨ ਵਰਕ ਪਰਮਿਟ ਤੇ ਸੀਗੇ, ਕੋਈ ਓਪਨ ਵਰਕ ਪਰਮਿਟ ਸੀ, ਕੋਈ LMIA ਸੀ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਸੀ। ਉਹ ਡਿਫਰੈਂਟ ਨੌਕਸ ਹੈ, ਕੰਬਾਈਨਡ 50,000 ਐਪਲੀਕੇਸ਼ਨ ਹੈ, ਉਹ ਅਲੱਗ-ਅਲੱਗ ਨੌਕ ਕੋਡਸ ਹੈਗੀਆਂ, ਪਬਲਿਕ ਪਾਲਿਸੀ 'ਚ ਹੈਗੀਆਂ। ਤੁਸੀਂ ਦੇਖ ਵੀ ਸਕਦੇ ਹੋ ਜਾਂ ਸਾਨੂੰ ਕਾਲ ਕਰ ਸਕਦੇ ਹੋ ਐਗਜ਼ੈਕਟਲੀ ਦੇਖ ਕੇ ਕਿ ਤੁਸੀਂ ਕਿਹੜੀ ਨੌਕ ਕੋਡ 'ਚ ਕਰਦੇ ਹੋ, ਉਹਦੇ ਵਿੱਚ ਹੈਗੀ ਹੈ ਕਿ ਨਹੀਂ, ਮੋਸਟਲੀ ਹੈਗੀਆਂ ਨੇ। ਤੇ ਸਰ, ਇਹਦੇ ਲਈ ਆਇਲਸ ਦੀ ਜੇ ਗੱਲ ਕੀਤੀ ਜਾਵੇ, ਕਿਉਂਕਿ ਆਇਲਸ ਨੂੰ ਲੈ ਕੇ ਜਿਵੇਂ ਹੁਣੀ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਪੈਨਿਕ ਹੋ ਗਏ ਨੇ ਸਟੂਡੈਂਟਸ, ਪੇਪਰ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਬੁੱਕ ਨਹੀਂ ਹੋ ਰਿਹਾ, ਤੇ ਕਈ ਲੋਕ ਉਹਨਾਂ ਤੋਂ ਪੇਪਰ ਬੁੱਕ ਕਰਾਉਣ ਦੇ ਬਦਲੇ ਜਿਹੜਾ ਆ $2,500 ਤੋਂ $3,000 ਤੱਕ ਦੀ ਬਿਲਕੁਲ ਲੈ ਰਹੇ ਜੀ, ਬਿਲਕੁਲ ਇਹਦੇ ਬਾਰੇ ਚਾਨਣਾ ਪਾਇਆ। ਹਾਂਜੀ, ਬਿਲਕੁਲ ਜੀ। ਦੇਖੋ, ਇਹਦੀ ਰਿਕੁਆਇਰਮੈਂਟ ਹੈਗੀ ਲੈਂਗੁਏਜ ਦੀ CLB5 ਤੇ CLB4। ਦੈਟ ਮੀਨਸ ਕਿ ਆਪਾਂ ਨੂੰ ਆਇਲਸ ਚਾਹੀਦਾ, ਵੀ ਹੈਵ ਟੂ ਪ੍ਰੂਵ ਕਿ ਸਾਡੇ ਕੋਲ ਇਹ ਹੈਗੀ ਆ। ਹੁਣ ਜਿਹਨੇ ਤਾਂ ਬੁੱਕ ਕਰਵਾ ਲਿਆ ਉਹ ਦੈਟਸ ਓਕੇ, ਉਹ ਕਰਾ ਸਕਦਾ। ਜਿਹਦੀ ਹੁਣ ਨਹੀਂ ਬੁੱਕ ਹੋਈ, ਅਨਫੋਰਚੂਨੇਟਲੀ, ਮਤਲਬ ਉਹਦੇ 'ਚ ਆਪਾਂ ਕੁਝ ਨਹੀਂ ਕਰ ਸਕਦੇ। ਉਹਦੇ 'ਚ ਆਪਾਂ ਨੂੰ ਤਾਂ ਹੀ ਫਾਇਦਾ ਕਿ ਜਿਵੇਂ ਹੁਣ ਮਈ 6 ਨੂੰ ਸ਼ੁਰੂ ਹੋਣਾ, 40,000 ਐਪਲੀਕੇਸ਼ਨਸ ਆ ਜਾਂ 50,000 ਐਪਲੀਕੇਸ਼ਨਸ ਆ। ਜੇ ਤਾਂ ਇਹ ਜਿਹੜਾ ਪੂਲ ਹੈਗਾ 20,000, 30,000, 40,000, ਜਿਸ ਦਿਨ ਇਹ ਪੂਰਾ ਹੋ ਗਿਆ ਉਸ ਦਿਨ ਐਪਲੀਕੇਸ਼ਨ ਬੰਦ ਹੋ ਜਾਣੀ ਹੈ। ਦੂਸਰਾ ਹੈਗਾ ਇਹ 5 ਨਵੰਬਰ ਤੱਕ ਚੱਲਣਾ, 5 ਨਵੰਬਰ ਤੱਕ, ਠੀਕ ਹੈ, ਜਾਂ ਉਦੋਂ ਤੱਕ। ਹੁਣ ਜੇ ਆਪਾਂ ਨੂੰ ਕਿਸੇ ਨੇ 24 ਮਈ ਦੀ ਡੇਟ ਲੈ ਕੇ ਦਿੱਤੀ, ਜਿਵੇਂ ਦੱਸਦੇ ਆਪਾਂ ਨਿਊਜ਼ 'ਚ ਵੀ ਦੇਖਿਆ ਕਿ $2,500 ਦੇ ਕੇ ਤੁਹਾਨੂੰ ਡੇਟ ਮਿਲਦੀ ਹੈ ਮਈ ਐਂਡ ਦੀ, ਉਦੋਂ ਤੱਕ ਇਹ ਬੰਦ ਹੋ ਜਾਂਦਾ। ਇਟਸ ਆਫ ਨੋ ਯੂਜ਼। ਤੁਸੀਂ ਪੈਨਿਕ ਨਾ ਕਰੋ, ਆਪਣੇ ਆਪ ਆਇਲਸ ਬੁੱਕ ਕਰਵਾਓ, ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ, ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ। ਵੈਬਸਾਈਟ ਤੇ ਤੁਸੀਂ ਜਾਓ, ਪੜ੍ਹੇ ਲਿਖੇ ਸਾਰੇ ਸਟੂਡੈਂਟ ਇੱਥੇ ਹੈਗੇ, ਦੇਖੋ ਤੁਸੀਂ ਇੰਨਾ ਆਇਲਸ ਲਿਆ, ਤੁਹਾਨੂੰ ਪਤਾ ਕਿੱਦਾਂ ਹੋਣਾ, ਠੀਕ ਹੈ। ਜਿਵੇਂ ਤੁਸੀਂ ਇਹ ਕਰਦੇ ਫਿਰ ਪੈਨਿਕ ਹੁੰਦਾ, ਫਿਰ ਮਾਰਕੀਟ 'ਚ ਹੋਰ ਖਰਾਬ ਹੁੰਦਾ, ਹੈ ਨਾ। ਨੋ ਨੀਡ ਟੂ ਪੈਨਿਕ ਐਟ ਆਲ। ਆਇਲਸ ਤੁਸੀਂ ਆਪਣੇ ਬੁੱਕ ਕਰਾਓ, 5 ਵਾਰ, 10 ਵਾਰ, 15 ਵਾਰ ਰਿਫਰੈਸ਼ ਕਰੋਗੇ, ਹੋ ਜਾਊਗਾ, ਕਿਉਂ ਨਹੀਂ ਹੋਊਗਾ। ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਅਸੀਂ ਲਾਸਟ ਟਾਈਮ ਜਦੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਐਪਲੀਕੇਸ਼ਨਸ ਦੀ ਗੱਲ ਹੋਈ ਸੀ, ਉਦੋਂ ਵੀ ਇਹ ਕਿਹਾ ਗਿਆ ਸੀਗਾ ਕਿ ਬਹੁਤ ਲਿਮਿਟਿਡ ਟਾਈਮ ਦੇ ਵਿੱਚ ਜਿਹੜਾ ਭਰ ਗਈਆਂ ਸੀ ਐਪਲੀਕੇਸ਼ਨਸ, ਪੂਰੀਆਂ ਹੋ ਚੁੱਕੀਆਂ ਸੀ। ਇਸ ਵਕਤ ਵੀ ਇੱਕ ਕੈਪ ਦਿੱਤਾ ਗਿਆ ਉਹਨਾਂ ਨੇ ਕਿ ਇੱਕ ਕੈਪ ਹੈਗਾ ਐਪਲੀਕੇਸ਼ਨਸ ਨੂੰ ਲੈ ਕੇ, ਤੇ ਜਦੋਂ ਹੀ ਇਹ ਓਪਨ ਹੁੰਦਾ ਬਹੁਤ ਛੇਤੀ ਭਰ ਜਾਣਾ। ਸੋ ਜਿਨ੍ਹਾਂ ਦੀਆਂ ਆਲਰੇਡੀ ਹੁਣ ਬੁਕਿੰਗ ਕਰਵਾ ਰਹੇ ਨੇ 2-2 ਮਹੀਨੇ ਬਾਅਦ ਦੀਆਂ, ਜਿਨ੍ਹਾਂ ਦੀਆਂ ਡੇਟਸ ਮਿਲਦੀਆਂ ਪਈਆਂ, ਉਹਨਾਂ ਦਾ ਇਹਦੇ ਵਿੱਚ ਐਲੀਜੀਬਲ ਹੋਣਾ ਮੁਸ਼ਕਿਲ ਹੋ ਰਿਹਾ। ਦੇਖੋ, ਹਜੇ ਕੁਝ ਵੀ ਕਹਿਣਾ ਮੁਸ਼ਕਿਲ ਹੈ, ਕਿਉਂਕਿ ਹਜੇ ਆਪਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਫਾਈਲਾਂ ਲੈਣੀਆਂ ਕਿੱਦਾਂ ਨੇ, ਠੀਕ ਹੈ। ਲੋਟਰੀ ਸਿਸਟਮ ਹੈ ਜਾਂ ਫਸਟ ਕਮ ਫਸਟ ਸਰਵ ਉਹਨਾਂ ਨੇ ਲਿਖਿਆ, ਬਟ ਫਸਟ ਕਮ ਫਸਟ ਸਰਵ ਕਿਸ ਤਰ੍ਹਾਂ, ਉਹ ਲਿੰਕ ਭੇਜੋਗੇ, ਕੀ ਕਰੋਗੇ। ਇਸ ਕਰਕੇ ਮਾਰਕੀਟ 'ਚ ਹਜੇ ਸਿਰਫ ਜੋ ਇਨਫੋਰਮੇਸ਼ਨ ਹੈ ਕਿ 40,000, 30,000, 20,000 ਆਇਲਸ ਦੀ ਰਿਕੁਆਇਰਮੈਂਟ ਚਾਹੀਦੀ ਹੈ। ਵੈਲਿਡ ਸਟੇਟਸ ਹੋਣਾ ਚਾਹੀਦਾ। ਵੈਲਿਡ ਸਟੇਟਸ ਹੋ ਗਿਆ, ਤੁਹਾਡਾ ਵਰਕ ਪਰਮਿਟ ਹੋ ਗਿਆ, ਓਪਨ ਹੋ ਗਿਆ, ਪੋਸਟ ਗ੍ਰੈਜੂਏਟ ਪਰਮਿਟ ਹੋ ਗਿਆ। ਸਟੂਡੈਂਟਸ ਆਏਗਾ, ਤੁਸੀਂ 2 ਸਾਲ ਦੀ ਸਟੱਡੀ ਕੀਤੀ ਹੋਣੀ ਚਾਹੀਦੀ ਹੈ। ਜਿਹੜੇ ਇਸ ਟਾਈਮ ਆਲਰੇਡੀ 2 ਸਾਲ ਦੀ ਸਟੱਡੀ ਕਰ ਰਹੇ ਨੇ ਕਿ ਉਹ ਨਹੀਂ, ਜਿਹੜੇ ਸਟੂਡੈਂਟਸ ਕਰ ਰਹੇ ਉਹ ਨਹੀਂ, ਯੂ ਸ਼ੁੱਡ ਬੀ ਏਬਲ ਟੂ ਵਰਕ, ਠੀਕ ਹੈ। ਕਰੰਟਲੀ ਤੁਸੀਂ ਕੰਮ ਕਰਦੇ ਹੋਣਾ ਚਾਹੀਦਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਣਾ ਚਾਹੀਦਾ, ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਣਾ ਚਾਹੀਦਾ। ਹੁਣ ਅੱਜ ਹੈਗੀ ਹੈ 16 ਤਰੀਕ, ਠੀਕ ਹੈ। ਜੇ ਕਿਸੇ ਨੇ ਅੱਜ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕੀਤਾ ਤਾਂ ਹੀ ਇਜ਼ ਐਲੀਜੀਬਲ ਟੂ ਵਰਕ, ਠੀਕ ਹੈ। ਤੇ ਉਸਕੋ ਜੌਬ ਆਫਰ ਹੈਗੀ ਆ, ਕੰਮ ਕਰ ਰਿਹਾ, ਉਹ ਕਰ ਸਕਦਾ ਜੀ। ਬਿਲਕੁਲ, ਨਾਲ ਦੀ ਨਾਲ ਅਸੀਂ ਕਾਲਸ ਲੈਣੀਆਂ ਸ਼ੁਰੂ ਕਰ ਰਹੇ ਹਾਂ ਜੀ। ਹੁਣ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਬੇਟੇ, ਮੈਂ ਦਰਸ਼ਨ ਸਿੰਘ ਬੋਲ ਰਿਹਾ ਬਿਨੀ ਵਿਕਟਮ। ਮੈਂ ਨਾ ਨੈਣੀ ਵਾਰੀ ਅਪਡੇਟ ਲੈਣੀ ਸੀ ਵੀ ਕੋਈ ਨਵੀਂ ਅਪਡੇਟ ਹੈ ਵੀ ਜਿਹੜੇ ਨਾ ਆਪਣੇ ਇਹਨਾਂ ਨੇ 2021 ਦੇ ਵਿੱਚ ਐਪਲੀਕੇਸ਼ਨ ਲੱਗੀਆਂ ਵੀ ਉਹ ਕਦੋਂ ਕੁ ਉਹਨਾਂ ਦੇ ਫਾਈਲ ਨੰਬਰ ਆਉਣੇ ਸ਼ੁਰੂ ਹੋਣੇ ਨੇ ਜੀ। ਕੱਲ ਹੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਇਹਦੇ ਬਾਰੇ ਅਸੀਂ ਟੀਵੀ ਸਕਰੀਨ ਤੇ ਆਨਸਰ ਦਿੰਦੇ ਹਾਂ। ਸਰ, ਤੁਸੀਂ ਕੁਝ ਪੁੱਛਣਾ ਤਾਂ ਨਹੀਂ ਹੈ? ਨਹੀਂ ਜੀ, ਬਸ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ, ਇਹ ਵੀ ਇੱਕ ਪਾਲਿਸੀ ਸਰ, ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਜੁੜ ਗਏ ਨੇ, ਆਪਾਂ ਇੱਕ ਇੱਕ ਕਰਕੇ ਕੁਐਸਚਨਸ ਲੈ ਲਈਏ, ਫਿਰ ਆਪਾਂ ਇੱਕ ਇੱਕ ਕਰਕੇ ਰਿਪਲਾਈ ਕਰਨਾ ਸ਼ੁਰੂ ਕਰਾਂਗੇ। ਨੈਕਸਟ ਕਾਲਰ ਜੁੜ ਗਏ ਨੇ ਸਾਡੇ ਨਾਲ, ਮੈਂ ਸਰਵਰ ਟੀਮ ਨੂੰ ਕਹੂੰਗੀ ਕਿ ਕਰਕੇ ਜਿਹੜੀਆਂ ਕਾਲਸ ਫਾਰਵਰਡ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਮੈਮ, ਮੈਂ ਪੁੱਛਣਾ ਸੀ ਕਿ ਜਿਹੜੀ ਆਪਾਂ PCC ਕਰਵਾਉਂਦੇ ਆ ਉਹ BLS ਤੋਂ ਹੀ ਚੱਲੇਗੀ ਜਾਂ ਫਿਰ ਆਪਾਂ ਇੰਡੀਆ ਤੋਂ ਡਾਇਰੈਕਟ ਵੀ ਕਰਵਾ ਸਕਦੇ ਹਾਂ? ਡਾਇਰੈਕਟ ਜੀ। ਹੁਣੀ ਵੈਸੇ ਇਹਦਾ ਰਿਪਲਾਈ ਕਰਕੇ ਹਟੇ ਆ, ਪਰ ਤੁਹਾਨੂੰ ਇੱਕ ਵਾਰੀ ਫਿਰ ਡਿਟੇਲਸ ਜਾਣਕਾਰੀ ਦੇ ਦਵਾਂਗੇ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਕੈਟੇਗਰੀ ਤੋਂ ਬੋਲ ਰਹੀ ਹਾਂ ਜੀ। ਮੈਂ ਨੈਣੀ ਬਾਰੇ ਪੁੱਛਣਾ, ਜੇ ਆਪਾਂ ਇੰਡੀਆ ਤੋਂ ਨੈਣੀ ਨੂੰ ਬੁਲਾਈਏ ਤਾਂ ਉਹ ਆਪਣੇ ਘਰ ਵਿੱਚ ਵੀ ਉਹਦੀ ਰਹਿائش ਰੱਖਣੀ ਜ਼ਰੂਰੀ ਹੈ ਜਾਂ ਬਾਹਰ ਰਹਿ ਸਕਦੇ ਆ? ਜੀ ਸਰ, ਕੁਝ ਪੁੱਛਣਾ ਜਾਂ ਆਨਸਰ ਦੇਈਏ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ।
ਸਰ ਦਰਸ਼ਨ ਜੀ ਦੀ ਕਾਲ ਆਈ ਸੀ ਨੈਨੀ ਦੇ ਬਾਰੇ ਵਿੱਚ ਪੁੱਛਣਾ ਚਾਹੁੰਦੇ ਨੇ ਐਪਲੀਕੇਸ਼ਨ ਨੰਬਰ ਕਦੋਂ ਤੱਕ ਆਉਣ ਦੀ ਸੰਭਾਵਨਾ ਜਿਨ੍ਹਾਂ ਨੇ ਲਗਾਇਆ। ਦੇਖੋ ਹੁਣ ਕੱਲ ਹੀ ਮਿਨਿਸਟਰ ਆਫ ਇਮੀਗ੍ਰੇਸ਼ਨ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਇਹਨੂੰ ਕਾਫੀ ਫਾਸਟ ਕਰਨਾ ਤੇ 31 ਮਈ ਤੱਕ ਐਪਲੀਕੇਸ਼ਨ AOR ਆ ਜਾਊਗੀ ਜਿੰਨੇ ਵੀ ਇਹਨਾਂ ਨੇ ਐਪਲੀਕੇਸ਼ਨ ਕੀਤੀ। ਇਹ ਇਹਨਾਂ ਨੇ ਟੀਚਰ ਰੱਖਿਆ ਕਿ 1500 ਐਪਲੀਕੇਸ਼ਨ ਇਹਨਾਂ ਨੇ ਕਰਨੀਆਂ ਹੈਗੀਆਂ ਜੋ ਆਪਣਾ ਜੂਨ 30 ਤੱਕ ਜੂਨ 30 ਤੱਕ ਉਹਨਾਂ ਨੇ 1500 ਐਪਲੀਕੇਸ਼ਨਾਂ ਫਸਟ ਪੂਰੀਆਂ ਕਰਨੀਆਂ ਤੇ ਹੁਣ ਕਾਫੀ ਸਪੀਡ ਅਪ ਹੋ ਰਿਹਾ ਤੇ ਬਸ ਤੁਸੀਂ ਵੇਟ ਕਰੋ। ਦੈਟਸ ਇਟ, ਇਹੀ ਹੈ ਜੀ ਬਿਲਕੁਲ। ਤੇ ਮਤਲਬ ਹੁਣ ਫਾਈਲਸ ਜਿਹੜੀਆਂ ਨੇ ਉਹ ਲੈਣੀਆਂ ਸ਼ੁਰੂ ਹੋ ਗਈਆਂ ਕਾਫੀ ਐਕਸਪਰਟਾਈਜ਼ ਹੋ ਰਹੀ ਹੈ, ਛੇਤੀ ਮਿਲਣੇ ਤੁਹਾਨੂੰ ਸ਼ੁਰੂ ਹੋ ਜਾਣਗੇ ਹੁਣ। ਸੋ ਉਸ ਤੋਂ ਬਾਅਦ ਨੈਕਸਟ ਸੀ PCC ਦੇ ਬਾਰੇ ਪੁੱਛਣਾ ਚਾਹੁੰਦੇ ਸੀ ਮੈਮ ਕਿ BLS ਤੋਂ ਕਰਵਾਈ ਜਾਵੇ ਜਾਂ ਫਿਰ ਡਾਇਰੈਕਟ ਜੇ ਕਰਵਾਉਣੇ ਉਹ ਵੀ ਮਨਜ਼ੂਰ ਹੋਏਗੀ। ਦੇਖੋ PCC ਜੇ ਤਾਂ ਤੁਸੀਂ ਇਸ ਪਬਲਿਕ ਪਾਲਿਸੀ ਬਾਰੇ ਪੁੱਛਦੇ ਹੋ ਫਿਰ ਤਾਂ ਆਈ ਵੁੱਡ ਸੇ ਕਿ ਵੇਟ, ਕੋਈ ਰਸ਼ ਕਰਨ ਦੀ ਲੋੜ ਨਹੀਂ ਹੈ। ਵਾਂਸ ਅਗੇਨ ਮੈਂ ਪਹਿਲਾਂ ਵੀ ਕਹਿ ਚੁੱਕਿਆ ਉਹ ਆਇਲਟਸ ਵਾਲਾ ਸਿਸਟਮ ਨਾ ਕਰੋ ਤੇ ਮੈਡੀਕਲ ਵਾਲਾ ਸਿਸਟਮ ਨਾ ਕਰੋ ਕਿ ਜੇ ਰਸ਼ ਹੋ ਜਾਵੇ, ਬਟ ਅਦਰਵਾਈਜ਼ ਤੁਸੀਂ ਕਿਤੋਂ ਵੀ ਕਰਾ ਸਕਦੇ ਹੋ। ਮਤਲਬ ਕਿ ਜੇ ਇਸ ਤੋਂ ਇਲਾਵਾ ਜੇ ਉਹ ਕਰਵਾਉਣਾ ਚਾਹੁੰਦੇ ਹੋ SSP ਆਫਿਸ ਤੋਂ ਵੀ ਕਰਾ ਸਕਦੇ ਹੋ ਤੇ BLS ਤੋਂ ਵੀ ਕਰਾ ਸਕਦੇ ਹੋ। ਜੀ ਨੈਕਸਟ ਸੀ ਕੈਲਗਰੀ ਤੋਂ ਕਾਲ ਆਈ ਸੀ ਕਿ ਨੈਨੀ ਦੇ ਲਈ ਰਿਹਾਇਸ਼ ਦੇ ਬਾਰੇ ਪੁੱਛਣਾ ਚਾਹੁੰਦੇ ਨੇ ਕਿ ਘਰ 'ਚ ਜ਼ਰੂਰੀ ਹੈ ਉਹ ਦੋਨੋਂ ਆਪਸ਼ਨ ਹੈ ਜੀ, ਉਹ ਦੋਨੋਂ ਆਪਸ਼ਨ ਹੈ। ਜਦ ਤੁਸੀਂ ਆਫਰ ਆਫ ਏਮਪਲੋਇਮੈਂਟ ਦਿੰਦੇ ਹੋ ਜੇ ਤੁਸੀਂ HCCP ਦੇ ਅੰਡਰ ਕੀਤਾ ਜਿਹੜਾ ਪਾਇਲਟ ਪ੍ਰੋਜੈਕਟ 2019 ਸ਼ੁਰੂ ਹੋਇਆ ਸੀ, ਦੋਨੋਂ ਆਪਸ਼ਨ ਹੈ, ਤੁਸੀਂ ਉਹਨੂੰ ਅਕੋਮੋਡੇਸ਼ਨ ਦੇ ਵੀ ਸਕਦੇ ਹੋ ਨਹੀਂ ਵੀ ਦੇ ਸਕਦੇ। ਜੀ ਸਰ ਕਾਲਰਸ ਕਾਫੀ ਜੁੜ ਗਏ ਨੇ, ਆਪਾਂ ਕਾਲਸ ਲੈਣੀ ਸ਼ੁਰੂ ਕਰੀਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ। ਮੈਂ ਇਹ ਪੁੱਛਣਾ ਚਾਹੁੰਦੀ ਸੀ ਵੀ ਜਦੋਂ ਮੈਂ ਹੁਣ ਜਿਹੜੇ ਬੱਚਿਆਂ ਦਾ ਐਗਜ਼ਾਮ ਹੁਣ ਇਹਦੇ April ਦੇ ਐਂਡ ਵਿੱਚ ਹੀ ਖਤਮ ਹੋ ਜਾਊਗਾ, ਕੀ ਉਹ ਫਿਰ ਮਈ ਦੇ ਵਿੱਚ ਫਸਟ ਵੀਕ ਦੇ ਵਿੱਚ ਮਤਲਬ ਹੈਗੇ ਨੇ ਕਿ ਏਵਰ ਕਰਨ ਦੇ ਜਿਹੜੇ ਹੁਣੀ ਐਗਜ਼ਾਮ ਖਤਮ ਹੋ ਗ੍ਰੈਜੂਏਸ਼ਨ ਖਤਮ ਹੋ ਜੂਗੀ? ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਨ੍ਹਾਂ ਦੀ ਸਟੱਡੀ ਹੁਣ ਅਪ੍ਰੈਲ 'ਚ ਖਤਮ ਹੋ ਰਹੀ ਹੈ ਉਹ ਇਸ ਪ੍ਰੋਗਰਾਮ ਲਈ ਐਲੀਜੀਬਲ ਹੋਣਗੇ ਜਾਂ ਨਹੀਂ ਹੋਣਗੇ? ਹਾਂਜੀ ਜਿਵੇਂ 27 ਅਪ੍ਰੈਲ ਤੋਂ ਖਤਮ ਹੋ ਰਹੀ ਹੈ ਜੀ ਸਟੱਡੀ ਤੇ ਫਿਰ ਉਹ ਮੇਰੇ ਫਸਟ ਵੀਕ 'ਚ ਵੀ ਐਲੀਜੀਬਲ ਹੋ ਜਾਣਗੇ? ਜੀ ਤੁਸੀਂ 1 ਮਿੰਟ ਲਈ ਹੋਲਡ ਕਰਿਓ ਸਰ, ਕੁਝ ਪੁੱਛਣਾ ਤਾਂ ਨਹੀਂ ਆ ਸਕਦੀ ਆਪਾਂ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹਾਈ, ਮੈਂ ਬਸ ਪੁੱਛਣਾ ਚਾਹੁੰਦੀ ਸੀ ਕੋਈ ਵਿਆਹ ਵੀ ਆ ਸਕਦਾ ਹੈ ਟੋਰਾਂਟੋ ਵਿੱਚ ਰਾਈਟ ਨਾਓ ਵਿਦ ਆਲ ਦ ਕੁਆਰੰਟਾਈਨ ਰੂਲਸ ਗੋਇੰਗ ਔਨ? ਟੋਰਾਂਟੋ ਦੇ ਵਿਜ਼ਟਰ ਵੀਜ਼ਾ ਦੇ ਲਈ ਤੁਸੀਂ ਕਹਿਣਾ ਚਾਹੁੰਦੇ ਹੋ? ਹਾਂਜੀ। ਆਊਟ ਆਫ ਕੰਟਰੀ ਤੋਂ ਤੁਸੀਂ ਕਹਿ ਰਹੇ ਹੋ ਕਿ ਬਾਹਰੋਂ ਕਿਤੋਂ? ਹਾਂਜੀ ਇੰਡੀਆ ਦੀ ਆਉਣਾ ਸੀਗਾ ਟੋਰਾਂਟੋ ਦੇ। ਕੀ ਰਿਲੇਸ਼ਨ ਹੈ ਜੀ? ਉਹ ਭੂਆ ਆ, ਲਾਈਕ ਉਹਦੀ ਮੰਮੀ ਆ ਤੇ ਉਹ ਵਿਜ਼ਿਟਰਸ ਤੇ ਉਹ ਵੀ ਵਰਕ ਪਰਮਿਟ ਉੱਤੇ ਆ। ਅੱਛਾ, ਵਰਕ ਪਰਮਿਟ ਲੜਕੀ ਹੈ ਤੇ ਉਹਦੀ ਮਦਰ ਆਉਣਾ ਚਾਹੁੰਦੀ ਹੈ? ਮੁੰਡਾ ਆ ਵਰਕ ਪਰਮਿਟ ਉੱਤੇ ਤੇ ਉਹਦੀ ਮਦਰ ਆਉਣਾ ਮੰਗਦੀ ਆ। ਓਕੇ, ਉਹਨਾਂ ਦੀ ਮਦਰ ਦੇ ਜਿਹੜੇ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਬੇਟੇ ਦਾ ਵਿਆਹ ਆ? ਹਾਂਜੀ ਜੀ, ਮਦਰ ਆਪਣੀ ਬ੍ਰਦਰ ਬੇਟੇ ਦੇ। ਠੀਕ ਹੈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ, ਥੈਂਕ ਯੂ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ PR ਬਾਰੇ ਪੁੱਛਣਾ ਸੀ ਜੀ। PR ਮੇਰਾ ਜਿਹੜਾ ਐਕਸਪਾਇਰ ਹੋ ਗਿਆ। PR ਕਾਰਡ ਐਕਸਪਾਇਰ ਹੋ ਗਿਆ ਜੀ? ਹਾਂਜੀ ਹਾਂ, ਉਹ ਨਿਊ ਕਰਾਉਣਾ ਤੇ ਅੱਗੇ ਤਾਂ ਫੀਸ 50 ਦਾ ਦਿੱਤੀ ਵੀ ਹੁਣ ਜ਼ਿਆਦਾ ਭਰਨੀ ਪਊਗੀ। 2 ਮਹੀਨੇ ਹੋ ਗਏ ਅਭੀ ਐਕਸਪਾਇਰ ਹੋਏ। PR ਅਪਲਾਈ ਕਰਤਾ ਹੈ ਕਾਰਡ? ਸਰ PR ਕਾਰਡ ਇਹਨਾਂ ਦਾ ਐਕਸਪਾਇਰ ਹੋ ਗਿਆ, ਰੀਨਿਊ ਕਰਵਾਉਣਾ ਆ ਤੇ ਐਕਸਪਾਇਰ ਹੋਏ ਨੂੰ 2 ਮੰਥ ਹੋ ਚੁੱਕੇ ਨੇ। ਸੋ ਪੁੱਛ ਰਹੇ ਨੇ ਕਿ ਫੀਸ ਜ਼ਿਆਦਾ ਦੇਣੀ ਪੈਣੀ ਹੈ ਹੁਣ ਉਹਨਾਂ ਨੂੰ ਜਾਂ ਨਹੀਂ ਠੀਕ ਹੈ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੁਸੀਂ। ਕਾਲ ਕਰਨ ਲਈ ਸ਼ੁਕਰੀਆ ਜੀ ਤੁਹਾਡਾ। ਨੈਕਸਟ ਕਾਲਰ ਜੁੜ ਗਏ ਨੇ ਜੀ, ਇੱਕ ਹੋਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਬ੍ਰੈਂਪਟਨ ਤੋਂ ਬੋਲ ਰਹੇ। ਸਭ ਤੋਂ ਪੁੱਛਣਾ ਸੀ ਇੱਕ ਕੁਐਸਚਨ ਕਿ ਮੈਂ ਆਪਣੇ ਨਾਮ ਦੇ ਨਾਲ ਨਾ ਸਰਨੇਮ ਐਡ ਕਰਾਉਣਾ, ਲਾਸਟ ਨੇਮ ਐਡ ਕਰਾਉਣਾ ਤੇ ਜੇ ਮੈਂ ਆਪਣਾ ਕਾਰਡ ਮੈਂ ਸਿਟੀਜ਼ਨਸ਼ਿਪ ਦੀ ਕਰਨਾ, ਕੋਈ ਸਿਟੀਜ਼ਨਸ਼ਿਪ 'ਚ ਮੇਰਾ ਪ੍ਰੋਬਲਮ ਆਉਂਦੀ, ਮੇਰਾ ਲਾਸਟ ਨੇਮ ਨਹੀਂ ਹੈਗਾ ਤੇ ਜੇ ਮੈਂ ਕਰਾਉਣਾ ਤੇ ਮੈਨੂੰ ਆਪਣੇ ਇੰਡੀਅਨ ਪਾਸਪੋਰਟ ਤੇ PR ਕਾਰਡ ਤੇ ਵੀ ਕਰਾਉਣਾ ਪੈਣਾ ਜਾਂ ਕੰਦਾ ਮੈਨੇ ਨਾਮ ਐਡ ਕਰਾ ਰਿਹਾ? ਸਰ ਕੱਲ ਵੀ ਤੁਹਾਨੂੰ ਇਹਦਾ ਰਿਪਲਾਈ ਵੈਸੇ ਮਿਲ ਗਿਆ ਸੀ ਮੈਡਮ। ਨਹੀਂ, ਉਹ ਸਰ ਨੇ ਕਿਹਾ ਨਹੀਂ ਸੀ, ਸਰ ਨੇ ਮੈਨੂੰ ਕੱਲ। ਠੀਕ ਹੈ ਜੀ, ਤੁਸੀਂ ਠੀਕ ਹੈ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਇਹੀ ਪੁੱਛਣਾ ਚਾਹੁੰਦੇ ਹੋ ਕਿ ਤੁਸੀਂ ਸਿਟੀਜ਼ਨਸ਼ਿਪ ਲਈ ਆਪਣੇ ਸਰਨੇਮ ਨਾਲ ਲਗਾਉਣਾ, ਇਹਦੇ ਲਈ ਤੁਹਾਨੂੰ ਇੰਡੀਅਨ ਪਾਸਪੋਰਟ ਤੇ ਵੀ ਕੀ ਨਾਲ ਚੇਂਜ ਕਰਵਾਉਣਾ ਪੈਣਾ ਨਾਲ PR ਕਾਰਡ? ਇੰਡੀਅਨ ਪਾਸਪੋਰਟ ਜਾਂ PR ਕਾਰਡ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਸਰ ਹੁਣ ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ ਅਸੀਂ, ਹੋਰ ਵੀ ਬਹੁਤ ਕੁਐਸਚਨਸ ਹੋ ਗਏ ਨੇ। ਆ ਲਾਸਟ ਕਾਲਰ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਸਰ। ਤਰਨ ਜੀ। ਜੀ ਦੱਸੋ ਜੀ, ਕੀ ਸਵਾਲ ਹੈ, ਕਿੱਥੋਂ ਬੋਲ ਰਹੇ ਹੋ? ਤਰਨ ਜੀ ਸ਼ੋਕੀ ਬੋਲਦਾ ਗਾ। ਮੈਮ ਤੁਸੀਂ ਆਪਣਾ ਆਇਲਟਸ ਦੇ ਬਾਰੇ ਤਾਂ ਦੱਸ ਦਿੱਤੀ ਲੁੱਟ ਖਸੁੱਟ। ਮੈਂ ਸਿਰਫ ਇਹ ਪੁੱਛਿਆ ਸੀਗਾ ਵੀ PR ਦਾ ਸਾਰਾ ਪ੍ਰੋਸੈਸ ਕਿੱਦਾਂ 1500 ਵਾਲੇ ਕੋ ਕਰਾਈਏ ਕਿ 3500 ਵਾਲੇ ਕੋ ਕਰਾਈਏ, ਇਹ ਵੀ ਦੱਸ ਦਿਓ ਵੀ ਕੰਸਲਟੈਂਟ ਕਿਹੜੇ ਕੋ ਕਰਾ ਲਈਏ? ਸਰ ਇਹ ਦੇਖੋ, ਇਹ ਜਿਹੜੀ ਤੁਹਾਡੀ ਜੇ ਅਲਾਉ ਕਰਦੀ ਹੋ ਤੁਸੀਂ ਉਹਨਾਂ ਨੂੰ ਕਰਵਾ ਸਕਦੇ ਹੋ। ਬਾਕੀ ਅਸੀਂ ਮੋਸਟਲੀ ਆਪਣੀ ਮੈਂ ਤਾਂ ਦਿਨਾ ਜਵਾਬ। ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਅਸੀਂ ਆਪਣੇ ਪ੍ਰੋਗਰਾਮ 'ਚ ਭਰੋਸੇਮੰਦ ਕੰਸਲਟੈਂਟਸ ਨੂੰ ਜੋੜਦੇ ਹਾਂ, ਉਹਨਾਂ 'ਚੋਂ ਕਿਸੇ ਨਾਲ ਵੀ ਤੁਸੀਂ ਕਰਵਾ ਸਕਦੇ ਹੋ। ਸ਼ੁਕਰੀਆ ਜੀ ਕਾਲ ਕਰਨ ਲਈ। ਬਾਕੀ ਸਰ ਆਨਸਰ ਦਿੰਦੇ ਨੇ ਤੁਹਾਨੂੰ। ਥੈਂਕ ਯੂ ਸੋ ਮਚ।
ਸੋ ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਾਲਸ ਕੁਝ ਸਮੇਂ ਲਈ ਹੋਲਡ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਉਹ ਟੋਰਾਂਟੋ ਦੀ ਵਾਇਰਿੰਗ ਵੀ ਮੈਂ ਕੀਤਾ ਸੀ, ਪਰ ਮਿਸ ਕਰ ਦਿੱਤਾ ਉਹ। ਨਹੀਂ ਜੀ, ਤੁਹਾਡਾ ਆਨਸਰ ਅਜੇ ਅਸੀਂ ਦਿੱਤਾ ਹੀ ਨਹੀਂ ਹੈ, ਸਾਨੂੰ ਕਾਲਸ ਕਾਫੀ ਆ ਗਈਆਂ ਸੀ, ਅਸੀਂ ਹੁਣ ਦੇਣ ਲੱਗਿਆ, ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਸ਼ੁਕਰੀਆ ਜੀ ਕਾਲ ਕਰਨ ਲਈ, ਸ਼ੁਕਰੀਆ ਜੀ। ਸਰ ਪਹਿਲਾਂ ਬ੍ਰੈਂਪਟਨ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਦੀ ਸਟੱਡੀ ਜਿਹੜੀ ਆ ਅਪ੍ਰੈਲ 'ਚ ਖਤਮ ਹੁੰਦੀ ਆ, ਕੀ ਉਹ ਐਲੀਜੀਬਲ ਹੋਣਗੇ? ਦੇਖੋ ਸਟੱਡੀ ਉਹਨਾਂ ਦੀ ਅਪ੍ਰੈਲ 'ਚ ਖਤਮ ਹੁੰਦੀ ਹੈ ਤੇ ਪ੍ਰੋਗਰਾਮ ਮਈ 6 ਤੋਂ ਨਵੰਬਰ 5 ਤੱਕ ਹੈਗਾ। ਦੋ ਕੰਡੀਸ਼ਨਸ ਹੈਗੀਆਂ ਕਿ ਤਾਂ ਨਵੰਬਰ 5 ਨੂੰ ਬੰਦ ਹੋਣਾ, ਦੂਸਰੀ ਕੰਡੀਸ਼ਨ ਇਹ ਹੈ ਕਿ ਜੇ ਉਹਨਾਂ ਦਾ ਕੋਟਾ ਪੂਰਾ ਹੋ ਗਿਆ। ਹੁਣ ਜੇ 6 ਨੂੰ ਸ਼ੁਰੂ ਹੋਣਾ ਤੇ 7 ਨੂੰ ਕੋਟਾ ਪੂਰਾ ਹੋ ਗਿਆ ਤੇ ਜਿਹੜਾ ਤੁਹਾਡਾ ਕਲਾਇੰਟ ਹੈਗਾ, ਸਟੂਡੈਂਟ ਹੈ, ਉਹ ਪੋਸਟ ਗ੍ਰੈਜੂਏਟ ਗਵਰਨਮੈਂਟ ਅਪਲਾਈ ਕਰੂਗਾ 9 ਜਾਂ 10 ਨੂੰ, ਤੇ ਉਹ ਨਹੀਂ ਐਲੀਜੀਬਲ। ਓਕੇ, ਐਲੀਜੀਬਲ ਹੈਗਾ ਬਟ ਉਹ ਅਪਲਾਈ ਨਹੀਂ ਹੋਊਗਾ, ਠੀਕ ਹੈ। ਸੋ ਇਟ ਆਲ ਡਿਪੈਂਡਸ ਕਿ ਕੋਟਾ ਨਾ ਪੂਰਾ ਹੋਵੇ ਜੀ, ਠੀਕ ਹੈ। ਕਿਉਂਕਿ ਇਹਦੀ ਕੰਡੀਸ਼ਨ ਹੈ ਜਿਹੜੀ, ਉਹ ਬੰਦਾ ਜਿਹੜਾ ਸਟੂਡੈਂਟ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋਣਾ ਚਾਹੀਦਾ। ਹੀ ਸ਼ੁੱਡ ਬੀ ਏਬਲ ਟੂ ਵਰਕ, ਠੀਕ ਹੈ, ਆਥੋਰਾਈਜ਼ਡ ਟੂ ਵਰਕ ਲੀਗਲੀ ਜੀ। ਹੁਣ ਸਟੂਡੈਂਟ ਹੈ 28 ਅਪ੍ਰੈਲ ਤੱਕ ਉਹ ਸਟੂਡੈਂਟ ਰਹੂਗਾ, ਠੀਕ ਹੈ। ਉਸ ਤੋਂ ਬਾਅਦ ਆਈ ਡੋਂਟ ਡਾਊਟ ਕਿ ਇੱਕ ਹਫ਼ਤੇ ਤੱਕ ਉਹ ਪੀਜੀਡਬਲਯੂ ਤੇ ਅਪਲਾਈ ਕਰ ਸਕਦਾ, ਕਿਉਂਕਿ ਉਹਨੂੰ ਕੰਪਲੀਸ਼ਨ ਲੈਟਰ ਚਾਹੀਦੀ ਹੈ, ਉਹਨੂੰ ਟ੍ਰਾਂਸਕ੍ਰਿਪਟ ਚਾਹੀਦੇ ਹੈ, ਠੀਕ ਹੈ। ਤੇ ਅਨਫੋਰਚੂਨੇਟਲੀ ਮਤਲਬ ਇਹੀ ਹੈ ਕਿ ਟਾਈਮ ਇਜ਼ ਅ ਸੈਂਸ, ਇਟ ਆਲ ਡਿਪੈਂਡਸ। ਬਿਲਕੁਲ। ਨੈਕਸਟ ਕਾਲਰ ਸੀਗੇ, ਉਹਨਾਂ ਨੇ ਵਿਆਹ ਦੇ ਬਾਰੇ ਵਿੱਚ ਪੁੱਛਿਆ ਸੀ ਕਿ ਵਿਜ਼ਟਰ ਵੀਜ਼ਾ ਵਾਲੇ ਆ ਸਕਦੇ ਨੇ? ਹਾਂਜੀ, ਦੇਖੋ ਜਿਹੜੀ ਟਰੈਵਲ ਰਿਸਟ੍ਰਿਕਸ਼ਨਸ ਹੈ, ਆਪਣੇ ਜਿਹੜੇ ਕਲੋਜ਼ ਰਿਲੇਟਿਵਸ ਹੈ ਉਹ ਆ ਸਕਦੇ। ਵੀ ਹੈਵ ਟੂ ਟੇਕ ਆਥੋਰਾਈਜੇਸ਼ਨ ਟੂ ਟਰੈਵਲ, PHAC ਤੋਂ ਆਪਾਂ ਨੂੰ ਅਪਰੂਵਲ ਲੈਣਾ ਪਊਗਾ, ਠੀਕ ਹੈ। ਉਹ ਤੋਂ ਬਾਅਦ ਟਰੈਵਲ ਕਰ ਸਕਦੇ, ਆ ਸਕਦੇ ਨੇ, ਮਤਲਬ ਠੀਕ ਆ ਸਕਦੇ ਆ। ਜਿਵੇਂ ਹੁਣ ਇਹਨਾਂ ਨੇ ਦੱਸਿਆ ਉਹਨਾਂ ਦੀ ਮਦਰ ਹੈ, ਠੀਕ ਹੈ, ਆਪਾਂ ਨੂੰ ਪ੍ਰੂਵ ਕਰਨਾ ਚਾਹੀਦਾ ਵਾਈ ਦ ਟਰੈਵਲ ਇਜ਼ ਅਸੈਂਸ਼ੀਅਲ, ਕਿ ਉਹ ਕਿਉਂ ਇੰਪੋਰਟੈਂਟ ਹੈ, ਠੀਕ ਹੈ। ਉਹਦੇ ਵਾਸਤੇ ਪਹਿਲਾਂ PHAC ਤੋਂ ਅਪਰੂਵਲ ਲੈਣਾ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਿਓ, ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਦੱਸਾਂਗੇ ਜੀ। ਬਿਲਕੁਲ। ਨੈਕਸਟ ਸੀ PR ਕਾਰਡ ਐਕਸਪਾਇਰ ਹੋ ਗਿਆ, ਪੁੱਛਣਾ ਚਾਹੁੰਦੇ ਨੇ ਕਿ ਰੀਨਿਊ ਕਰਵਾਉਣ ਲਈ ਕੀ ਉਹਨਾਂ ਨੂੰ ਜ਼ਿਆਦਾ ਫੀਸ ਭਰਨੀ ਪਏਗੀ? 2 ਮਹੀਨੇ ਹੋ ਗਏ ਨੇ ਐਕਸਪਾਇਰ। ਨਹੀਂ, ਕੋਈ ਫੀਸ ਜ਼ਿਆਦਾ ਨਹੀਂ ਜੀ। ਐਕਸਪਾਇਰ ਦਾ ਵੀ ਇਹ ਹੁੰਦਾ ਕਿ PR ਕਾਰਡ ਜਿਹੜਾ ਹੁੰਦਾ, ਤੁਹਾਡਾ PR ਕਦੀ ਐਕਸਪਾਇਰ ਨਹੀਂ ਹੁੰਦਾ, ਠੀਕ ਹੈ। PR ਕਾਰਡ ਜਸਟ ਤੁਹਾਨੂੰ ਐਂਟਰ ਕਰਨ ਵਾਸਤੇ ਚਾਹੀਦਾ, ਜੇ ਤੁਸੀਂ ਐਂਟਰ ਕਰਨਾ, ਠੀਕ ਹੈ। PR ਤੁਹਾਡਾ ਯੂ ਆਰ ਸਟਿਲ ਪਰਮਨੈਂਟ ਰੈਜ਼ੀਡੈਂਟ, ਜੇ ਤੁਸੀਂ ਕਿਤੇ ਨਹੀਂ ਗਏ ਉਹ ਤੁਹਾਨੂੰ PR ਆਬਲੀਗੇਸ਼ਨ ਦੇਖਣੀ ਪਊਗੀ ਜੇ ਤੁਸੀਂ ਕਿਤੇ ਗਏ ਹੋ, ਤੇ ਕੋਈ ਫੀਸ ਨਹੀਂ, ਬਸ ਤੁਸੀਂ ਕਰ ਸਕਦੇ ਹੋ ਅਪਲਾਈ ਉਹਨੂੰ ਜੀ। ਬ੍ਰੈਂਪਟਨ ਤੋਂ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿ ਸਿਟੀਜ਼ਨਸ਼ਿਪ ਲਈ ਉਹਨਾਂ ਨੇ ਆਪਣਾ ਨਾਮ ਦੇ ਨਾਲ ਸਰਨੇਮ ਲਗਾਉਣਾ ਆ, ਕੀ ਉਹਨਾਂ ਨੂੰ ਹੁਣ ਆਪਣੇ ਇੰਡੀਅਨ ਪਾਸਪੋਰਟ ਤੇ PR ਦੇ ਉੱਤੇ, ਕਾਰਡ ਦੇ ਉੱਤੇ ਵੀ ਆਪਣਾ ਸਰਨੇਮ ਨਾਲ ਚੇਂਜ ਕਰਨਾ ਪਏਗਾ? ਨਹੀਂ, ਤੁਸੀਂ ਨਾਮ ਚੇਂਜ ਇੱਥੇ ਕਰਵਾਉਣਾ ਤੇ ਤੁਸੀਂ ਆਪਣੇ ਇੱਥੇ ਐਫੀਡੇਵਿਟ ਲਾਓ, ਥੋੜਾ ਨਵਾਂ ਨਾਮ ਜਿਹੜਾ ਮਿਲ ਜੂਗਾ ਉਹ ਤੁਸੀਂ ਨਾਲ ਲਗਾ ਸਕਦੇ ਹੋ ਜੀ। ਨੈਕਸਟ ਸਾਡੇ ਕਾਲਰ ਸੀ ਜਿਹੜੇ ਪੁੱਛਣਾ ਚਾਹੁੰਦੇ ਸੀ ਕਿਹਦੇ ਤੋਂ ਕਰਵਾਉਣਾ ਚਾਹਣ। ਹਾਂਜੀ, ਅਸ਼ੋਕ ਜੀ ਦੱਸੇ ਸੀ ਨਾਮ ਉਹਨਾਂ ਨੇ, ਹੈ ਨਾ? ਹਾਂਜੀ, ਅਸ਼ੋਕ ਜੀ ਦੇਖੋ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਇਮੀਗ੍ਰੇਸ਼ਨ ਵਾਲਾ ਕੰਮ ਆ ਉਹ ਟਰਸਟ ਤੇ ਹੈ, ਠੀਕ ਹੈ। ਜਿੱਥੇ ਟਰਸਟ ਆਏ ਉੱਥੇ 1500 3500 2500 ਆਈ ਡੋਂਟ ਥਿੰਕ ਇਹ ਮੈਟਰ ਕਰਦਾ, ਠੀਕ ਹੈ। ਮੇਨ ਚੱਕਰ ਇਹ ਹੈ ਕਿ ਤੁਸੀਂ ਕੰਮ ਕਿਸ ਬੰਦੇ ਤੋਂ ਕਰਾ ਰਹੇ ਹੋ, ਕੀ ਉਹ ਆਥੋਰਾਈਜ਼ ਹੈਗਾ ਕੰਮ ਕਰਨ ਦਾ, ਉਹਨੂੰ ਨੌਲੇਜ ਹੈਗੀ ਹੈ। ਹੁਣ ਨੌਲੇਜ ਤੁਸੀਂ ਕਿਸੇ ਦੇਖੋਗੇ, ਉਹਦਾ ਰਿਵਿਊ ਪੜ੍ਹੋ ਗੂਗਲ ਤੇ ਜਾਂ ਵੈਸੇ ਦੇਖੋ, ਗੱਲਬਾਤ ਕਰੋ, ਠੀਕ ਹੈ। ਹੁਣ ਮੈਨੂੰ ਇਹਨਾਂ ਦੀ ਅੱਛੀ ਉਮਰ ਲੱਗਦੀ ਹੈ ਤੇ ਤੁਸੀਂ ਜੱਜ ਕਰ ਸਕਦੇ ਹੋ, ਠੀਕ ਹੈ। ਬਿਲਕੁਲ ਜੀ, ਕਿ ਕੱਲ ਨੂੰ ਜੇ ਕੋਈ ਕੰਮ ਖਰਾਬ ਹੁੰਦਾ ਕਿ ਤੁਸੀਂ ਉਹ ਬੰਦੇ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਤੋਂ ਕੰਪਲੇਨ ਕਰ ਸਕਦੇ ਹੋ। 1500 2500 3500 ਆਈ ਡੋਂਟ ਥਿੰਕ ਇੰਨਾ ਮੈਟਰ ਕਰਦਾ ਜੀ, ਠੀਕ ਹੈ। ਤੇ ਪੈਸੇ ਦੇਖ ਕੇ ਨਹੀਂ ਤੁਸੀਂ ਜੱਜ ਕਰ ਸਕਦੇ ਬੰਦਾ ਕੰਮ ਕਰੂਗਾ ਕਿ ਨਹੀਂ ਕਰੂਗਾ। ਜੈਨੂਇਨ ਵੇ ਨਾਲ ਤੁਹਾਡਾ ਕੰਮ ਕਰੇ ਤੇ ਤੁਹਾਨੂੰ ਉਹਦੇ ਉੱਤੇ ਭਰੋਸਾ ਹੋਣਾ ਚਾਹੀਦਾ, ਟਰਸਟ ਹੋਣਾ ਚਾਹੀਦਾ। ਉਹ ਤੇ ਟਰਸਟ ਮੇਨ ਹੈ, ਠੀਕ ਹੈ। ਉਹਦੀ ਨੌਲੇਜ ਦੇਖੋ, ਉਹਨੂੰ ਟਰਸਟ ਹੈ, ਤੁਹਾਨੂੰ ਹੈ, ਉਹ ਤੇ ਹੈਗਾ, ਫਿਰ ਕਰੋ। 1500 2500 3500 ਕੋਈ ਨਹੀਂ ਹੈ, ਬਿਲਕੁਲ ਜੀ, ਕਿਸੇ ਤੋਂ ਵੀ ਕਰਾਓ। ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਜਿਹੜਾ ਪਬਲਿਕ ਪ੍ਰੋਗਰਾਮ ਦੇ ਬਾਰੇ ਵਿੱਚ, ਐਲੀਜੀਬਿਲਿਟੀ ਦਾ ਤਾਂ ਤੁਸੀਂ ਦੱਸ ਰਹੇ ਹੋ ਨਾਲ ਦੀ ਨਾਲ ਕਿ ਜਿਹੜਾ ਸਟੂਡੈਂਟਸ ਲਈ ਖਾਸ ਤੌਰ ਤੇ ਹੈ। ਇਹਦੇ ਲਈ ਜੇ ਆਕੂਪੇਸ਼ਨ ਲਿਸਟ ਦੀ ਗੱਲ ਕੀਤੀ ਜਾਵੇ, ਉਹ ਕੀ ਹੈ, ਕਿਹੜੇ ਜਿਹੜੇ ਕੋਰਸਿਸ ਜਾਂ ਡਿਮਾਂਡਸ ਕਿਹੜੀਆਂ ਹੈਗੀਆਂ ਨੇ ਇਹਦੇ ਲਈ? ਕਾਫੀ ਨੌਕ ਕੋਡਸ ਹੈਗੇ ਆ। ਓਕੇ, ਬੜੀ ਐਕਸਟੈਂਸਿਵ ਲਿਸਟ ਹੈ। ਮਤਲਬ ਮੈਨੂੰ ਲੱਗਦਾ ਕਿ ਕੈਨੇਡਾ ਹੁਣ ਮਿਨਿਸਟਰ ਚਾਹੁੰਦੇ ਆ, ਇਮੀਗ੍ਰੇਸ਼ਨ ਮਿਨਿਸਟਰ, ਕਿ ਅਸੀਂ ਹੁਣ ਸਾਰਿਆਂ ਨੂੰ ਆਬਜ਼ਰਵ ਕਰ ਲੈਣਾ, ਠੀਕ ਹੈ। ਬਟ ਐਸ ਪਰ ਸਮ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਆਪਾਂ ਫੋਲੋ ਕਰਨੀਆਂ ਪੈਣੀਆਂ। ਇਹਦੇ ਚ ਕਾਫੀ ਹੈਗੇ ਆ, ਜਿਵੇਂ ਕੁਕਸ ਹੈ, ਹੋਮ ਚਾਈਲਡ ਕੇਅਰ ਹੈ, ਪੇਂਟਰ ਹੈ, ਟ੍ਰੇਡ ਵਾਲੇ ਵੀ ਹੈਗੇ ਆ, ਟਰੱਕਿੰਗ ਵਾਲੇ ਵੀ ਹੈਗੇ ਆ। ਇਸ ਬਾਰੇ ਗੱਲ ਕਰਾਂਗੇ। ਸਾਰੇ ਨੌਕਸ ਦੇ ਬਾਰੇ ਵਿੱਚ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਪੁੱਛਦੀ ਹਾਂ ਵੀ ਜਿਵੇਂ ਕੈਨੇਡਾ ਦੇ ਵੀਜ਼ਾ, ਵੈਸਟਰਨ ਵੀਜ਼ਾ ਆ ਸਕਦੇ ਬਲੇ ਕੈਨੇਡਾ? ਵਿਜ਼ਿਟਰ ਵੀਜ਼ਾ ਵਾਲੇ ਹੁਣੀ ਜੀ ਇਹਦਾ ਰਿਪਲਾਈ ਕਰਕੇ ਹਟੇ ਆ ਕਿ ਜੇਕਰ ਜ਼ਰੂਰੀ ਹੈ ਤਾਂ ਹੀ ਆ ਸਕਦੇ ਆ, ਛੇਤੀ ਅਦਰਵਾਈਜ਼ ਆਉਣ ਦੀ ਇਜਾਜ਼ਤ ਹੈ ਨਹੀਂ ਕਿ। ਬਾਕੀ ਸਰ ਤੋਂ ਆਪਾਂ ਪੂਰੀ ਡਿਟੇਲ 'ਚ ਜਾਣਕਾਰੀ ਲੈ ਲੈਂਦੇ ਆ ਕਿ ਵਿਜ਼ਿਟਰ ਵੀਜ਼ਾ ਵਾਲੇ ਆ ਸਕਦੇ ਆ ਕਿ ਨਹੀਂ। ਜਿਵੇਂ ਕੋਈ ਭੈਣ ਭਾਈ ਹੈਗਾ ਆਪਣਾ, ਕੋਈ ਆਉਣਾ ਕਿਉਂ ਆ ਜੀ? ਕੋਈ ਰੀਜ਼ਨ ਹੈ ਵਿਜ਼ਿਟ ਕਰਨ ਦਾ? ਨਹੀਂ, ਰੀਜ਼ਨ ਨਹੀਂ ਕੋਈ ਹੈਗਾ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਇੱਥੇ ਮੁੜਿਆ, ਮੈਂ ਉਸੇ ਬਾਰੇ ਥੋੜਾ ਪੁੱਛਣਾ ਤੁਹਾਨੂੰ ਸਰ। OCI ਦੇ ਬਾਰੇ ਵਿੱਚ ਹਮਦਰ ਟੀਵੀ ਨੇ ਲਾਈਵ ਪ੍ਰੋਗਰਾਮ ਕੀਤਾ ਸੀ। ਬਾਕੀ ਤੁਸੀਂ 6 ਵਜੇ ਵਾਲੇ ਪ੍ਰੋਗਰਾਮ 'ਚ ਐਂਡ ਵਿੱਚ ਕਾਲ ਕਰ ਲਿਓ, ਤੁਹਾਨੂੰ ਡਿਟੇਲ 'ਚ ਜਾਣਕਾਰੀ ਦੇ ਦੇਵਾਂਗੇ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਜੀ ਸਰ, ਆਪਾਂ ਗੱਲਬਾਤ ਕਰ ਸੀ ਪਹਿਲਾਂ ਇਹਨਾਂ ਦਾ ਦੱਸ ਦਈਏ ਕਿ ਕੈਨੇਡਾ ਵਿੱਚ ਵਿਜ਼ਟਰ ਵੀਜ਼ਾ ਵਾਲੇ ਆ ਸਕਦੇ ਕਿ ਨਹੀਂ? ਵਿਜ਼ਟਰ ਵੀਜ਼ਾ ਵਾਲੇ ਦੇਖੋ, ਤੁਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਅਸੈਂਸ਼ੀਅਲ ਟਰੈਵਲ ਹੈ, ਠੀਕ ਹੈ। ਸਪੋਜ਼ ਜਿਵੇਂ ਹੁਣ ਇੱਥੇ ਕੋਈ PR ਹੈ ਜਾਂ ਜ਼ਰੂਰੀ ਹੈ, ਸਿਟੀਜ਼ਨ ਹੈ, ਠੀਕ ਹੈ,
ਹੁਣ ਜਿਵੇਂ ਸਾਡੇ ਕਾਫੀ ਪਿੱਛੇ 6-7 ਕੇਸ ਕੀਤੇ ਆ, ਉਹਨਾਂ ਦੀ ਪ੍ਰੈਗਨੈਂਸੀ ਸੀ ਜਾਂ ਮੈਡੀਕਲ ਉਹ ਸੀਗੇ, ਉਹਨਾਂ ਨੂੰ PHAC ਤੋਂ ਅਪਰੂਵਲ ਲੈ ਕੇ ਫੇਰ ਆ ਸਕਦੇ ਆ। ਅਦਰਵਾਈਜ਼ ਨਹੀਂ, ਜੇ ਤੁਸੀਂ ਕਹੋਗੇ ਸਿਰਫ ਉਹਨਾਂ ਨੇ ਘੁੰਮਣ ਆਉਣਾ, ਜਿਵੇਂ ਹੁਣ ਇਹਨਾਂ ਨੇ ਕਾਲਰ ਨੇ ਦੱਸਿਆ ਕਿ ਕੋਈ ਰੀਜ਼ਨ ਨਹੀਂ ਆਉਣ ਦਾ, ਤੇ ਆਈ ਵੁੱਡ ਸੁਜੈਸਟ ਕਿ ਉਹ ਨਾ ਆਉਣ, ਆ ਵੀ ਨਹੀਂ ਸਕਦੇ, ਉਹਨਾਂ ਨੂੰ ਪਰਮਿਸ਼ਨ ਵੀ ਨਹੀਂ ਮਿਲਣੀ। ਜੀ ਬਿਲਕੁਲ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਵਿਨੀਪੈਗ ਤੋਂ ਬੋਲਦੇ ਹਾਂ ਜੀ। ਤੇ ਇਹ ਪੁੱਛਣਾ ਸੀਗਾ ਵੀ ਅਸੀਂ ਵੈਸਟ ਵੇਜ ਤੇ ਆਏ ਸੀ, ਮਿਸਿਸ ਮੇਰੀ ਸਦਰ ਵੇਜ ਤੇ ਆਈ ਹੋਈ ਹੈ ਤੇ ਸਾਡਾ ਪਾਸਪੋਰਟ ਖਤਮ ਹੋਣ ਵਾਲਾ, ਸਾਨੂੰ ਦੁਬਾਰਾ ਵੀਜ਼ਾ ਇੱਥੋਂ ਮਿਲੂਗਾ, ਇੰਡੀਆ ਜਾ ਕੇ ਬਣਾਉਣਾ ਪਊਗਾ ਦੁਬਾਰਾ ਜੀ ਤੁਹਾਡਾ ਪਾਸਪੋਰਟ ਐਕਸਪਾਇਰ ਹੋਣ ਵਾਲਾ, ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਜੇ ਤੁਸੀਂ ਇਹਨੂੰ ਅੱਗੇ ਐਕਸਟੈਂਡ ਕਰਨਾ ਹੈ ਤਾਂ ਇੰਡੀਆ ਤੋਂ ਜਾ ਕੇ ਕਰਵਾਉਣਾ ਪੈਣਾ ਜਾਂ ਫਿਰ ਇੱਥੋਂ ਹੀ ਹੋ ਸਕਦਾ? ਹਾਂਜੀ 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 ਜੀ ਸਰ, ਤੁਸੀਂ ਕੁਝ ਪੁੱਛਣਾ ਜਾਂ ਆਨਸਰ ਦਈਏ ਆਪਾਂ? ਨਹੀਂ ਬਸ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਸਰੀਪੁਰ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਸਵਾਲ ਹੈ? ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੇਰੀ ਨਾ ਮਦਰ ਇੱਕ ਸੁਪਰ ਵੀਜ਼ਾ ਤੇ ਆ, ਮੇਰੀ ਵਾਈਫ ਜਿਹੜੀ ਉਹ ਪਾਸਟ ਵੇ ਹੋ ਗਈ ਆ ਲਾਸਟ ਮੰਥ ਜੀ, ਬੱਚੇ ਮੇਰੇ ਮੰਮੀ ਦੇਖਦੀ ਹੈ ਤਾਂ ਉਹਨਾਂ ਦਾ ਕੁਝ PR ਦਾ ਹੋ ਸਕਦਾ? PR ਦਾ ਜੀ ਸਰ, ਕੁਝ ਪੁੱਛਣਾ ਜਾਂ ਆਨਸਰ ਦਈਏ? ਮੈਂ ਛੋਟਾ ਆਨਸਰ ਦੇ ਦੂੰਗਾ, ਬਟ ਫਿਰ ਇਹਨਾਂ ਨੂੰ ਕਾਫੀ ਇਨਫੋਰਮੇਸ਼ਨ ਚਾਹੀਦੀ ਹੋਗੀ। ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸਰ, ਪਹਿਲਾਂ ਜਿਨ੍ਹਾਂ ਨੇ ਆਪਾਂ ਨੂੰ ਪੁੱਛਿਆ ਸੀਗਾ ਕਿ ਵਿਨੀਪੈਗ ਤੋਂ ਜੀ ਵਿਜ਼ਟਰ ਵੀਜ਼ਾ ਤੇ ਨੇ ਤੇ ਉਹਨਾਂ ਦੀ ਵਾਈਫ ਸੁਪਰ ਵੀਜ਼ਾ ਤੇ ਨੇ, ਪਾਸਪੋਰਟ ਐਕਸਪਾਇਰ ਹੋਣ ਵਾਲੇ ਆ ਤੇ ਜੇ ਐਕਸਟੈਂਡ ਕਰਨਾ ਹੋਵੇ ਕੀ ਕੀਤਾ ਜਾਵੇ? ਨਹੀਂ, ਵਾਈਫ ਮੇਰੇ ਕੋਲ ਵਰਕ ਪਰਮਿਟ ਤੇ ਗਿਆ ਸੀ। ਸੁਪਰ ਵੀਜ਼ਾ। ਸੁਪਰ ਵੀਜ਼ਾ ਗਿਆ ਸੀ, ਓਕੇ ਹਾਂ ਚਲੋ। ਐਨੀ ਹਾਊ ਜੇ ਇਹਨਾਂ ਦਾ ਹੈਗਾ, ਦੇਖੋ ਇੱਥੇ ਵੀ ਅਪਲਾਈ ਕਰ ਸਕਦੇ ਜੇ ਵਰਕ ਪਰਮਿਟ ਹੈ ਉਸ ਅਕੋਰਡਿੰਗ ਵੀ ਤੁਸੀਂ ਦੱਸ ਸਕਦੇ ਹੋ। ਹਾਂਜੀ ਹਾਂਜੀ ਹਾਂ, ਦੋਨੋਂ TRV ਜਿਹੜਾ ਹੁੰਦਾ, ਦੇਖੋ ਦੋ ਹੁੰਦੇ, ਇੱਕ ਤਾਂ ਹੁੰਦਾ ਪਰਮਿਟ, ਇੱਕ ਹੁੰਦਾ ਵਿਜ਼ਟਰ ਰੈਕੋਰਡ ਜਿਹੜਾ ਉਹਨੇ ਕਰਨਾ, ਉਹ ਇੱਥੇ ਵੀ ਕਰ ਸਕਦੇ ਹੋ, ਠੀਕ ਹੈ। ਉਹਨੂੰ ਇੰਡੀਆ ਜਾਣ ਦੀ ਲੋੜ ਨਹੀਂ, ਉਹਨੂੰ ਐਕਸਟੈਂਡ ਕਰਨਾ, ਐਕਸਟੈਂਡ ਇੱਕ ਉਹ ਹੁੰਦਾ, ਇੱਕ ਉਹਨੂੰ ਕਹਿੰਦੇ ਵਿਜ਼ਟਰ ਰੈਕੋਰਡ, ਠੀਕ ਹੈ। TRV ਜਿਹੜਾ ਇੱਕ ਵਾਰੀ ਸਟੈਂਪ ਲੱਗ ਗਈ, ਤੁਹਾਨੂੰ ਲੱਗ ਗਈ, ਉਹ ਤੋਂ ਬਾਅਦ ਆਪਾਂ ਇੱਥੇ ਰਹਿ ਕੇ ਵੀ ਇਹਨੂੰ ਕਰ ਸਕਦੇ ਹਾਂ, ਤੁਹਾਨੂੰ ਜਾਣ ਦੀ ਲੋੜ ਨਹੀਂ ਵਾਪਸ ਇੰਡੀਆ। ਹਾਂਜੀ, ਪਾਸਪੋਰਟ ਰੀਨਿਊ ਕਰਵਾ ਲਓ, ਪਾਸਪੋਰਟ ਇੱਥੇ ਰੀਨਿਊ ਹੋ ਜਾਊਗਾ, ਠੀਕ ਹੈ। ਉਹ ਤੋਂ ਬਾਅਦ ਫਿਰ ਆਪਾਂ ਨੈਕਸਟ ਸਟੈਪ ਕਰ ਸਕਦੇ ਹਾਂ ਜੀ। ਨੈਕਸਟ ਸਰੀ ਤੋਂ ਕਾਲ ਆਈ ਸੀ, ਇਹਨਾਂ ਨੇ ਆਪਣੇ ਮਦਰ ਦੇ ਬਾਰੇ ਪੁੱਛਣਾ ਚਾਹੁੰਦੇ ਨੇ ਕਿ PR ਦੇ ਬਾਰੇ ਕੀ ਹੋ ਸਕਦਾ ਹੈ? ਹਾਂਜੀ, ਇਹਨਾਂ ਕੋਲ ਦੋ ਆਪਸ਼ਨ ਹੈ ਜੀ, ਇੱਕ ਤਾਂ ਸੁਪਰ ਵੀਜ਼ਾ ਅੱਗੇ ਕਰ ਲੈਣ, ਤੇ ਦੂਸਰਾ ਇੱਕ ਹੁੰਦਾ ਹਿਊਮੈਨਿਟੇਰੀਅਨ ਐਂਡ ਕੰਪੈਸ਼ਨੇਟ ਗਰਾਊਂਡ, ਠੀਕ ਹੈ। ਉਹਦੇ ਵਾਸਤੇ ਸਾਨੂੰ ਕਾਫੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ, ਉਹ ਕਰ ਸਕਦੇ ਹਾਂ, ਉਸ ਬੇਸ ਤੇ PR ਲੱਗ ਸਕਦੀ ਹੈ, ਜਿਵੇਂ ਇਹਨਾਂ ਦੀ ਕੰਡੀਸ਼ਨ ਇਹਨਾਂ ਨੇ ਦੱਸਿਆ, ਠੀਕ ਹੈ, ਉਸ ਬੇਸ ਜੀ। ਸਰ, ਆਪਾਂ ਜਿਹੜਾ ਪਬਲਿਕ ਪ੍ਰੋਗਰਾਮ ਆ ਉਹਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਉਹਦੇ ਵਿੱਚ ਨੌਕਸ ਬਾਰੇ ਗੱਲ ਕਰ ਰਹੇ ਸੀਗੇ ਕਿ ਕਾਫੀ ਤੁਸੀਂ ਦੱਸਿਆ ਕਿ ਨੌਕ D ਤੱਕ ਦੀਆਂ ਜਿਹੜੀਆਂ ਜੌਬਸ ਨੇ ਇਸ ਵਾਰੀ ਉਹਨਾਂ ਨੂੰ ਵੀ ਜਿਹੜਾ ਇਨਵੀਟੇਸ਼ਨ ਭੇਜਣ ਦੀ ਪੂਰੀ ਵਿਚਾਰ ਹੈਗੀ ਹੈ। ਸੋ ਇਹਦੇ ਬਾਰੇ ਮੈਂ ਜਾਣਨਾ ਚਾਹੂੰਗੀ ਕਿਸ ਲੈਵਲ ਤੱਕ ਦੀਆਂ ਜੌਬਸ ਨੇ? ਮੈਂ ਸੁਣ ਰਹੀ ਸੀ ਕਿ ਡਰਾਈਵਰਸ ਤੱਕ ਵੀ ਇਹਦੇ ਵਿੱਚ ਮਤਲਬ ਉਹਨਾਂ ਨੂੰ ਵੀ ਓਪਰਚੁਨਿਟੀ ਦਿੱਤੀ ਜਾ ਰਹੀ ਹੈ। ਹਾਂਜੀ ਹਾਂਜੀ, ਡਰਾਈਵਰ ਮੈਂ ਕੁਝ ਇੱਥੋਂ ਪੜ੍ਹ, ਜਿਵੇਂ ਪਲੰਬਰਸ ਹੋ ਗਏ, ਗੈਸ ਫਿਟਰ ਹੋ ਗਏ, ਕਾਰਪੈਂਟਰ ਹੋ ਗਏ, ਉਹ ਹੈ। ਸਿਰਫ ਕੰਡੀਸ਼ਨ ਇਹ ਹੈ ਕਿ ਉੱਥੇ ਕੰਮ ਕਰਦੇ ਹੋਣੇ ਚਾਹੀਦੇ ਲੀਗਲੀ, ਓਕੇ, ਠੀਕ ਹੈ, ਲੀਗਲੀ ਕੰਮ ਕਰਦੇ ਹੋਣ, ਜਿਵੇਂ ਪਹਿਲਾਂ ਦੱਸਿਆ ਓਪਨ ਵਰਡ ਵਿੱਚ ਐਨੀਥਿੰਗ ਕਾਫੀ ਹੈ, ਕਾਰਪੈਂਟਰ ਹੋ ਗਏ, ਠੀਕ ਹੈ, ਬ੍ਰਿਕ ਲੇਅਰਸ ਹੋ ਗਏ, ਠੀਕ ਹੈ, ਉਹ ਤੋਂ ਬਾਅਦ ਬੋਇਲਰ ਹੋ ਗਏ, ਮਸ਼ੀਨਿਸਟ ਹੋ ਗਏ, ਕਾਫੀ ਬਹੁਤ ਜ਼ਿਆਦਾ ਐਕਸਟੈਂਸਿਵ ਹੈ, ਠੀਕ ਹੈ। ਇਟਸ ਅਵੇਲੇਬਲ ਔਨ canada.ca, ਮਤਲਬ ਮੈਂ ਕਲਾਇੰਟਸ ਨੂੰ ਕਹੂੰਗਾ ਤੁਸੀਂ ਉੱਤੇ ਕਰ ਸਕਦੇ ਹੋ। ਬਾਕੀ ਜੇ ਕੋਈ ਸਪੈਸੀਫਿਕ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਕਾਲ ਕਰ ਲਓ, ਅਸੀਂ ਜਿਹੜਾ ਸਾਨੂੰ ਦੱਸੋਗੇ ਅਸੀਂ ਦੱਸ ਸਕਦੇ ਹਾਂ ਕਿ ਹੈ ਕਿ ਨਹੀਂ ਹੈ। ਬਿਲਕੁਲ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਨਾ ਮੈਂ ਇੱਕ ਕੁਐਸਚਨ ਪੁੱਛਣਾ ਸੀ ਮੈਡਮ ਵੀ ਜਿੱਦਾਂ ਲੜਕਾ ਇੱਥੇ ਵਰਕ ਪਰਮਿਟ ਤੇ ਕੰਮ ਕਰਦਾਗਾ ਤੇ ਉਹਦੇ ਘਰ ਵਾਲੀ ਜਿਹੜੀ ਵਾਈਫ ਆ ਉਹ ਇੰਡੀਆ ਦਾ, ਉਹ ਆਊ ਤਾਂ ਵੇਟਰ ਤੋਂ ਵੀ ਆ ਕੇ ਤਾਂ ਉਹਨੂੰ ਵਰਕ ਪਰਮਿਟ ਮਿਲ ਜਾਊਗਾ ਕੰਮ ਵਾਲਾ, ਉਹ ਆ ਸਕਦੀ ਆ ਨਾ? ਇਸ ਟਾਈਮ ਤੁਸੀਂ ਕਹਿ ਰਹੇ ਹੋ ਕਿ ਇਸ ਟਾਈਮ ਵਿਜ਼ਟਰ ਵੀਜ਼ੇ ਉੱਤੇ ਉਹਨਾਂ ਦੀ ਸਪਾਊਸ ਆ ਸਕਦੀ ਹੈ ਕਿ ਨਹੀਂ ਆ ਸਕਦੀ ਲੜਕੀ? ਹਾਂ ਜੀ, ਉਹ ਕੈਨੇਡਾ ਤੇ ਆ ਇਸ ਟਾਈਮ। ਹਸਬੈਂਡ ਕੈਨੇਡਾ ਚ, ਹਸਬੈਂਡ ਕੈਨੇਡਾ ਚ ਤੇ ਵਾਈਫ ਇੰਡੀਆ ਦੇ ਵਿੱਚ ਹੈ, ਤੇ ਉਹ ਪੁੱਛਣਾ ਚਾਹੁੰਦੇ ਨੇ ਕਿ ਇਸ ਵਕਤ ਆ ਸਕਦੇ ਆ? ਉਹਨੂੰ ਲੱਗਣਾ ਤਾਂ ਵੇਟਰ ਵੀਜ਼ਾ ਹੀ ਆ, ਵੀ ਫਿਰ ਆ ਕੇ ਵਰਕ ਪਰਮਿਟ ਮਿਲ ਜਾਊਗਾ ਜੀ ਉਹਨੂੰ ਵੀ ਓਪਨ। ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਇਸ ਵਕਤ ਉਹ ਆ ਸਕਦੀ ਆ ਕਿ ਨਹੀਂ ਆ ਸਕਦੀ ਆ? ਸਪਾਊਸ ਵਿਜ਼ਿਟ ਕਰ ਸਕਦਾ? ਹਾਂਜੀ, ਉਹ ਕਿਹੜੇ ਵਿਜ਼ਟਰ ਵੀਜ਼ਾ ਕਰ ਸਕਦੇ, ਬਟ ਅੱਜ ਕੱਲ ਨਹੀਂ ਲੱਗੂਗਾ, ਮੈਂ ਸੁਜੈਸਟ ਨਹੀਂ ਕਰੂੰਗਾ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਇਹਨਾਂ ਨੂੰ? ਹਾਂਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਤਾਂ ਬੋਲ ਪੁੱਛਣਾ ਸੀਗਾ ਕੀ ਆਪਣੇ ਬ੍ਰਦਰ ਨੂੰ ਬੁਲਾਉਣਾ ਚਾਹੁੰਦੀ, ਕੀ ਡਾਕੂਮੈਂਟ? ਸਰ, ਤੁਹਾਡਾ ਕੁਐਸਚਨ ਮੈਨੂੰ ਆਵਾਜ਼ ਕਲੀਅਰ ਨਹੀਂ ਆ ਰਹੀ ਜੀ, ਇੱਕ ਵਾਰੀ ਦੁਬਾਰਾ ਰਿਪੀਟ ਕਰਿਓ, ਹੌਲੀ ਬੋਲਿਓ ਤੇ ਥੋੜਾ ਉੱਚੀ ਬੋਲਿਓ। ਕੀ ਕਹਿ ਰਹੇ ਹੋ ਜੀ? ਮੈਡਮ ਜਿਹੜੀ PR ਆ ਉਹ ਆਪਣੇ ਬ੍ਰਦਰ ਨੂੰ ਸਪਾਂਸਰ ਕਰਨਾ ਚਾਹੁੰਦੀ ਹੈ, ਕੀ ਡਾਕੂਮੈਂਟ ਰਿਕੁਆਇਰਮੈਂਟ ਆ? ਭਾਈ ਨੇ ਤਾਂ ਜੀ ਨੇ ਪੁੱਛਿਆ ਸੀ। ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਕਿਹਦੇ ਬਾਰੇ? ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਜਾਣਨਾ ਤੁਸੀਂ? ਹਾਂਜੀ ਹਾਂਜੀ, ਕੈਨੇਡਾ ਇਮੀਗ੍ਰੇਸ਼ਨ, ਕੈਨੇਡਾ ਦੀ ਜਿਹੜੀ PR ਆ ਉਹ ਆਪਣੇ ਬ੍ਰਦਰ ਨੂੰ ਸਪਾਂਸਰ ਕਰਨਾ ਚਾਹੁੰਦੀ ਹੈ, ਵੀ ਉਹਦੇ ਕੀ ਡਾਕੂਮੈਂਟ ਹੈ? ਉਹ ਕਾਫੀ ਲੰਬੀ ਲਿਸਟ ਆ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਰ, ਪਹਿਲਾਂ ਜਿਨ੍ਹਾਂ ਨੇ ਗੱਲ ਕੀਤੀ ਸੀ ਕਿ
ਵਾਈਫ ਨੂੰ ਸਪਾਊਸ ਵੀਜ਼ਾ ਤੇ ਹਾਂ ਹਾਂਜੀ ਦੇਖੋ ਵਰਕ ਪਰਮਿਟ ਹੁਣ ਡਿਪੈਂਡ ਕਰਦਾ ਕਿਹੜੇ ਨੌਕ ਕੋਡ ਤੇ ਆ ਠੀਕ ਹੈ ਜੇ ਤਾਂ ਨੌਕ ਕੋਡ ਬੀ ਤੇ ਹੈਗੀ ਆ ਫਿਰ ਉਹ ਉਹਨਾਂ ਨੂੰ ਵਰਕ ਪਰਮਿਟ ਤੇ ਬੁਲਾ ਸਕਦੇ ਨਾਲ ਜੇ ਉਹ ਸੀ ਤੇ ਆ ਕੋਈ ਟਰੱਕ ਵਗੈਰਾ ਚਲਾਉਂਦੇ ਆ ਫਿਰ ਉਹ ਵਿਜ਼ਟਰ ਵੀਜ਼ਾ ਤੇ ਟੈਕਨੀਕਲੀ ਆ ਸਕਦੇ ਆ ਬਟ ਆਈ ਡੋਂਟ ਥਿੰਕ ਕਿ ਅੱਜ ਕੱਲ ਦੀ ਸਿਚੁਏਸ਼ਨ ਚ ਉਹਨਾਂ ਨੂੰ ਮਿਲੂਗਾ ਜੀ ਤੇ ਉਸ ਤੋਂ ਬਾਅਦ ਸੀ ਆ ਉਹਨਾਂ ਨੇ ਜਿਨ੍ਹਾਂ ਨੇ ਗੱਲ ਕੀਤੀ ਕਿ ਬੇਟੀ ਪੀਆਰ ਤੇ ਹੈ ਤੇ ਬ੍ਰਦਰ ਨੂੰ ਸਪਾਂਸਰ ਕਰਨਾ ਚਾਹੁੰਦੀ ਹੈ ਹਾਂਜੀ ਉਹ ਸਪਾਂਸਰ ਕਰ ਸਕਦੇ ਆ ਜਿਹੜਾ ਇੱਥੇ ਉਹਨਾਂ ਦਾ ਰਿਲੇਟਿਵ ਤੁਸੀਂ ਰੀਅਲ ਸਿਸਟਰ ਹੈਗੇ ਤੇ ਉਹਨਾਂ ਨੂੰ ਪੁਆਇੰਟ ਮਿਲੂਗੇ 15 ਪੁਆਇੰਟ ਅਦਰਵਾਈਜ਼ ਐਸ ਸੱਚ ਕੋਈ ਨਹੀਂ ਹੈ ਕਿ ਜੇ ਬ੍ਰਦਰ ਔਰ ਸਿਸਟਰ ਨੂੰ ਕਹੋਗਾ ਆਉਣਾ ਜਾਂ ਸਿਸਟਰ ਬ੍ਰਦਰ ਨੂੰ ਕਹੋਗੇ ਉਹ ਕਾਫੀ ਕੁਝ ਹੁੰਦੇ ਆ ਉਹਨਾਂ ਦੀ ਐਜੂਕੇਸ਼ਨ ਦੇਖਣੀ ਪਊਗੀ ਇੰਡੀਆ ਵਿੱਚ ਉਹਨਾਂ ਨੇ ਕੀ ਐਜੂਕੇਸ਼ਨ ਕੀਤੀ ਹੈ ਕੀ ਐਕਸਪੀਰੀਅੰਸ ਹੈ ਕੀ ਇੰਗਲਿਸ਼ ਉਹਨਾਂ ਦੀ ਉਹ ਹੈਗੀ ਆ ਠੀਕ ਹੈ ਜੀ ਬਿਲਕੁਲ ਉਹ ਹੈਲਪ ਜ਼ਰੂਰ ਹੋਊਗੀ ਇੱਥੋਂ ਦੇ ਰਿਲੇਟਿਵ ਦੀ ਪੁਆਇੰਟਸ ਮਿਲ ਜਾਣਗੇ ਬਾਕੀ ਉਹਨਾਂ ਦੇ ਆਪਦੀ ਖੁਦ ਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਹਿ ਕੇ ਤੇ ਬੋਲਦੀ ਜੀ ਜੀ ਸਰ ਦੱਸੋ ਕੀ ਸਵਾਲ ਹੈ ਤਾਂ ਸਾਡੇ ਆਪਣੇ 에어ਪੋਰਟ ਦੇ ਬੱਚੇ ਤਾਂ ਉਹਨਾਂ ਦਾ ਵਰਕ ਪਰਮਿਟ ਤੇ ਆਇਓ ਬੇਟੇ ਵੀ ਤੇ ਜੀ ਬੇਟੇ ਵੀ ਤੇ ਆਇਓ ਤਾਂ ਹੁਣ ਵਰਕ ਪਰਮਿਟ ਉਹ ਨਹੀਂ ਲਿਆ ਜੀ ਤਾਂ ਵਰਕ ਪਰਮਿਟ ਲਿਆ ਤਾਂ ਹੁਣ ਉਹਨਾਂ ਦੀ ਕੋਈ ਦੋ ਉਹਨਾਂ ਦੇ ਬੱਚੇ ਤਾਂ ਅਰਜੀ ਉਹਨਾਂ ਦੀ ਲੱਗ ਜਾਏ ਰੁਕੇ ਤਾਂ ਨਹੀਂ ਜੀ ਬੱਚੇ ਤਾਂ ਪੜ੍ਹਦੇ ਆ ਬੱਚੇ ਇੱਥੇ ਪੜ੍ਹ ਰਹੇ ਨੇ ਜੀ ਹਾਂਜੀ ਹਾਂਜੀ ਇੱਥੇ ਪੜ੍ਹਦੇ ਆ ਹਾਂਜੀ ਕੁਐਸਚਨ ਕੀ ਹੈ ਮੈਂ ਸਮਝ ਨਹੀਂ ਵਿਜ਼ਟਰ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਇਸ ਨਵੇਂ ਪ੍ਰੋਗਰਾਮ ਦੇ ਵਿੱਚ ਇਹ ਅਪਲਾਈ ਕਰ ਸਕਦੇ ਆ ਕਿ ਨਹੀਂ ਹਾਂ ਭਾਈ ਜਿੱਦਾਂ ਪੀਰ ਕਰਦੀ ਤੇ ਅਰਜੀ ਲੱਗ ਸਕਦੀ ਹੈ ਨਹੀਂ ਹਾਂ ਤਾਂ ਕਰਕੇ ਜੀ 1 ਮਿੰਟ ਤੁਸੀਂ ਹੋਲਡ 1 ਮਿੰਟ ਲਈ ਹੋਲਡ ਕਰਿਓ ਸਰ ਇਹ ਤੁਸੀਂ ਮੇਰਾ ਸਵਾਲ ਦੀ 1 ਮਿੰਟ ਸੁਣ ਲਿਓ ਜੀ ਮੈਂ ਸਹੀ ਪੁੱਛ ਰਹੀ ਹਾਂ ਸਰ ਇਹ ਕਹਿ ਰਹੇ ਨੇ ਕਿ ਵਿਜ਼ਟਰ ਵੀਜ਼ਾ ਤੇ ਬੱਚੇ ਆ ਸੀ ਹਸਬੈਂਡ ਵਾਈਫ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨੂੰ ਵਰਕ ਪਰਮਿਟ 'ਚ ਬੁਲਾ ਲਿਆ ਉਸ ਤੋਂ ਬਾਅਦ ਬੱਚੇ ਉਹਨਾਂ ਦੇ ਦੋ ਇੱਥੇ ਨੇ ਉਹ ਇੱਥੇ ਸਟੱਡੀ ਕਰਨ ਲੱਗ ਗਏ ਨੇ ਕੀ ਉਹ ਇਸ ਪ੍ਰੋਗਰਾਮ ਦੇ ਅਕੋਰਡਿੰਗ ਆਪਦੀ ਪੀਆਰ ਦੀ ਫਾਈਲ ਲਗਾ ਸਕਦੇ ਹਾਂਜੀ ਜੇ ਉਹ ਕੰਡੀਸ਼ਨ ਮੈਟ ਕਰਦੇ ਜੀ 1 ਸਾਲ ਦਾ ਐਕਸਪੀਰੀਅੰਸ ਹੈਗਾ ਜੇ ਉਹਨਾਂ ਨੂੰ ਤਾਂ ਕਰ ਸਕਦੇ ਆ ਜੀ ਠੀਕ ਹੈ ਫਿਰ ਨੌਕ ਕੋਡ ਤੁਸੀਂ ਕਾਲ ਕਰ ਲਓ ਮੈਨੂੰ ਇੱਕ ਵਾਰੀ ਡਿਟੇਲ ਵਿੱਚ ਪੂਰੀ ਡਿਟੇਲ ਲੈਣੀ ਹੈ ਤੁਸੀਂ ਇਹਨਾਂ ਨੂੰ ਕਾਲ ਕਰਕੇ ਬਾਕੀ ਦੀ ਡਿਟੇਲ ਲੈ ਸਕਦੇ ਹੋ ਜੀ ਸ਼ੁਕਰੀਆ ਕਾਲ ਕਰਨ ਲਈ ਅਗਲੇ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਅਸੀਂ ਸਰੀ ਤੋਂ ਬੋਲਦੇ ਆ ਜੀ ਮੇਰੇ ਬ੍ਰਦਰ ਕੋਲੇ ਵਰਕ ਪਰਮਿਟ ਸੀਗਾ ਉਹ ਉਹਨਾਂ ਨੇ ਵਰਕ ਪਰਮਿਟ ਐਕਸਟੈਂਡ ਕਰਨ ਲਈ ਉਹਨਾਂ ਨੇ ਫਾਈਲ ਮਈ ਦੀ ਲਾਈ ਹੋਈ ਆ ਉਹਨਾਂ ਦਾ ਵਰਕ ਪਰਮਿਟ ਨਹੀਂ ਆਇਆ ਅਜੇ ਤੱਕ ਤੇ ਉਹਨਾਂ ਦਾ ਯਾਨੀ ਸੈਪਟੰਬਰ ਤੱਕ ਸੀਗਾ ਵਰਕ ਪਰਮਿਟ ਉਹਨਾਂ ਕੋਲ ਉਹ ਤਾਂ ਲੰਘ ਚੁੱਕਿਆ ਹੈ ਬਟ ਇੰਨਾ ਟਾਈਮ ਹੋਣ ਦੇ ਬਾਵਜੂਦ ਵੀ ਉਹਦਾ ਵਰਕ ਪਰਮਿਟ ਨਹੀਂ ਆਇਆਗਾ ਉਹਦੀ ਦੀ ਮੈਸੇਜ ਵੀ ਇੱਥੇ ਆ ਤੇ ਬੇਟਾ ਇੱਥੇ ਸਕੂਲ 'ਚ ਸਟੱਡੀ ਕਰਦਾ ਹੈ 5th ਗ੍ਰੇਡ ਦੇ ਵਿੱਚ ਤੇ ਉਹਨਾਂ ਦੇ ਕੋਲ ਵੀ ਹੁਣ ਕੁਛ ਰਹਿਣ ਨੂੰ ਪਹਿਲਾਂ ਤਾਂ ਸੀ ਐਕਸਟੈਂਸ਼ਨ ਲੱਗੀ ਸੀ ਸਟੇ ਮਿਲ ਗਈ ਸੀਗੀ ਉਹਨਾਂ ਦੇ ਸਪਾਊਸ ਨੂੰ ਤੇ ਹੁਣ ਉਹਨਾਂ ਦੇ ਕੋਲੇ ਕੁਛ ਵੀ ਨਹੀਂਗਾ ਤੇ ਉਹ ਆ ਪੀਆਰ ਲਈ ਲਾ ਸਕਦੇ ਆ ਵਰਕ ਪਰਮਿਟ ਦੀ ਐਕਸਟੈਂਸ਼ਨ ਉਹਨਾਂ ਨੇ ਪਾਈ ਹੋਈ ਹੈ ਤੇ ਅਜੇ ਤੱਕ ਐਕਸਟੈਂਸ਼ਨ ਮਿਲੀ ਨਹੀਂ ਤੁਸੀਂ ਇਹ ਪੁੱਛਣਾ ਚਾਹੁੰਦੇ ਹੋ ਕਿ ਕੀ ਉਹ ਐਲੀਜੀਬਲ ਨੇ ਇਹਦੇ ਅੰਡਰ ਪ੍ਰੋਗਰਾਮ ਦੇ ਹਾਂਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਸ਼ੁਕਰੀਆ ਸਰ ਨੈਕਸਟ ਕਾਲਰ ਜੁੜ ਗਏ ਨੇ ਇੱਕ ਲਾਸਟ ਅਸੀਂ ਇਸ ਵਕਤ ਕਾਲ ਲੈ ਰਹੇ ਹਾਂ ਉਸ ਤੋਂ ਬਾਅਦ 5 ਮਿੰਟ ਲਈ ਅਸੀਂ ਕਾਲਸ ਜਿਹੜੀਆਂ ਹੋਲਡ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਮਿੰਦਰ ਬੋਲਦਾ ਜੀ ਸਰੀ ਤੋਂ ਤੇ ਮੈਂ ਪੁੱਛਦਾ ਆਪਣੇ ਪੇਰੈਂਟਸ ਬਾਰੇ ਜੀ ਮੇਰੇ ਮੰਮੀ ਡੈਡੀ ਆ ਗਏ ਸੀਗੇ ਕੈਨੇਡਾ 2017 ਦੇ ਵਿੱਚ ਜੀ ਤੇ ਉਹ ਆਏ ਸੀਗੇ ਸੁਪਰ ਵੀਜ਼ੇ ਤੇ ਜੀ ਤੇ ਹੁਣ ਮੈਂ ਉਹਨਾਂ ਦੀ ਪਿਛਲੇ 2 ਸਾਲਾਂ ਤੋਂ ਕੰਡੀਸ਼ਨ ਥੋੜੀ ਜੀ ਮੈਡੀਕਲ ਦੇ ਵਿੱਚ ਥੋੜੀ ਜੀ ਮਾੜੀ ਚੱਲ ਰਹੀ ਹੈ ਉਹਨਾਂ ਨੂੰ ਸੀਓਪੀਡੀ ਹੋ ਗਿਆ ਇੱਥੇ ਆ ਕੇ ਤੇ ਮੈਂ ਇੱਕ ਅਪੀਲ ਕੀਤੀ ਸੀ ਕਿ ਇੱਥੇ ਕੈਨੇਡੀਅਨ ਗਵਰਨਮੈਂਟ ਨੂੰ ਐਪਲੀਕੇਸ਼ਨ ਭੇਜੀ ਸੀ ਇਹਨਾਂ ਦਾ ਇੰਡੀਆ ਦੇ ਵਿੱਚ ਕੋਈ ਨਹੀਂਗਾ ਤੇ ਮੈਂ ਹੀ ਇਹਨਾਂ ਦਾ ਬਸ ਜੇ ਤੁਸੀਂ ਪੱਕਾ ਕਰ ਸਕਦੇ ਪਰ ਉਹਨਾਂ ਨੇ ਕੀਤਾ ਨਹੀਂਗਾ ਹੁਣ ਅੱਗੇ ਮੈਂ ਹੋਰ ਕੁਝ ਕਰ ਸਕਦਾ ਉਹਨਾਂ ਦੇ ਲਈ ਨਹੀਂ ਕੋਈ ਰਿਪਲਾਈ ਆਇਆ ਇਹਨਾਂ ਨੂੰ ਉਹਨਾਂ ਨੇ ਕੀਤਾ ਨਹੀਂ ਮਤਲਬ ਕੀ ਕੀਤਾ ਉਹਨਾਂ ਨੇ ਕਿਉਂ ਨਹੀਂ ਸਰ ਰਿਜੈਕਸ਼ਨ ਦਾ ਕਾਰਨ ਕੀ ਰਿਹਾ ਰਿਜੈਕਸ਼ਨ ਦਾ ਕਾਰਨ ਉਹ ਕਹਿੰਦੇ ਜੀ ਇਹਨਾਂ ਦੀ ਇਸ ਕੰਡੀਸ਼ਨ ਤੇ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਦੇ ਸਕਦੇ ਜੀ ਤੁਸੀਂ ਇਹਨਾਂ ਦਾ ਕੋਈ ਟੇਕ ਕੇਅਰ ਕਰਨ ਵਾਲਾ ਹੈ ਨਹੀਂਗਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਬਾਕੀ ਡਿਟੇਲ 'ਚ ਤੁਸੀਂ ਨਾ ਮਿਸਟਰ ਸ਼ਰਮਾ ਨਾਲ ਗੱਲ ਕਰ ਸਕਦੇ ਹੋ ਤੁਹਾਨੂੰ ਇਹਦਾ ਜ਼ਿਆਦਾ ਡਿਟੇਲ ਦੇ ਵਿੱਚ ਜਾਣਕਾਰੀ ਦੇ ਸਕਦੇ ਨੇ ਤੁਸੀਂ ਬਾਕੀ ਦਾ ਆਨਸਰ ਟੀਵੀ ਸਕਰੀਨ ਤੇ ਸੁਣ ਲਿਓ ਜੀ ਸ਼ੁਕਰੀਆ ਕਾਲ ਕਰਨ ਦੇ ਲਈ ਨੈਕਸਟ ਕਾਲਰ ਜੁੜ ਗਏ ਨੇ ਤੇ ਇਸ ਤੋਂ ਬਾਅਦ ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ 5 ਮਿੰਟ ਲਈ ਕਾਲ ਚੱਲੀਆਂ ਹੋਣ ਕੀਤੀਆਂ ਜਾਣ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਕੈਲਗਰੀ ਤੋਂ ਹਾਂ ਜੀ ਮੇਰਾ ਕੁਐਸਚਨ ਸੀ ਕਿ ਮੇਰੇ 3 year old and 8 month old ਬੇਬੀ ਆ ਤੇ ਮੈਂ ਕੇਅਰ ਗਿਵਰ ਨੈਨੀ ਦਾ ਸਪਾਂਸਰ ਕਰ ਸਕਦੀ ਇੰਡੀਆ ਤੋਂ ਬਿਕਾਜ਼ ਮੈਂ ਕੰਮ ਤੇ ਜਾਣ ਲੱਗੀ ਨਾ ਮੇਰੇ ਇਨ-ਲਾਜ਼ ਹੈਗੇ ਆ ਵੈਨਕੂਵਰ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਸ਼ੁਕਰੀਆ ਸਰ ਹੁਣ ਕੁਝ ਸਮੇਂ ਲਈ ਕਾਲਸ ਹੋਲਡ ਕਰਾਂਗੇ ਅੱਜ ਕਾਫੀ ਕਾਲਸ ਆ ਰਹੀਆਂ ਨੇ ਐਵਰਸਫੋਰਡ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਵਰਕ ਪਰਮਿਟ ਤੇ ਨੇ ਉਹਨਾਂ ਨੇ ਕਿਹਾ ਸੀਗਾ ਕਿ 2 ਬੱਚੇ ਇੱਥੇ ਪੜ੍ਹਦੇ ਨੇ ਸੋ ਕੀ ਉਹ ਐਲੀਜੀਬਲ ਹੋ ਸਕਦੇ ਨੇ ਹਾਂਜੀ ਜੇ ਉਹ ਕੰਡੀਸ਼ਨ ਪੂਰੀ ਕਰਦੇ ਜਿਹਨਾਂ ਨੂੰ 1 ਸਾਲ ਦਾ ਐਕਸਪੀਰੀਅੰਸ ਹੋ ਗਿਆ ਫਿਰ ਕਰ ਸਕਦੇ ਆ ਓਕੇ ਤੇ ਉਸ ਤੋਂ ਬਾਅਦ ਸੀ ਉਹਨਾਂ ਨੇ ਕਿਹਾ ਸੀ ਵਰਕ ਪਰਮਿਟ ਜਿਨ੍ਹਾਂ ਦਾ ਐਕਸਪਾਇਰ ਹੋ ਗਿਆ ਸੀ ਉਹਨਾਂ ਨੇ ਐਕਸਟੈਂਸ਼ਨ ਲਈ ਪਾਇਆ ਹੋਇਆ ਮਏ ਦਾ ਹਜੇ ਤੱਕ ਕੁਝ ਨਹੀਂ ਆਇਆ ਪਰ ਕੀ ਉਹ ਐਲੀਜੀਬਲ ਹੋ ਸਕਦੇ ਨੇ ਹਾਂਜੀ ਇਹਦੇ 'ਚ ਨਾ ਵੈਸੇ ਮੈਂ ਉਹਨਾਂ ਨੂੰ ਕਹੂੰਗਾ ਮੈਨੂੰ ਕਾਲ ਕਰ ਲਿਆ ਮੈਨੂੰ ਕੁਐਸਚਨ ਸੁਣਿਆ ਸੀ ਕਿ ਜਿਹੜੀ ਉਹਨਾਂ ਦੀ ਸਪਾਊਸ ਹੈ ਉਹਨਾਂ ਨੂੰ ਕੋਈ ਰਿਜੈਕਸ਼ਨ ਆ ਗਈ ਸ਼ਾਇਦ ਕੁਝ
ਨਹੀਂ ਸਪਾਊਸ ਨੂੰ ਰਿਜੈਕਸ਼ਨ ਨਹੀਂ ਆਈ, ਉਹ ਕਹਿੰਦੇ ਕਿ ਉਸ ਤੋਂ ਬਾਅਦ ਉਹਨਾਂ ਦਾ ਖੁਦ ਦਾ ਕੋਈ ਸਟੇਟਸ ਨਹੀਂ ਇਸ ਵਕਤ ਹੈਗਾ ਕਿ ਉਹ ਕਿਉਂਕਿ ਨਹੀਂ ਜੇ ਅਪਲਾਈ ਕੀਤਾ ਹੋਇਆ ਤਾਂ ਦੈਟਸ ਓਕੇ। ਹਾਂ ਫਿਰ ਉਹ ਕਰ ਸਕਦੇ ਨੇ। ਠੀਕ ਹੈ ਜੀ। ਮਤਲਬ ਇਸ ਪਾਲਿਸੀ ਵਿੱਚ ਇਹ ਹੈ ਕਿ ਜਾਂ ਤਾਂ ਤੁਸੀਂ ਵੈਲਿਡ ਸਟੇਟਸ ਹੋਣੇ ਚਾਹੀਦੇ ਹੋ ਜਾਂ ਯੂ ਸ਼ੁੱਡ ਬੀ ਏਬਲ ਟੂ ਰੀਸਟੋਰ ਯੂਰ ਸਟੇਟਸ। ਠੀਕ ਹੈ, ਤੇ ਹੁਣ ਜਿੰਨਾ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ ਤੁਹਾਨੂੰ ਰਜਿਸਟ੍ਰੇਸ਼ਨ ਪਾਈ ਹੋਈ ਹੈ ਤੇ ਉਹ ਕਰ ਸਕਦੇ ਆ ਪ੍ਰੋਵਾਈਡਡ ਤੁਸੀਂ ਅਦਰ ਕੰਡੀਸ਼ਨਸ ਫੁਲਫਿਲ ਕਰਦੇ ਹੋ। ਬਿਲਕੁਲ ਜੀ। ਇੰਗਲਿਸ਼ ਲੈਂਗੁਏਜ ਤੇ ਪਲੱਸ 1 ਸਾਲ ਦਾ ਐਕਸਪੀਰੀਅੰਸ ਘੱਟੋ ਘੱਟ। ਬਾਕੀ ਡਿਟੇਲ 'ਚ ਜਾਣਕਾਰੀ ਲੈਣੀ ਹੈ ਤੁਸੀਂ ਮਿਸਟਰ ਸ਼ਰਮਾ ਨੂੰ ਕਾਲ ਕਰਕੇ ਡਿਟੇਲ 'ਚ ਜਾਣਕਾਰੀ ਲੈ ਸਕਦੇ ਹੋ ਆਪਣੇ ਕੇਸ ਦੇ ਬਾਰੇ ਵਿੱਚ। ਸੋ ਨੈਕਸਟ ਸੀ ਹਰਵਿੰਦਰ ਜੀ ਦੀ ਕਾਲ ਸੀ ਸਰੀ ਤੋਂ, ਉਹਨਾਂ ਦਾ ਕਹਿਣਾ ਸੀ ਕਿ ਮਮ ਡੈਡ ਦੇ ਬਾਰੇ ਪੁੱਛਣਾ ਚਾਹੁੰਦੇ ਸੀ ਕਿ ਇੱਕ ਵਾਰੀ ਕੈਂਸਲ ਹੋ ਚੁੱਕੀ। ਹਾਂ ਉਹ ਤੁਸੀਂ ਪਲੀਜ਼ ਮੈਨੂੰ ਕਾਫੀ ਇਨਫੋਰਮੇਸ਼ਨ ਚਾਹੀਦੀ, ਮੈਨੂੰ ਤੁਸੀਂ ਫੋਨ ਕਰ ਲਿਓ ਜੀ। ਹਾਂ ਉਹ ਮਤਲਬ ਹੁਣ ਮੈਂ ਪੂਰੀ ਇਨਫੋਰਮੇਸ਼ਨ ਨਹੀਂ ਹੈ ਕਿ ਕਿਉਂ ਹੋਇਆ, ਕੀ ਸਿਚੁਏਸ਼ਨ ਹੈ, ਕੀ ਕੰਡੀਸ਼ਨ, ਪੂਰੀ ਡਿਟੇਲ 'ਚ ਤੁਹਾਨੂੰ ਜਾਣਕਾਰੀ ਲੈ ਸਕਦੇ ਨੇ। ਕੈਲਗਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕੇਅਰ ਗਿਵਰ ਬਾਰੇ ਪੁੱਛਣਾ ਚਾਹੁੰਦੇ ਸੀ, ਸਪਾਂਸਰ ਕਰ ਸਕਦੇ ਹਾਂਜੀ ਬਿਲਕੁਲ ਕਰ ਸਕਦੇ ਜੀ, ਬਿਲਕੁਲ ਕਰ ਸਕਦੇ। ਉਹ 'ਚ ਤੁਹਾਡੀ ਕੁਝ ਕੰਡੀਸ਼ਨਸ ਹੁੰਦੀ ਹੈ ਕਿ ਵੈਦਰ ਯੂ ਆਰ ਏਬਲ ਟੂ ਪੇ ਦਾ ਫੋਰਨ ਨੈਸ਼ਨਲ ਕਿ ਨਹੀਂ। ਠੀਕ ਹੈ, ਉਹਦੇ ਤੁਸੀਂ ਕਰ ਸਕਦੇ ਹੋ। ਤੇ ਥੋੜੀ ਇਨਕਮ ਤੇ ਡਿਪੈਂਡ ਕਰਦਾ ਹੈ। ਇਨਕਮ ਤੇ ਡਿਪੈਂਡ ਕਰਦਾ ਹਾਂਜੀ। HCCP ਦੇ ਵਿੱਚ ਕਰ ਸਕਦੇ ਹੋ, ਜਿਹਨੂੰ ਵੀ ਤੁਸੀਂ ਬੁਲਾਣਾ ਉਹ ਵਰਕ ਪਰਮਿਟ ਤੇ PR ਉਹਨਾਂ ਦੀ ਪੂਰੀ ਫੈਮਿਲੀ ਅਪਲਾਈ ਕਰ ਸਕਦੇ ਜੀ। ਬਿਲਕੁਲ ਸਰ, ਇੱਥੇ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਤੇ ਅਸੀਂ ਗੱਲਬਾਤ ਕਰਾਂਗੇ ਬਾਕੀ ਦੇ ਪ੍ਰੋਸੈਸ ਦੇ ਬਾਰੇ ਵਿੱਚ, ਐਲੀਜੀਬਿਲਿਟੀ ਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰਦਰਸ ਰੀਅਲ ਸਟੇਟ ਦੇ 650 ਦੇ ਕਰੀਬ ਰੀਅਲਟਰਸ ਦੀ ਟੀਮ ਤੁਹਾਡੀ ਸਹਾਇਤਾ ਲਈ ਮੌਜੂਦ। ਉੱਤਰੀ ਅਮਰੀਕਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵੱਧ ਰਹੀ ਬ੍ਰੋਕਰੇਜ, ਸਟੇਟ ਆਫ ਦਾ ਆਰਟ ਲਗਜ਼ਰੀ ਸਹੂਲਤਾਂ ਵਾਲਾ ਮੁੱਖ ਦਫ਼ਤਰ ਬ੍ਰਾਮਨੀ ਰੋਡ, ਮੇਫਿਲ ਰੋਡ ਤੇ ਖੁੱਲ ਚੁੱਕਿਆ ਹੈ। ਹੋਮ ਲਾਈਫ ਸਿਲਵਰ ਸਿਟੀ 905 913 8500 905 913 8500। ਗਾਇਤਰੀ ਆਯੁਰਵੇਦਾ ਨੈਚੁਰਲ ਵੈਲਨੈਸ ਸੈਂਟਰ। ਜੇਕਰ ਤੁਹਾਨੂੰ ਵੀ ਹੈ ਕਿਸੇ ਵੀ ਪ੍ਰਕਾਰ ਦੀ ਸਰੀਰਕ ਜਾਂ ਫਿਰ ਮਾਨਸਿਕ ਪਰੇਸ਼ਾਨੀ ਤੇ ਦਵਾਈਆਂ ਖਾਣ ਦੇ ਬਾਵਜੂਦ ਵੀ ਨਹੀਂ ਪੈ ਰਿਹਾ ਕੋਈ ਵੀ ਫਰਕ, ਤਾਂ ਘਬਰਾਉਣ ਦੀ ਲੋੜ ਨਹੀਂ। ਇੱਕ ਵਾਰ ਡਾਕਟਰ ਗਾਇਤਰੀ ਕਾਲੀਆ ਜਾਂ ਡਾਕਟਰ ਕਮਲੇਸ਼ਵਰ ਕਾਲੀਆ ਨੂੰ ਜ਼ਰੂਰ ਮਿਲੋ। ਹਾਈਲੀ ਕੁਆਲੀਫਾਈਡ ਐਂਡ ਐਕਸਪੀਰੀਐਂਸਡ ਆਯੁਰਵੇਦਾ ਡਾਕਟਰ। ਅਸੀਂ ਇੱਥੇ ਮੈਂ ਡਾਕਟਰ ਗਾਇਤਰੀ ਕਾਲੀਆ ਤੇ ਮੇਰੇ ਹਸਬੰਡ ਡਾਕਟਰ ਕਮਲੇਸ਼ਵਰ ਕਾਲੀਆ, ਅਸੀਂ ਫਿਜ਼ੀਕਲ ਕੰਸਲਟੇਸ਼ਨਸ ਕਰਦੇ ਹਾਂ ਪਿਓਰ ਆਯੁਰਵੈਦਿਕ ਤੇ ਆਨਲਾਈਨ ਕੰਸਲਟੇਸ਼ਨ ਦੀ ਵੀ ਫੈਸਿਲਿਟੀ ਹੈਗੀ ਹੈ। ਮੈਂ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਪ੍ਰੋਡਕਟਸ ਹੈ ਅਸੀਂ ਆਲ ਓਵਰ ਵਰਲਡ ਅਸੀਂ ਸ਼ਿਪਿੰਗ ਕਰਦੇ ਨੇ, ਔਰ ਜਿਹੜੇ ਸਾਡੇ ਪ੍ਰੋਡਕਟਸ ਨੇ ਹਰਬਲ ਸਪਲੀਮੈਂਟਸ ਔਰ ਹੈਲਥ ਕੈਨੇਡਾ ਵੱਲੋਂ ਅਪਰੂਵਡ ਨੇ। ਹੁਣ ਤੁਸੀਂ ਟੈਲੀਫੋਨ ਜਾਂ ਫਿਰ ਵੀਡੀਓ ਕਾਲ ਰਾਹੀਂ ਵੀ ਗੱਲ ਕਰ ਸਕਦੇ ਹੋ। ਸੋ ਬਿਨਾਂ ਕਿਸੇ ਸਾਈਡ ਇਫੈਕਟ ਤੋਂ ਹਰਬਲ ਤਰੀਕੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਅੱਜ ਹੀ ਸੰਪਰਕ ਕਰੋ। ਕੀ ਤੁਸੀਂ ਰੀਅਲ ਏਸਟੇਟ ਏਜੰਟ ਬਣਨਾ ਚਾਹੁੰਦੇ ਹੋ ਤੇ ਜਲਦੀ ਤੋਂ ਜਲਦੀ ਇਸ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ? ਤਾਂ ਫਿਰ ਤੁਹਾਡੇ ਸੁਪਨੇ ਪੂਰੇ ਕਰਨ ਵਿੱਚ ਅਸੀਂ ਕਰਾਂਗੇ ਤੁਹਾਡੀ ਮਦਦ। ਤੁਹਾਡੇ ਸਾਰੇ ਐਗਜ਼ਾਮਸ ਦੀ ਅਸੀਂ ਕਰਾਵਾਂਗੇ ਪ੍ਰੈਪਰੇਸ਼ਨ ਬਹੁਤ ਹੀ ਵਧੀਆ ਤੇ ਸੌਖੇ ਤਰੀਕੇ ਦੇ ਨਾਲ। ਹਰ ਐਗਜ਼ਾਮ ਦੀ ਪ੍ਰੈਪਰੇਸ਼ਨ ਸਿਰਫ 15 ਦਿਨਾਂ ਦੇ ਵਿੱਚ। ਜੇ ਤੁਸੀਂ ਪਹਿਲਾਂ ਹੀ ਔਰਿਆ ਦੇ ਨਾਲ ਰਜਿਸਟਰ ਕੀਤਾ ਹੋਇਆ ਹੈ ਤੇ ਤੁਹਾਡੇ ਕੁਝ ਐਗਜ਼ਾਮ ਅਜੇ ਬਾਕੀ ਨੇ ਤਾਂ ਸਾਨੂੰ ਤੁਰੰਤ ਮਿਲੋ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਹਰਪ੍ਰੀਤ ਕੌਰ 416 904 7469। Assalamu alaikum. Ramadan Mubarak. My name is Nina Tangri and I'm your Member of Provincial Parliament in Mississauga. I'd like to extend my warmest greetings and wishes to our Muslim brothers and sisters across Ontario as they begin the holy month of fasting. Ramadan is the most sacred month of the year for the Muslim community. It marks the time when God gave the Quran, the Islamic holy book, to Prophet Muhammad. During this month, our Muslim brothers and sisters around the world and across Ontario will begin their month-long spiritual journey of Ramadan. As you take this time for prayers, fasting, and personal reflection, I hope you are surrounded by faith and peace. While things will look a little different this year, I hope you're able to observe together with your family in your household. And once again, from my family to yours, Ramadan Mubarak. ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ। ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਤੁਹਾਡੇ ਬਹੁਤ ਸਾਰੀਆਂ ਕਾਲਸ ਆ ਰਹੀਆਂ ਨੇ ਸਾਨੂੰ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਜੋ ਜ਼ਹਿਨ ਦੇ ਵਿੱਚ ਕੁਐਸਚਨਸ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਵੇ। ਸੋ ਕੋਈ ਵੀ ਇਸ ਵਕਤ ਤੁਹਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿ ਸਾਰਾ ਕੁਝ ਇਸ ਵਕਤ ਆਨਲਾਈਨ ਹੈਗਾ, ਡਿਟੇਲ ਸਾਰੀਆਂ ਦਿੱਤੀਆਂ ਗਈਆਂ ਨੇ। ਇੱਕ ਵਾਰੀ ਉੱਥੇ ਜਾ ਕੇ ਤੁਸੀਂ ਪੜ੍ਹੋ ਜ਼ਰੂਰ ਕਿਹੜੇ ਨੌਕ ਦੀਆਂ ਜੌਬਸ ਜਿਹੜੀਆਂ ਪਬਲਿਕ ਪ੍ਰੋਗਰਾਮ ਜੋ ਨਵਾਂ ਆਇਆ ਉਹਦੇ ਲਈ ਕਿਹੜੀਆਂ ਐਲੀਜੀਬਲ ਹੈਗੀਆਂ ਨੇ, ਸਾਰਾ ਕੁਝ ਉੱਥੇ ਡਿਟੇਲ ਵਿੱਚ ਲਿਖਿਆ ਹੋਇਆ।
ਸੋ ਬਾਕੀ ਅੱਜ ਸਾਨੂੰ ਮਿਸਟਰ ਸੁਨੀਲ ਸ਼ਰਮਾ ਪੂਰੀ ਜਾਣਕਾਰੀ ਦੇ ਰਹੇ ਨੇ ਕਿ ਇਸ ਪ੍ਰੋਗਰਾਮ ਦੇ ਵਿੱਚ ਕੌਣ-ਕੌਣ ਐਲੀਜੀਬਲ ਹੈਗਾ, ਕੌਣ-ਕੌਣ ਨਹੀਂ। ਆਇਲਸ ਦੇ ਬਾਰੇ ਵਿੱਚ ਅਸੀਂ ਗੱਲ ਹੁਣੀ ਕਰਕੇ ਹਟੇ ਹਾਂ। ਸੋ ਇਸ ਤੋਂ ਇਲਾਵਾ ਤੁਹਾਡਾ ਕੋਈ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਮਿਸਟਰ ਸ਼ਰਮਾ, ਆਪਾਂ ਗੱਲਬਾਤ ਕਰ ਰਹੇ ਸੀ ਜਿਵੇਂ ਪ੍ਰੋਗਰਾਮ ਦੇ ਬਾਰੇ ਵਿੱਚ, ਐਲੀਜੀਬਿਲਿਟੀ ਦੇ ਬਾਰੇ ਵਿੱਚ ਆਪਾਂ ਗੱਲਬਾਤ ਕੀਤੀ ਆ। ਸੋ ਤੁਸੀਂ ਦੱਸਿਆ ਕਿ ਮਈ ਤੋਂ ਇਹ ਪ੍ਰੋਗਰਾਮ ਦੀ ਜਿਹੜੀ ਆ ਸਟਾਰਟਿੰਗ ਹੋਣ ਜਾ ਰਹੀ ਆ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਰਾਜੇ, ਇੱਥੋਂ ਹੀ ਬੋਲਦੇ ਆ ਬੇਟਾ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਵੀ ਜੇ ਕੋਈ ਲੜਕੇ ਲੜਕੀ ਦਾ ਇੰਡੀਆ ਵਿਆਹ ਕਰ ਜਾਂਦਾ ਤਾਂ ਫਿਰ ਉਹਨੂੰ ਆਪਾਂ ਕਿੰਨੇ ਕਿਸੇ ਚਰਚ ਮੰਗਾ ਸਕਦੇ ਆ, ਕੁੜੀ ਹੋਵੇ ਜਾਂ ਮੁੰਡਾ ਹੋਵੇ? ਸਪਾਊਸ ਦਾ ਪੁੱਛਣਾ ਚਾਹੁੰਦੇ ਨੇ ਕਿ ਜੇ ਮੈਰਿਜ ਕਰਨ ਜਾਂਦੇ ਨੇ ਕਿੰਨੇ ਟਾਈਮ ਤੱਕ ਬੁਲਾ ਸਕਦੇ ਆ ਉਹਨਾਂ ਨੂੰ? ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਰ। ਹਾਂਜੀ, ਦੇਖੋ ਮੈਰਿਜ ਕਰਨ ਜਦੋਂ ਤੁਸੀਂ ਜਾਣਾ, ਬੁਲਾਣਾ ਤੇ ਅਪਲਾਈ ਕਰਨ 'ਚ ਫਰਕ ਹੈ ਨਾ। ਬੁਲਾ ਤਾਂ ਆਪਾਂ ਇਮੀਡੀਏਟਲੀ ਸਕਦੇ ਆਏ, ਸਾਰੇ ਆਪਣੇ ਡਾਕੂਮੈਂਟਸ ਪੂਰੇ ਕੀਤੇ ਤੇ ਆ ਗਏ, ਬਟ ਕਿੰਨੀ ਦੇਰ 'ਚ ਬੁਲਾ ਸਕਦੇ ਉਹ ਤੋਂ ਇੰਪੋਰਟੈਂਟ ਇਹ ਹੈ ਕਿ ਆਪਾਂ ਤਿਆਰੀ ਕਰਕੇ ਜਾਈਏ। ਠੀਕ ਹੈ, ਤੇ ਮੈਂ ਵੀ ਕਹਿੰਦਾ, ਬਾਕੀ ਹੋਰ ਫੈਲੋ ਕੰਸਲਟੈਂਟਸ ਵੀ ਕਹਿੰਦੇ ਕਿ ਜਦੋਂ ਤੁਸੀਂ ਇੰਡੀਆ ਮੈਰਿਜ ਕਰਾਉਣ ਜਾਣਾ ਤਾਂ ਪਹਿਲਾਂ ਇੱਕ ਕੰਸਲਟੈਂਟ ਨੂੰ ਜ਼ਰੂਰ ਮਿਲ ਕੇ ਜਾਓ, ਤਾਂ ਕਿ ਜਿਹੜੀ ਤੁਹਾਡੀ ਡਾਕੂਮੈਂਟੇਸ਼ਨ ਹੈ ਉਹ ਤੁਸੀਂ ਪਹਿਲਾਂ ਹੀ ਤਿਆਰ ਕਰ ਲਓ। ਠੀਕ ਹੈ, ਅਦਰਵਾਈਜ਼ ਕੀ ਹੁੰਦਾ, ਬੰਦਾ ਵਿਆਹ ਕਰ ਕੇ ਚਲੇ ਜਾਂਦਾ, ਫਿਰ ਆ ਕੇ ਪੁੱਛਦਾ ਜੀ ਆ ਨਹੀਂ ਹੋਇਆ, ਆਪਾਂ ਫਾਈਲ ਸਬਮਿਟ ਕਰ ਦਈਦੀ ਹੈ ਕੋਈ, ਫਿਰ ADR ਆਉਂਦੀ ਹੈ, ਐਡੀਸ਼ਨਲ ਡਾਕੂਮੈਂਟ ਰਿਕੁਐਸਟ, ਫਿਰ ਆਪਾਂ ਨੂੰ ਦੁਬਾਰਾ ਭੇਜਣੀ ਪੈਂਦੀ ਹੈ। ਠੀਕ ਹੈ, ਇੱਕ ਪ੍ਰੋਸੈਸ ਵਰਕ ਕਰਦਾ। ਜਿਵੇਂ ਹੁਣ ਮੇਰੇ ਕੋਲ ਕੋਈ, ਮੈਂ ਵੀਜ਼ਾ ਆਫਿਸਰ, ਤੁਸੀਂ ਮੇਰੇ ਕੋਲ ਫਾਈਲ ਆਈ, ਐਵਰੀਥਿੰਗ ਕੰਪਲੀਟਡ, ਮੈਂ ਉਹਨੂੰ ਨੈਕਸਟ ਸਟੈਪ ਤੇ ਭੇਜ ਦੂੰਗਾ। ਜੇ ਨਹੀਂ ਕੰਪਲੀਟ, ਮੈਂ ਉਹਨੂੰ ਦੂਸਰੇ ਸਾਈਡ ਤੇ ਰੱਖੂੰਗਾ, ਫਿਰ ਉਹ ਫਿਰ ਵਾਪਸ ਜਾਊਗੀ। ਤੇ ਇਹ ਤੁਸੀਂ ਮਤਲਬ ਜਿਹੜਾ ਕੁਐਸਚਨ ਪੁੱਛਿਆ ਨਾ ਕਿ ਕਿੰਨੀ ਦੇਰ 'ਚ ਬੁਲਾ ਸਕਦੇ ਆ, ਤੁਸੀਂ ਬੁਲਾ ਸਕਦੇ ਹੋ ਉਹਨਾਂ ਨੂੰ। ਤੁਸੀਂ ਵਿਆਹ ਹੋਇਆ, ਸਾਰੇ ਡਾਕੂਮੈਂਟ ਤੁਹਾਡੇ ਕੰਪਲੀਟ ਹੋਏ, ਤੁਸੀਂ ਬੁਲਾਓ। ਨੈਕਸਟ ਸਟੈਪ ਪ੍ਰੋਸੈਸਿੰਗ, ਠੀਕ ਹੈ, ਕਿ ਕਿੰਨੀ ਪ੍ਰੋਸੈਸਿੰਗ ਹੈ। ਉਹ ਕੋਵਿਡ ਕਰਕੇ ਅੱਜ ਕੱਲ੍ਹ ਕਾਫੀ ਲੇਟ ਹੈ, ਕਾਫੀ ਟਾਈਮ ਲੱਗ ਰਿਹਾ। ਜੀ ਬਿਲਕੁਲ ਸਰ। ਆਪਾਂ ਇੱਕ ਐਡਮਿਸ਼ਨਸ ਨੂੰ ਲੈ ਕੇ ਬਾਰ-ਬਾਰ ਇਸ ਵਕਤ ਸਾਨੂੰ ਮੈਸੇजेस ਵੀ ਆ ਰਹੇ ਨੇ, ਕਾਲਜਸ ਦੇ ਬਾਰੇ ਵਿੱਚ ਜ਼ਰੂਰ ਜਾਣਨਾ ਚਾਹੁੰਦੇ ਨੇ ਕਿ ਪੈਨਿਕ ਹੋਏ ਪਏ ਨੇ ਸਟੂਡੈਂਟਸ ਵੀ, ਅੱਜ ਆਉਣ ਦੀ ਇਜਾਜ਼ਤ ਬਹੁਤਿਆਂ ਨੂੰ ਨਹੀਂ ਮਿਲ ਰਹੀ, ਕਈ ਆ ਵੀ ਰਹੇ ਨੇ। ਸੋ ਇਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ, ਕਾਲਜ ਕਿਵੇਂ ਸਿਲੈਕਟ ਕਰਨ, ਕਿਉਂਕਿ ਉੱਥੇ ਏਜੰਟਸ ਜਿਹੜੇ ਨੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਕੇ ਭੇਜੀ ਜਾ ਰਹੇ ਨੇ, ਬੱਚਿਆਂ ਨੂੰ ਇੱਥੇ ਆ ਕੇ ਖੱਜਲ ਖੁਆਰ ਹੋਣਾ ਪੈਂਦਾ। ਯੈਸ। ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜੀ, ਸਟੂਡੈਂਟਸ ਹੈ, ਤੁਸੀਂ ਇੰਨਾ ਪੜ੍ਹੇ ਲਿਖੇ ਹੋ, ਠੀਕ ਹੈ, ਮਿਹਨਤ ਨਾਲ ਪੜ੍ਹਦੇ ਹੋ, ਆਈਲਟਸ ਲਈ ਹੈ, ਦੈਟ ਮੀਨਸ ਯੂ ਪੋਸੈਸ ਸਮ ਨੌਲੇਜ। ਥੋੜਾ ਜਿਹਾ ਹੋਰ ਕਸ਼ਟ ਕਰਿਆ ਕਰੋ ਕਿ DLI ਚੈੱਕ ਕਰੋ, DLI ਹੋਣਾ ਚਾਹੀਦਾ। ਠੀਕ ਹੈ, ਜਦੋਂ ਤੁਸੀਂ ਗੂਗਲ ਤੇ ਸਰਚ ਕੀਤੀ canada.ca ਤੇ ਗਏ, ਤੁਸੀਂ ਚੈੱਕ ਕਰੋ ਕਿ ਇਸ ਦਿਸ ਕਾਲਜ ਜਿਹੜੇ ਤੁਹਾਨੂੰ ਐਡਮਿਸ਼ਨ ਮਿਲੀ ਹੈ ਉਹ DLI ਹੈਗਾ। ਠੀਕ ਹੈ, ਫਸਟ ਥਿੰਗ ਹੈ ਕਿ DLI ਹੋਣਾ ਚਾਹੀਦਾ। ਦੂਸਰਾ ਤੁਸੀਂ ਇਹ ਦੇਖੋ ਕਿ PGWP ਐਲੀਜੀਬਲ ਹੈ। ਠੀਕ ਹੈ, ਬੜਾ ਕਲੀਅਰਲੀ ਉੱਥੇ ਲਿਖਿਆ ਹੋਇਆ। ਠੀਕ ਹੈ, ਤੁਸੀਂ ਸਰਚ ਕਰੋ DLI ਕੈਨੇਡਾ ਲਿਸਟ, ਉੱਥੇ ਸਾਰਾ ਆ ਜਾਊਗਾ। ਐਕਸਟ੍ਰੀਮ ਰਾਈਟ ਤੇ ਜਾ ਕੇ ਲਿਖਿਆ ਹੋਇਆ ਕਿ ਉਹ PGWP ਐਲੀਜੀਬਲ ਹੈਗਾ ਕਿ ਨਹੀਂ ਹੈ। ਜੇ ਨਹੀਂ ਹੈ, ਦੈਟ ਮੀਨਸ ਤੁਹਾਨੂੰ ਆਉਣ ਦਾ ਕੋਈ ਫਾਇਦਾ ਨਹੀਂ। ਤੁਸੀਂ ਆ ਜਾਓਗੇ ਬਟ ਉੱਥੇ ਪੜ੍ਹਨ ਦਾ ਕੋਈ ਫਾਇਦਾ ਨਹੀਂ। ਠੀਕ ਹੈ, ਤੁਹਾਨੂੰ ਫਿਰ ਚੇਂਜ ਕਰਾਉਣਾ ਪੈਣਾ। ਤੇ ਉਹ ਤੋਂ ਬਜਾਏ ਕਿ ਤੁਸੀਂ ਇੱਥੇ ਆ ਕੇ ਇੰਨਾ ਕੁਝ ਕਰੋ, ਬੈਟਰ ਹੈ ਕਿ ਤੁਸੀਂ ਪਹਿਲਾਂ ਹੀ ਦੇਖ ਕੇ ਆਓ। ਠੀਕ ਹੈ, ਮਤਲਬ ਥੋੜੀ ਅਵੇਅਰਨੈਸ ਰੱਖੋ, ਨੌਲੇਜ ਰੱਖੋ। ਠੀਕ ਹੈ, ਕੰਪਲੀਟਲੀ ਕਿਸੇ ਤੇ ਸੋਲੋਲੀ ਤੁਸੀਂ ਇੱਥੇ ਇਕੱਲਿਆਂ ਨੇ ਇੱਥੇ ਆਉਣਾ ਕੈਨੇਡਾ। ਜੇ ਤੁਸੀਂ ਪਹਿਲਾਂ ਹੀ ਆਦਤ ਪਾਓਗੇ ਕੁਝ ਸਰਚ ਕਰਨ ਦੀ, ਰਿਸਰਚ ਕਰਨ ਦੀ, ਠੀਕ ਹੈ, ਫਿਰ ਅੱਗੇ ਜਾ ਕੇ ਵਧੋ। ਬਿਲਕੁਲ, ਆਪਦਾ ਖੁਦ ਦਾ ਰਿਸਰਚ ਵਰਕ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਜਿਹੜੇ ਦਰਸ਼ਕ ਸਾਨੂੰ ਕਈ ਵਾਰੀ ਸਵਾਲ ਪੁੱਛਦੇ ਨੇ, ਉਹ ਕਹਿਣਗੇ ਕਿ ਅਸੀਂ ਇਹ ਚੀਜ਼ ਦੇਖੀ ਸੀ, ਸਾਨੂੰ ਤੁਸੀਂ ਦੱਸੋ ਕਿ ਇਹ ਹੈ ਜਾਂ ਨਹੀਂ ਹੈ। ਸੋ ਜਿਹੜੀ ਡਿਟੇਲ ਆਲਰੇਡੀ ਉੱਥੇ ਦਿੱਤੀ ਹੋਈ ਆ, ਉਹ ਕਿੰਨੀ ਕੁ ਤੁਹਾਨੂੰ ਲੱਗਦਾ ਕਿ ਉਹ ਝੂਠੀ ਹੋਏਗੀ ਜੋ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਨੇ? ਦੇਖੋ, ਜੇ ਤੁਸੀਂ ਸਾਡੇ ਤੋਂ ਪੁੱਛੋਗੇ, ਅਸੀਂ ਵੀ ਬੁੱਕਸ ਪੜ੍ਹ ਕੇ ਦੱਸਣਾ ਜਿਹੜੇ ਲਾਅ ਹੈ, ਜੋ ਰੈਗੂਲੇਸ਼ਨਸ ਹੈ। ਇਹ ਮੈਂ ਨਹੀਂ ਬਣਾਈਆਂ, ਤੁਸੀਂ ਨਹੀਂ ਬਣਾਈਆਂ, ਕਿਸੇ ਨੇ ਨਹੀਂ ਬਣਾਈਆਂ। ਠੀਕ ਹੈ, ਹੁਣ ਯੂਟਿਊਬਰਸ ਫੁੱਲ ਆਫ ਯੂਟਿਊਬਰਸ। ਠੀਕ ਹੈ, ਕੁਝ ਵੀ ਕਹਿਣਾ ਬਹੁਤ ਈਜ਼ੀ ਹੈ ਕਿ ਕੈਨੇਡਾ ਨੂੰ ਬੰਦਿਆਂ ਦੀ ਲੋੜ ਹੈ, ਕੈਨੇਡਾ ਨੂੰ ਬੰਦਿਆਂ ਦੀ ਲੋੜ ਹੈ। ਦੈਟ ਡਜ਼ਨਟ ਮੀਨ ਕਿ ਉਹ ਇੱਦਾਂ ਚੱਕ ਲਊਗਾ, ਹੈ ਨਾ। ਦੇਰ ਆਰ ਸਰਟੇਨ ਪਾਲਿਸੀਜ਼, ਪ੍ਰੋਸੀਜਰਸ ਵੀ ਹੈਵ ਟੂ ਫੋਲੋ। ਤੇ ਤੁਸੀਂ ਅੱਜ ਤੱਕ ਇੰਟਰਨੈਟ ਦਾ ਜ਼ਮਾਨਾ, ਡਿਜੀਟਲ ਜ਼ਮਾਨਾ ਹੈ ਨਾ, ਤੁਸੀਂ ਕਿਤੇ ਵੀ ਪੜ੍ਹ ਸਕਦੇ। ਫਿਰ ਜੇ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ, ਫਿਰ ਤੁਸੀਂ ਸਾਡੇ ਤੋਂ ਪੁੱਛੋ। ਤੇ ਕਾਲਜ ਦਾ ਮੈਂ ਦੁਬਾਰਾ ਵਨਸ ਅਗੇਨ ਫੇਰ ਕਹਿਣਾ ਕਿ ਪ੍ਰਾਈਵੇਟ ਤੇ ਪਬਲਿਕ, ਇਹ ਦੋਨੋਂ ਚੀਜ਼ਾਂ ਦਾ ਦੇਖੋ ਜੀ। ਠੀਕ ਹੈ, ਆਪਣਾ ਫੋਕਸ ਦੇਖੋ, ਤੁਸੀਂ ਪੜ੍ਹਾਈ ਕਰਨੀ ਹੈ ਜਾਂ ਕੰਮ ਕਰਨਾ, ਉਸ ਹਿਸਾਬ ਨਾਲ ਆਓ। ਸਰ, ਜਿਹੜਾ ਪਬਲਿਕ ਪ੍ਰੋਗਰਾਮ ਆ, ਮੇਰੇ ਇੱਕ ਜ਼ਹਿਨ 'ਚ ਇੱਕ ਕੁਐਸਚਨ ਜ਼ਰੂਰ ਹੈ ਕਿ ਜਿਹੜਾ ਇਹ ਪਬਲਿਕ ਪ੍ਰੋਗਰਾਮ ਹੈ, ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਵਰਕ ਪਰਮਿਟ ਹੋਲਡਰਸ ਵੀ ਐਲੀਜੀਬਲ ਹੈਗੇ ਨੇ। ਇਹਦੇ ਵਿੱਚ ਓਪਨ ਵਰਕ ਪਰਮਿਟ ਹੈ ਜਾਂ ਫਿਰ ਕਲੋਜ਼ਡ ਵਰਕ ਪਰਮਿਟ ਵਾਲੇ ਐਲੀਜੀਬਲ ਨਹੀਂ, ਜਾਂ ਸਾਰੇ? ਐਨੀ ਯੂ ਸ਼ੁੱਡ ਬੀ ਆਥੋਰਾਈਜ਼ਡ ਟੂ ਵਰਕ ਇਨ ਕੈਨੇਡਾ ਲੀਗਲੀ। ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ 1 ਸਾਲ ਦਾ, ਉਹ ਲੀਗਲ ਹੋਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਵਿਜ਼ਟਰ ਸੀਗੇ ਤੇ ਤੁਸੀਂ 1 ਸਾਲ ਕੰਮ ਕਰਦੇ ਸੀ ਕੈਸ਼ ਤੇ, ਦੈਟ ਵੋਂਟ ਵਰਕ। ਸਵਾਜ਼ਲ ਓਪਨ ਵਰਕ ਪਰਮਿਟ, LMIA, PGWP, ਪੋਸਟ ਗ੍ਰੈਜੂਏਟ, ਐਨੀਥਿੰਗ। ਕੈਨੇਡੀਅਨ ਐਕਸਪੀਰੀਅੰਸ ਰਿਕੁਆਇਰਡ ਹੈ ਇਹਦੇ ਲਈ? ਨਹੀਂ, ਹਾਂਜੀ, ਕੈਨੇਡਾ ਵਿੱਚ ਹੀ ਇਹ। ਹਾਂਜੀ, ਇਹ ਮੈਂ ਬੜਾ ਇੰਪੋਰਟੈਂਟ, ਇਹ ਵੀ ਤੁਸੀਂ ਅੱਛਾ ਪੁੱਛਿਆ, ਸਾਨੂੰ ਵੀ ਫੋਨ ਆਉਂਦੇ ਆ। ਇਹ ਜਿਹੜਾ ਪਾਲਿਸੀ ਹੈ, ਇਹ ਇਨ ਕੈਨੇਡਾ ਐਪਲੀਕੈਂਟਸ ਵਾਸਤੇ ਆ, ਬਾਹਰਲਾ ਐਕਸਪੀਰੀਅੰਸ ਨਹੀਂ ਕਾਊਂਟ ਹੋਣਾ। ਨਹੀਂ, ਜਿਵੇਂ ਕੋਈ ਇਸ ਵਕਤ ਕਿਸੇ ਨੇ ਕੈਨੇਡਾ ਦਾ 1 ਸਾਲ ਦਾ ਐਕਸਪੀਰੀਅੰਸ ਲਿਆ, ਦੈਨ ਉਹ ਵਾਪਸ ਆਪਣੀ ਹੋਮ ਕੰਟਰੀ ਚਲਾ ਗਿਆ, ਹੁਣ ਕੀ ਉੱਥੋਂ ਇਹ ਫਾਈਲ ਲਗਾ ਸਕਦਾ ਹੈ? ਨਹੀਂ, ਇਹ ਵੀ ਤੁਸੀਂ ਵਧੀਆ ਕੁਐਸਚਨ ਪੁੱਛਿਆ, ਮੈਂ ਹਾਈਲਾਈਟ ਨਹੀਂ ਕੀਤਾ ਜੀ। ਇਸ ਪਾਲਿਸੀ ਦੀ ਕੀ ਹੈ ਕਿ ਜਦੋਂ ਆਪਾਂ ਅਪਲਾਈ ਕਰਨਾ, ਉਹ ਇੱਥੇ ਹੋਣਾ ਚਾਹੀਦਾ, ਇਨਸਾਈਡ ਕੈਨੇਡਾ। ਹੁਣ ਕਈ ਸਟੂਡੈਂਟ ਆ ਜਿਹੜੇ ਐਲੀਜੀਬਲ ਹੈ, ਬਟ ਹੁਣ ਇਸ ਟਾਈਮ ਇੰਡੀਆ ਬੈਠੇ ਆ, ਉਹ ਨਹੀਂ ਕਰ ਸਕਦੇ। ਓਕੇ, ਠੀਕ ਹੈ, ਇਹ 'ਚ ਦੋ ਚੀਜ਼ਾਂ, ਇੱਕ ਤਾਂ ਜਦੋਂ ਅਪਲਾਈ ਕਰਨਾ ਉਦੋਂ ਵੀ ਇੱਥੇ ਹੋਣਾ ਚਾਹੀਦਾ, ਇੱਕ ਜਦੋਂ ਅਪਰੂਵਲ ਹੋਣਾ ਉਦੋਂ ਵੀ ਇੱਥੇ ਹੋਣਾ ਚਾਹੀਦਾ। ਤੇ ਵੀ ਹੈਵ ਟੂ ਪ੍ਰੂਵ ਕਿ ਅਸੀਂ ਇੱਥੇ ਹਾਂ ਜਦੋਂ ਆਪਾਂ ਅਪਲਾਈ ਕੀਤਾ। ਓਕੇ, ਠੀਕ ਹੈ,
ਹੁਣ ਜਿਹੜੇ 1 ਸਾਲ ਦਾ ਪੂਰਾ ਹੋ ਗਿਆ ਐਕਸਪੀਰੀਅੰਸ ਜਾਂ 2 ਸਾਲ ਦਾ ਹੋ ਗਿਆ ਬਟ ਉਹ ਇੰਡੀਆ ਬੈਠਾ ਆਊਟ ਆਫ ਕੈਨੇਡਾ, ਅਨਫੋਰਚੂਨੇਟਲੀ ਨੋ। ਤੇ ਇਹਦੇ ਵਿੱਚ ਸਰ ਕੀ ਹੈ ਜੀ ਇਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਜਿਹੜੀਆਂ ਐਪਲੀਕੇਸ਼ਨਸ ਇਹ ਐਕਸੈਪਟ ਕਰਨਗੇ ਉਹ ਕਿਸ ਬੇਸਿਸ ਤੇ ਹੋਣਗੀਆਂ? ਨਹੀਂ ਹਜੇ ਨਹੀਂ ਕੀਤਾ ਬਟ ਆਉਣ ਵਾਲੇ ਦਿਨਾਂ ਚ ਆ ਜਾਊਗਾ। ਕਿਉਂਕਿ ਨੰਬਰਸ ਆਫ ਸਟੂਡੈਂਟਸ ਜੇ ਆਪਾਂ ਗੱਲ ਕਰੀਏ 40,000 ਦੀ ਗੱਲ ਕਰ ਰਹੇ ਨੇ ਪਰ ਇੱਥੇ ਲੱਖਾਂ ਦੀ ਗਿਣਤੀ ਸਟੂਡੈਂਟਸ ਇਸ ਵਕਤ ਹੈਗੇ ਨੇ। ਸੋ 40,000 ਐਪਲੀਕੇਸ਼ਨਸ ਨੂੰ ਪਿਕ ਕਰਨ ਦਾ ਕੀ ਪ੍ਰੋਸੈਸ ਹੋਏਗਾ? ਫਰਸਟ ਕਮ ਫਰਸਟ ਸਰਵ ਜਾਂ ਪੁਆਇੰਟ ਬੇਸ ਦੇ ਉੱਤੇ? ਹਾਂਜੀ ਦੇਖੋ ਹਜੇ ਜੋ ਇਨਫੋਰਮੇਸ਼ਨ ਹੈ ਫਰਸਟ ਕਮ ਫਰਸਟ ਸਰਵ, ਬਟ ਉਹ ਫਰਸਟ ਕਮ ਫਰਸਟ ਸਰਵ ਕਿਸ ਤਰ੍ਹਾਂ ਕਿ ਉਹ ਕਿਹਨੂੰ ਮੰਨਦੇ ਆ ਕਿ ਸਿਰਫ ਤੁਸੀਂ ਆਪਣਾ ਈਮੇਲ ਐਡਰੈਸ ਇਹ ਉਹ ਲਾਤਾ ਜਾਂ ਉਹਨਾਂ ਨੂੰ ਕੁਝ ਡਾਕੂਮੈਂਟ ਚਾਹੀਦੇ ਆ, ਠੀਕ ਹੈ, ਉਹ ਹਜੇ ਕਲੀਅਰ ਨਹੀਂ ਹੈ। ਇਸੇ ਕਰਕੇ ਮੈਂ ਕਹਿੰਦਾ ਨੋ ਨੀਡ ਟੂ ਪੈਨਿਕ। ਤੁਸੀਂ ਇੱਕ ਚੀਜ਼ ਕਰ ਸਕਦੇ ਆਪਣਾ ਇਹ ਦੇਖੋ ਤੁਸੀਂ PGWB ਤੁਹਾਡੇ ਕੋਲ ਹੈਗਾ, ਵੈਲਿਡ ਸਟੇਟਸ ਹੈਗਾ, ਓਕੇ ਠੀਕ ਹੈ, ਆਇਲਸ ਹੈਗਾ ਦੈਟਸ ਗੁੱਡ। ਇਸ ਟਾਈਮ ਸਿਰਫ ਆਹੀ ਚੀਜ਼ਾਂ ਇੰਪੋਰਟੈਂਟ ਆ ਤੇ ਤੁਸੀਂ ਕੈਨੇਡਾ 'ਚ ਹੈਗੇ ਹੋ, ਦੈਟਸ ਇਟ। ਕੋਈ PCC ਦਾ ਨਾ ਸੋਚੋ, ਕੁਛ ਮੈਡੀਕਲ ਦਾ ਨਾ ਸੋਚੋ, ਹਜੇ ਕੋਈ ਹੋਰ ਐਡੀਸ਼ਨਲ ਡਾਕੂਮੈਂਟ ਕੁਛ ਵੀ ਨਹੀਂ। ਜੀ ਬਿਲਕੁਲ। ਸੋ ਸਰ ਕਾਲਰਸ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ, ਕਿ ਕਰਕੇ ਅਸੀਂ ਕਾਲਸ ਕਰਨੇ ਅਸੀਂ ਮਾਫੀ ਚਾਹਾਂਗੇ, ਫੋਨ ਡਿਸਕਨੈਕਟ ਕਰ ਦਿੱਤੇ ਗਏ ਨੇ। ਸੋ ਤੁਸੀਂ ਸਾਨੂੰ ਦੁਬਾਰਾ ਕਾਲ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਸਵਾਲ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਤਰਨ ਜੀ ਮੈਨੂੰ ਇਹ ਦੱਸਿਓ ਕਿ ਜਿਹੜਾ ਰਿਫਿਊਜੀ ਸਟੇਟਸ ਤੇ 1 ਸਾਲ ਦਾ ਵਰਕ ਪਰਮਿਟ ਹੋ ਗਿਆ ਉਹਨੂੰ ਉਹ ਵੀ ਐਲੀਜੀਬਲ ਹੈਗਾ ਇਸ ਕੈਟੇਗਰੀ 'ਚ? ਰਿਫਿਊਜੀਜ਼ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਰਿਫਿਊਜੀਜ਼ ਨੇ ਇੱਥੇ 1 ਸਾਲ ਪੂਰਾ ਕੀਤਾ ਕੰਮ ਦਾ, ਉਹ ਕੀ ਇਸ ਦੇ ਅੰਡਰ ਆ ਸਕਦੇ ਨੇ ਜਾਂ ਨਹੀਂ? ਨਹੀਂ ਰਿਫਿਊਜੀ ਵਾਲੇ ਨਹੀਂ ਆਉਗੇ ਜੀ, ਨਹੀਂ ਆਣਗੇ ਜੀ। ਸ਼ੁਕਰੀਆ ਜੀ। ਆਊਟ ਆਫ ਕਿਊਬਿਕ ਦੇ ਵਿੱਚ ਨਾਲ ਕਹਿੰਦੇ ਸੀ ਕਰ ਸਕਦੇ। ਰਿਫਿਊਜੀਜ਼ ਦੇ ਲਈ 1 ਮਿੰਟ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ, ਅਸੀਂ ਤੁਹਾਨੂੰ ਟੀਵੀ ਤੇ ਆਨਸਰ ਦਿੰਦੇ ਹਾਂ ਜੀ। ਥੈਂਕ ਯੂ ਸੋ ਮਚ ਸਰ। ਨੈਕਸਟ ਕਾਲਰ ਜੁੜ ਗਏ ਨੇ ਜੀ। ਸੋ ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਕਰਕੇ ਸਾਨੂੰ ਕਾਲਸ ਜਿਹੜੀਆਂ ਨੇ ਉਹ ਫਾਰਵਰਡ ਕਰਨ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ 에어ਪੋਰਟ ਤੋਂ ਬੋਲ ਰਹੀ ਹਾਂ ਜੀ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜੀ ਜਿਹੀ ਲਾਊਡ ਬੋਲਿਓ। ਅਸੀਂ ਆਪਦੇ ਬੇਟੇ ਦੇ ਬਿਹਤਰ ਵੀਜ਼ੇ ਬਾਰੇ ਪੁੱਛਣਾ ਸੀ, 2 ਵਾਰੀ ਲਾ ਹਟੇ ਆ ਤੇ ਬੇਟਾ ਤੇ ਉਹ ਕਹਿੰਦੇ ਤੁਹਾਡੇ ਕੋਲ ਟਰੈਵਲ ਹਿਸਟਰੀ ਨਹੀਂ ਕੋਈ ਤੇ ਤੁਸੀਂ ਇੱਥੇ ਰਹਿ ਪੋਗੇ ਤੇ ਅਸੀਂ ਹੁਣ ਕੀ ਕਰੀਏ? ਜੀ ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਸਰ ਜਿਨ੍ਹਾਂ ਨੇ ਰਿਫਿਊਜੀ ਦੇ ਬਾਰੇ ਵਿੱਚ ਪੁੱਛਿਆ ਸੀ ਕਿ ਸਾਲ ਦਾ ਐਕਸਪੀਰੀਅੰਸ ਆ ਆਊਟ ਆਫ ਕਿਊਬੇਕਾ ਕੀ ਉਹ ਲਗਾ ਸਕਦੇ ਨੇ? ਨਹੀਂ ਰਿਫਿਊਜੀ ਵਾਲਾ ਕਿਸੇ ਕਾਊਂਟ ਨਹੀਂ ਹੁੰਦਾ, ਉਹ ਐਕਸਪੀਰੀਅੰਸ ਨਹੀਂ ਕਾਊਂਟ ਹੋਣਾ, ਉਹ ਐਕਸਪੀਰੀਅੰਸ ਨਹੀਂ ਕਾਊਂਟ ਹੋਣਾ। ਰਿਫਿਊਜੀਸ ਲਈ ਅਲੱਗ ਪ੍ਰੋਗਰਾਮ ਬਣਿਆ ਹੋਇਆ ਉਹਦੇ ਉਹਨਾਂ ਵਾਸਤੇ ਲੱਗ ਗਿਆ। ਤੇ ਜੇ ਹੁਣ ਨੈਕਸਟ ਰਿਫਿਊਜੀ ਤੇ ਹੀ ਆਣੇ ਆ, ਜਿਵੇਂ ਨਾ ਪਾਲਿਸੀ ਹੈ ਹੁਣ ਨੈਕਸਟ ਰਿਫਿਊਜੀ ਤੇ ਹੀ ਆਊਗਾ। ਜਿਵੇਂ ਪਿੱਛੇ ਹੈਲਥ ਵਰਕਰਸ ਆਇਆ ਸੀਗਾ ਤੇ ਹੁਣ ਨੈਕਸਟ ਵੀ ਆਰ ਐਕਸਪੈਕਟਿੰਗ ਇਹ ਆਊਗਾ ਜੀ। ਇਸ ਤੋਂ ਬਾਅਦ ਜਿਨ੍ਹਾਂ ਨੇ ਕਿਹਾ ਬੇਟੇ ਦਾ ਵਿਜ਼ਟਰ ਵੀਜ਼ਾ 2 ਵਾਰੀ ਜਿਹੜਾ ਰਿਜੈਕਟ ਹੋ ਚੁੱਕਿਆ, ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ 2 ਵਾਰ ਰਿਫਿਊਜ਼ ਹੋ ਚੁੱਕਿਆ। ਪਹਿਲਾਂ ਤਾਂ ਸੌਰੀ ਅਨਫੋਰਚੂਨੇਟਲੀ ਉਹਨਾਂ ਦਾ ਰਿਫਿਊਜ਼ ਹੋ ਗਿਆ ਤੇ ਤੁਸੀਂ ਸਾਨੂੰ ਕਾਲ ਕਰੋ, ਉਹਦੇ ਕਿ 80 ਨੋਟਸ ਹੁੰਦੇ ਆ ਉਹ ਮੰਗਾਉਣੇ ਚਾਹੀਦੇ ਆ, ਠੀਕ ਹੈ। ਤੇ ਉਹ ਆਪਾਂ ਦੇਖਾਂਗੇ ਕੀ ਉਹਨਾਂ ਦਾ ਰੀਜ਼ਨ ਹੈ, ਵੀਜ਼ਾ ਆਫਿਸਰ ਦੇ ਕੀ ਕੰਸਰਨ ਹੈ ਤੇ ਆਪਾਂ ਨੂੰ ਕਾਊਂਟਰ ਕਰ ਸਕਦੇ ਕਿ ਨਹੀਂ ਕਰ ਸਕਦੇ। ਜਿਹੜਾ ਤੁਸੀਂ ਰੀਜ਼ਨ ਦੱਸਿਆ ਕਿ ਵਾਪਸ ਨਹੀਂ ਜਾਣਾ, ਇੱਕ ਜੈਨਰਿਕ ਰੀਜ਼ਨ ਹੈ, ਬਟ ਜਦੋਂ ਆਪਾਂ 80 ਨੋਟਸ ਮੰਗਾਉਂਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਕਿ ਉਹ ਆਫਿਸਰ ਨੂੰ ਕਿਉਂ ਲੱਗਿਆ ਕਿ ਉਹ ਵਾਪਸ ਨਹੀਂ ਜਾਣਾ, ਤੇ ਉਹਨੂੰ ਜੇ ਆਪਾਂ ਕਾਊਂਟਰ ਕਰ ਸਕਦੇ ਹਾਂ ਜੇ ਕੰਡੀਸ਼ਨ ਆਪਣੀ ਚੇਂਜ ਹੋਈ ਹੈ, ਠੀਕ ਹੈ, 3 4 6 ਮਹੀਨੇ ਹੋ ਗਿਆ, ਫਿਰ ਆਪਾਂ ਕਰ ਸਕਦੇ ਹਾਂ। ਤੁਸੀਂ ਸਾਡੇ ਆਫਿਸ ਕਾਲ ਕਰ ਲਿਓ ਜੀ, ਨੰਬਰ ਨੀਚੇ ਆ ਰਹੇ ਨੇ ਜੀ। ਬਿਲਕੁਲ। ਤੇ ਸਰ ਇੱਕ ਫ੍ਰੈਂਚ ਦੇ ਬਾਰੇ ਵਿੱਚ ਵੀ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੋਈ ਹੈ ਕਿ ਫ੍ਰੈਂਚ ਜਿਹੜੇ ਹੈਗੇ ਜਾਂ ਬਾਈਲਿੰਗੁਅਲ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਅੰਡਰ ਉਹ ਆ ਸਕਦੇ ਨੇ। ਤੇ ਦੂਜੀ ਗੱਲ ਇਹਨਾਂ ਦੇ ਉੱਤੇ ਕੋਈ ਕੈਪ ਵੀ ਨਹੀਂ ਮੇਰੇ ਖਿਆਲ 'ਚ ਰੱਖਿਆ ਗਿਆ। ਹਾਂਜੀ ਫ੍ਰੈਂਚ ਸਪੀਕਿੰਗ ਜਿਹੜੇ ਹੈਗੇ ਆ ਉਹ ਡਿਫਰੈਂਟ ਆ। ਓਕੇ ਹਾਂਜੀ ਉਹ ਇੱਕ ਅਲੱਗ ਨੇ, ਇਹ ਜਿਹੜੇ 3 ਇਹ ਆਪਣੇ ਅਲੱਗ, ਇਹ ਅਲੱਗ ਨੇ। ਹਾਂਜੀ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਕਾਫੀ ਟੌਪਿਕ ਅੱਜ ਅਸੀਂ ਆਪਾਂ ਡਿਸਕਸ ਕੀਤੀ ਹੈ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਸੋ ਪਹਿਲਾਂ ਮੈਂ ਇੱਕ ਸਕਾਲਰਸ਼ਿਪ ਦੇ ਬਾਰੇ ਜ਼ਰੂਰ ਇੱਕ ਵਾਰੀ ਪੁੱਛਣਾ ਚਾਹੂੰਗੀ, ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ, ਦੇਸ਼ ਵਿਦੇਸ਼ ਵਿੱਚ ਬੈਠੇ ਇਸ ਵਕਤ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ। ਹਾਂਜੀ ਵਾਂਸ ਅਗੇਨ ਜੀ ਸਕਾਲਰਸ਼ਿਪ ਦੀ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਹਾਡੇ ਇੰਨੇ ਮਾਰਕਸ ਹੈ ਜਾਂ ਇੰਨਾ, ਬਸ ਤਾਂ ਓਨਲੀ ਕੰਡੀਸ਼ਨ ਇਹ ਹੈ ਕਿ ਤੁਸੀਂ ਇੱਥੇ ਆਓ, ਸਾਡੇ ਥਰੂ ਐਡਮਿਸ਼ਨ ਲਓ। ਸਾਡੇ ਕੋਲ ਜਿਹੜੇ ਡਾਇਰੈਕਟ ਕਾਲਜ ਯੂਨੀਵਰਸਿਟੀਜ਼ ਹੈ, 1 ਸਮੈਸਟਰ ਕਰੋ, 2 ਸਮੈਸਟਰ ਕਰੋ, ਜਿਵੇਂ ਤੁਸੀਂ ਕਰੀ ਜਾਓਗੇ ਤੁਹਾਨੂੰ ਟੋਟਲ 1313 ਕੈਨੇਡੀਅਨ ਡਾਲਰ ਤੁਹਾਨੂੰ ਸਕਾਲਰਸ਼ਿਪ ਮਿਲੂਗੀ ਵਿਦਆਊਟ ਐਨੀ ਕੰਡੀਸ਼ਨ। ਕੰਡੀਸ਼ਨ ਇਹੀ ਹੈ ਕਿ ਤੁਸੀਂ ਪੜ੍ਹਨਾ, ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਕਿ ਪੜ੍ਹੋ, ਪਬਲਿਕ ਕਾਲਜਿਸ ਵਿੱਚ ਪੜ੍ਹੋ, ਪ੍ਰਾਈਵੇਟ 'ਚ ਨਾ ਜਾਓ, ਠੀਕ ਹੈ। ਸਾਡੇ ਕੋਲ ਸਾਰੇ ਪਬਲਿਕ ਕਾਲਜਿਸ ਹੈ ਜਿਹਨੂੰ ਪੜ੍ਹ ਕੇ ਤੁਹਾਡਾ ਫਿਊਚਰ ਵੀ ਬ੍ਰਾਈਟ ਹੋਊਗਾ ਤੇ ਤੁਸੀਂ ਕੈਨੇਡਾ ਵਿੱਚ ਆਪਣੀ ਇਕਨੋਮੀ 'ਚ ਯੋਗਦਾਨ ਪਾਓ, ਸਾਡਾ ਸਾਥ ਦਿਓ ਤੇ ਅਸੀਂ ਤੁਹਾਡਾ ਸਾਥ ਦੇਈਏ। ਬਿਲਕੁਲ ਸਰ। ਤੇ ਕੋਈ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਕਿਵੇਂ ਕਰ ਸਕਦਾ, ਕਿੱਥੇ ਆਫਿਸਿਸ ਨੇ ਤੁਹਾਡੇ? ਹਾਂਜੀ ਮੇਰੇ ਡਾਇਰੈਕਟ ਤੁਸੀਂ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਜੀ, 416 508 1313। ਆਫਿਸ ਦਾ ਨੰਬਰ ਹੈਗਾ 905 208 1313। ਤੇ ਇਸ ਤੋਂ ਇਲਾਵਾ ਮੇਰੇ ਕੋਲ ਇੰਡੀਆ ਦਾ ਨੰਬਰ ਵੀ ਚੱਲਦਾ, ਤੁਸੀਂ ਉੱਥੇ ਵੀ ਕਰ ਸਕਦੇ ਹੋ, ਇੰਡੀਆ ਕਾਲ, ਠੀਕ ਹੈ, ਉਹ 920 608 1313 ਇਹ 'ਤੇ ਕਰ ਸਕਦੇ ਹੋ। ਤੇ ਸਾਰੇ 1313 ਵਾਲੇ ਹੀ ਨੇ, ਠੀਕ ਹੈ, ਉੱਥੇ ਕਰ ਸਕਦੇ ਹੋ। ਤੇ ਮੋਸਟ ਪ੍ਰੋਬਬਲੀ ਤੁਸੀਂ WhatsApp 'ਤੇ ਕਰ ਹੀ ਸਕਦੇ ਹੋ, ਅੱਜ ਕੱਲ੍ਹ ਤਾਂ ਕੋਈ ਪ੍ਰੋਬਲਮ ਨਹੀਂ ਹੈ। ਬਿਲਕੁਲ ਸਰ। ਤੇ ਹੁਣ ਇਸ ਵਕਤ ਜਿਹੜੀ ਪੈਨਿਕ ਕੰਡੀਸ਼ਨ ਬਣੀ ਹੋਈ ਹੈ ਤਾਂ ਉਹਦੇ ਲਈ ਕੀ ਕਹਿਣਾ ਚਾਹਾਂਗੇ ਜਾਂਦੇ ਦੇਖੀਏ? ਉਹਦੇ ਬਸ ਇਹੀ ਹੈ ਜੀ, ਮੈਂ ਸਟੂਡੈਂਟਸ ਨੂੰ ਇਹੀ ਕਹੂੰਗਾ ਵੀ ਹੱਥ ਜੋੜ ਕੇ ਬੇਨਤੀ ਹੈ, ਡੋਂਟ ਪੈਨਿਕ,
ਆਰਾਮ ਨਾਲ, ਠੀਕ ਹੈ। ਆਪਾਂ ਲੋਕ ਜਦੋਂ ਇਦਾਂ ਕਰਦੇ ਨੇ ਫਿਰ ਆਪਾਂ ਜੋ ਕੁਝ ਲੋਕ ਆਇਲਟਸ ਦਾ ਕਰਦੇ ਆਪਾਂ ਉਹਨਾਂ ਨੂੰ ਵੀ ਥੋੜਾ ਜਿਹਾ ਨਾ ਐਨਕਰੇਜ ਕਰਦੇ ਹਾਂ, ਠੀਕ ਹੈ। ਜਿਸ ਦਿਨ ਇਹ ਪਾਲਿਸੀ ਆਈ ਹੈ 2-3 ਵਜੇ ਤੇ ਕਈ ਸਟੂਡੈਂਟ ਸੀਗੇ, ਮੈਂ ਉਹਨਾਂ ਨੂੰ ਕਿਹਾ ਤੁਸੀਂ ਆਇਲਟਸ ਬੁੱਕ ਕਰਾ ਲਓ। ਉਹਨੇ ਆਇਲਟਸ ਬੁੱਕ ਕਰਾ ਲਿਆ। ਸ਼ਾਮ ਨੂੰ ਕੋਈ ਦੱਸ ਰਿਹਾ ਜੀ ਸਰ ਉਹ $300 ਮੰਗ ਰਿਹਾ, ਰਾਤ ਨੂੰ ਸਰ ਉਹ $500 ਮੰਗ ਰਿਹਾ, ਉਹ ਤੋਂ ਬਾਅਦ 750 ਮੰਗ ਰਿਹਾ। ਤੁਸੀਂ ਨਾ ਦਿਓ, ਤੁਸੀਂ ਆਪ ਕਰੋ, ਕਿਉਂ ਨਹੀਂ ਕਰਦੇ? ਛੁੱਟੀ ਲੈ ਲਓ ਕੰਮ ਤੋਂ, ਠੀਕ ਹੈ। ਇਟਸ ਨਾਟ ਅ ਰॉकेट ਸਾਇੰਸ, ਤੇ ਪਲੀਜ਼ ਪੈਨਿਕ ਨਾ ਹੋ। ਤਾਂ ਆਇਲਟਸ ਚਾਹੀਦਾ, ਠੀਕ ਹੈ, ਆਇਲਟਸ ਚਾਹੀਦਾ ਤੁਹਾਨੂੰ। PCC ਦੀ ਕੋਈ ਟੈਨਸ਼ਨ ਦੀ ਲੋੜ ਨਹੀਂ, ਤੁਹਾਨੂੰ ਮੈਡੀਕਲ ਦੀ ਕੋਈ ਲੋੜ ਨਹੀਂ। ਦੈਟਸ ਇਟ, 2 ਚੀਜ਼ਾਂ ਜੀ, ਠੀਕ ਹੈ। ਇਹ ਆਪਣਾ ਕਰੋ। ਬਾਕੀ ਤੁਸੀਂ ਸਾਨੂੰ ਐਨੀ ਟਾਈਮ ਫੋਨ ਕਰ ਸਕਦੇ ਹੋ ਤੇ ਮੇਰੇ WhatsApp ਤੇ ਵੀ ਮੈਸੇਜ ਕਰ ਸਕਦੇ ਹੋ, ਐਨੀਵੇਅਰ ਫਰਮ ਦ ਵਰਲਡ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਕਾਲਰ। ਥੈਂਕ ਯੂ ਜੀ, ਥੈਂਕ ਯੂ ਕਾਲਰਸ, ਆਪਣਾ ਤੁਹਾਡਾ ਸਾਰਿਆਂ ਦਾ, ਤੁਹਾਡਾ ਜੀ ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਓਕੇ ਜੀ, ਗੁੱਡ ਲੱਕ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸੋ ਜੇਕਰ ਤੁਹਾਨੂੰ ਇਸ ਵਕਤ ਕੋਈ ਵੀ ਸਲਾਹ ਦੀ ਜ਼ਰੂਰਤ ਹੈਗੀ ਆ, ਪੈਨਿਕ ਨਾ ਹੋਵੋ। ਹਾਲਾਤ ਇਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਪ੍ਰੋਗਰਾਮਸ ਕੈਨੇਡਾ ਸਰਕਾਰ ਲੈ ਕੇ ਆਉਣ ਵਾਲੀ ਆ। 4,01,000 ਦੇ ਕਰੀਬ ਜਿਹੜਾ ਇਮੀਗ੍ਰੇਸ਼ਨ ਦਾ ਟੀਚਾ ਇਸ ਸਾਲ ਦਾ ਹੈਗਾ ਉਹਨੂੰ ਵੀ ਪੂਰਾ ਕਰਨਾ ਆ। ਸੋ ਕੋਸ਼ਿਸ਼ ਕਰੋ ਕਿ ਪੈਨਿਕ ਨਾ ਹੋਵੋ, ਬਹੁਤ ਆਰਾਮ ਦੇ ਨਾਲ, ਠਰਮੇ ਦੇ ਨਾਲ ਸੋਚ ਸਮਝ ਕੇ ਆਪਣਾ ਅਗਲਾ ਸਟੈਪ ਚੁੱਕੋ ਤੇ ਵਧੀਆ ਕੰਸਲਟੈਂਟ ਦੀ ਸਲਾਹ ਜ਼ਰੂਰ ਲਵੋ। ਤੁਸੀਂ ਮਿਸਟਰ ਸ਼ਰਮਾ ਨਾਲ ਗੱਲ ਕਰਨਾ ਚਾਹੁੰਦੇ ਹੋ, ਆਲਵੇ ਇਮੀਗ੍ਰੇਸ਼ਨ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਫਿਲਹਾਲ ਸਾਡਾ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।